सत श्री अकाल, सलाम, नमस्कार, आदाब, सब सत्कार सज्जनों ਨੂੰ जो इस वक्त जिंदगी ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਬੁੱਧਵਾਰ ਦੀ ਸ਼ਾਮ ਭਾਰਤੀ ਸਮਾਂ 6:38 ਹੋ ਗਏ ਨੇ। ਅੱਜ 15 ਸਤੰਬਰ ਸਨ 2021, 31 ਭਾਦੋਂ ਨਾਨਕਸ਼ਾਹੀ ਸੰਮਤ 553 ਦਾ ਆਥਣ ਦਾ ਵਕਤ ਹੈ। ਟਿਵਾਣਾ ਲਾਈਵ ਪ੍ਰੋਗਰਾਮ ਲੈ ਕੇ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਜਲਦ ਐਡਵੋਕੇਟ ਸੁਰਿੰਦਰ ਸਿੰਘ ਹੋਰੀ। ਤੁਸੀਂ ਇਸ ਪ੍ਰੋਗਰਾਮ ਨੂੰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਲਾਈਵ ਸੁਣਦੇ ਹੋ। ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ नंबर अपना 9876309655 9876309655 9876309655 ਪਟਿਆਲਾ ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਇਸੇ ਨੰਬਰ ਤੇ ਤੁਸੀਂ WhatsApp ਦੇ ਰਾਹੀਂ YouTube ਤੇ ਜਿਹੜਾ ਲਾਈਵ ਪ੍ਰੋਗਰਾਮ ਜਦੋਂ ਵੀ ਚੱਲਦਾ ਉਹ ਮੰਗਵਾ ਵੀ ਸਕਦੇ ਹੋ। ਤੇ ਇਸ ਲਈ ਆਪਾਂ WhatsApp ਗਰੁੱਪ ਬਣਾਇਆ ਹੋਇਆ ਤੇ ਖੁਦਾ ਨਾ ਖਾਸਤਾ ਕੋਈ ਚੈਨਲ ਚੇਂਜ ਹੋ ਜਾਂਦਾ ਹੈ, YouTube ਦਾ ਭਰੋਸਾ ਕੋਈ ਨਹੀਂ ਹੁੰਦਾ ਤੇ ਜਾਂ ਫਿਰ ਆਪਣੇ ਕੋਈ ਪ੍ਰੋਗਰਾਮ ਦੇ ਵਿੱਚ ਦੇਰੀ ਹੈ, ਲੇਟ ਹੈ, ਆਫ ਹੈ ਤਾਂ ਤੁਹਾਨੂੰ ਗਾਹੇ ਬਗਾਹੇ ਇਸ ਦੇ ਬਾਰੇ ਸੂਚਨਾ ਮਿਲਦੀ ਰਹੇਗੀ। ਸੋ 9876309655 ਨੰਬਰ ਹਮੇਸ਼ਾ ਸੇਵ ਰੱਖੋ ਜੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ। ਤੇ ਆਪਣੀ ਵੈਬਸਾਈਟ ਹੈ ਜਿੱਥੇ ਪ੍ਰੋਗਰਾਮ ਸੁਣਿਆ ਜਾ ਸਕਦਾ, ਉਹ ਹੈ tivanaradio.com। ਉਸ ਵੈਬਸਾਈਟ ਤੇ ਤੁਸੀਂ tivanaradio.com ਜੇ ਖੋਲੋਗੇ ਉੱਥੇ ਤੁਹਾਨੂੰ ਆਪਣੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ ਤੇ ਇਸ ਤੋਂ ਇਲਾਵਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਦਾ ਲਿੰਕ ਮਿਲੇਗਾ। ਇੰਸਟਾਲ ਕਰੋ, ਸ਼ੇਅਰ ਕਰੋ, ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ। ਤੇ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਕਾਲ ਟੂ ਲਿਸਨ ਨੰਬਰ ਹੈ ਆਪਣਾ, ਜਿਸ ਨੰਬਰ ਤੇ ਡਾਇਲ ਕਰਕੇ ਪ੍ਰੋਗਰਾਮ ਫੋਨ ਦੇ ਜ਼ਰੀਏ ਸੁਣਿਆ ਜਾ ਸਕਦਾ, ਉਹ ਨੰਬਰ ਹੈ ਕਾਲ ਟੂ ਲਿਸਨ 6679309260 667-930-9260। ਇਸ ਨੰਬਰ ਤੇ ਡਾਇਲ ਕਰਕੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਲਾਈਵ ਸੁਣ ਸਕਦੇ ਹੋ। ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ YouTube ਤੇ ਵੀ ਇਸ ਵਕਤ ਆਪਾਂ ਲਾਈਵ ਆ ਚੁੱਕੇ ਹਾਂ ਤੇ ਕਦੇ ਕਦੇ ਕੋਈ ਦਿੱਕਤ ਆ ਜਾਂਦੀ ਹੈ ਫੇਸਬੁੱਕ ਜਾਂ YouTube 'ਚੋਂ ਇੱਕ ਚੈਨਲ ਦੀ ਜਾਂ ਦੋਨਾਂ ਦੀ, ਤੇ ਇਸ ਦੇ ਲਈ ਤੁਹਾਨੂੰ ਬੇਨਤੀ ਹੈ ਕਿ ਜਿਹੜੇ ਆਪਣੇ ਵੱਖ-ਵੱਖ ਮਾਧਿਅਮ ਨੇ ਉਹਨਾਂ ਦੇ ਰਾਹੀਂ ਜੁੜੇ ਰਿਹਾ ਕਰੋ। ਤੇ ਖਬਰਾਂ ਤੇ ਸਾਂਝ ਪਾਉਣ ਦੇ ਲਈ ਜੁੜਦੇ ਹਾਂ ਐਡਵੋਕੇਟ ਸੁਰਿੰਦਰ ਸਿੰਘ ਹੋਰਾਂ ਨਾਲ। ਇਸ ਦੌਰਾਨ ਕੁਝ ਅਹਿਮ ਖਬਰਾਂ ਤੇ ਮੈਂ ਚਰਚਾ ਤੁਹਾਡੇ ਨਾਲ ਕਰਦੇ ਹਾਂ। ਯੂਪੀ ਦੀ ਸਿਆਸਤ ਨੂੰ ਲੈ ਕੇ ਬਿਆਨਬਾਜ਼ੀ ਲਗਾਤਾਰ ਗਰਮ ਹੋ ਰਹੀ ਹੈ। ਰਕੇਸ਼ ਟਕੈਤ ਹੋਰਾਂ ਨੇ ਅਸਦੁੱਦੀਨ ਅਵੈਸੀ, ਜਿਹੜਾ ਕਿ ਕੱਟੜ ਮੁਸਲਿਮ ਵੋਟ ਨੂੰ ਆਪਣੇ ਹੱਕ ਦੇ ਵਿੱਚ ਹਮੇਸ਼ਾ ਭੁਗਤਾਉਂਦਾ ਹੈ, ਉਸ ਨੂੰ ਚਾਚਾ ਜਾਨ ਆਖਿਆ ਕਿ ਇਹ BJP ਦਾ ਚਾਚਾ ਜਾਨ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਬਾ ਜਾਨ ਦਾ ਰੌਲਾ ਪਿਆ ਸੀ। ਆਦਿੱਤਿਆਨਾਥ ਯੋਗੀ ਨੇ ਮੁਸਲਮਾਨ ਵਸੋਂ ਨੂੰ ਟਾਰਗੇਟ ਕਰਦੇ ਆਖਿਆ ਸੀ ਕਿ 2017 ਤੋਂ ਪਹਿਲਾਂ ਰਾਸ਼ਨ ਮਿਲਦਾ ਹੀ ਨਹੀਂ ਸੀ, ਕਿਉਂਕਿ ਰਾਸ਼ਨ ਆਬਾ ਜਾਨ ਹੋਰਾਂ ਨੂੰ ਕਹਿਣ ਵਾਲੇ ਖਾ ਜਾਂਦੇ ਸੀ, ਜਾਣੀ ਕਿ ਮੁਸਲਿਮ ਖਾ ਜਾਂਦੇ ਸੀਗੇ। ਤੇ ਇਸ ਦੇ ਜਵਾਬ ਦੇ ਵਿੱਚ ਹੁਣ ਕਿਉਂਕਿ ਅਸਦੁੱਦੀਨ ਅਵੈਸੀ ਯੂਪੀ ਦੇ ਵਿੱਚ ਉਤਰ ਚੁੱਕਾ, 2022 ਦੀਆਂ ਜਿਹੜੀਆਂ ਵਿਧਾਨ ਸਭਾ ਯੂਪੀ ਚੋਣਾਂ ਹੋਣੀਆਂ ਨੇ ਤੇ ਨਾਲ ਜਿਹੜੇ ਨੇ ਤਿਰੰਗਾ ਯਾਤਰਾ ਆਮ ਆਦਮੀ ਪਾਰਟੀ ਨੇ ਵੀ ਸ਼ੁਰੂ ਕਰ ਲਈ ਹੈ। ਤੇ ਇਹਨਾਂ ਧਿਰਾਂ ਦਾ ਜਿਹੜਾ ਫਾਇਦਾ ਤੇ ਕੋਈ ਨਹੀਂ, ਨੁਕਸਾਨ ਬਹੁਤਾ ਹੁੰਦਾ। ਫਾਇਦਾ ਇਹਨਾਂ ਦਾ BJP ਨੂੰ ਹੀ ਹੁੰਦਾ, ਕਿਉਂਕਿ ਜਿਹੜੀ ਐਂਟੀ BJP ਵੋਟ ਹੈ ਉਹ ਅਸਦੁੱਦੀਨ ਅਵੈਸੀ ਨੂੰ ਜਾਂ ਇਹਨਾਂ ਨੂੰ ਭੁਗਤ ਜਾਏਗੀ। ਬਿਹਤਰ ਹੋਵੇ ਕਿ ਇਹ ਇੱਕ ਬਦਲ ਬਣਾ ਕੇ ਲੜਨ ਤੇ ਫਿਰ ਤੇ BJP ਨੂੰ ਟੱਕਰ ਦੇ ਸਕਦੇ ਆ। BJP ਨੂੰ ਜੇ ਟੱਕਰ ਦੇਣਗੇ ਤਾਂ ਕੁਛ ਨਾ ਕੁਛ ਨਿੱਗਰ ਆਪੋਜੀਸ਼ਨ ਹੋਏਗੀ, ਨਹੀਂ ਤੇ ਕਾਰਪੋਰੇਟ ਦਾ ਰਾਜ ਹੈ, ਗੁੰਡਾਗਰਦੀ ਦਾ ਰਾਜ ਹੈ। ਨਰਿੰਦਰ ਦਬੋਲਕਰ ਦੀ ਜਾਂ ਗੌਰੀ ਲੰਗੇਸ਼ ਕਿੰਨੇ ਪੱਤਰਕਾਰਾਂ ਦੀ ਹੱਤਿਆ ਹੋਈ ਸੀ। ਸੋ ਪੂਨੇ ਦੀ ਅਦਾਲਤ ਨੇ ਤਰਕਸ਼ੀਲ ਡਾਕਟਰ ਨਰਿੰਦਰ ਦਬੋਲਕਰ ਦੀ ਹੱਤਿਆ ਦੇ ਮਾਮਲੇ 'ਚ ਅੱਜ 5 ਮੁਲਜ਼ਮਾਂ ਦੇ ਖਿਲਾਫ ਦੋਸ਼ ਆਇਦ ਕੀਤੇ ਨੇ। ਹਾਲਾਂਕਿ ਤੁਸੀਂ ਵੇਖੋ ਕਿ 7 ਸਾਲ ਹੋ ਗਏ ਨੇ। 20 ਅਗਸਤ 2013 ਨੂੰ ਪੂਨੇ ਦੇ ਵਿੱਚ ਇਹ ਜਿਹੜੇ ਸੱਜੇ ਪੱਖੀ ਨੇ, ਇੱਕ ਖੱਬੇ ਪੱਖੀ ਕਾਮਰੇਡ ਹੁੰਦੇ ਨੇ, ਸੱਜੇ ਪੱਖੀ ਕੱਟੜ ਧਾਰਮਿਕ ਲੋਕ ਹੁੰਦੇ ਨੇ, ਤੇ ਇਹ ਜਿਹੜੇ ਸੱਜੇ ਪੱਖੀ ਨੇ ਇਹਨਾਂ ਦੇ ਕੱਟੜ ਸਮੂਹ ਨੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ ਪੂਨੇ ਦੇ ਵਿੱਚ। ਕੇਂਦਰੀ ਜਾਂਚ ਬਿਊਰੋ CBI ਦੀ ਜਾਂਚ ਕਰ ਰਿਹਾ। ਸੋ ਵਧੀਕ ਸੈਸ਼ਨ ਜੱਜ RS ਨਵੰਦਰ ਨੇ
जो UAPA मामलों के विशेष जज ने उन्होंने वरिंदर तावड़े, सचिन अंदूरे, शरद कलासर, संजीव पोनालेकर ते विक्रम भावे नूं गुनाह कबूल करने बारे पूछा तो उन्होंने ना कर दी है, जिस तो बाद इन्हां सारिਆਂ ਦੇ खिलाफ दोष आयद किए गए हैं। तो इस नरेंद्र दबोलकर क्योंकि ये कट्टरता के खिलाफ BJP ਦੀਆਂ ਪਾਲਿਸੀਆਂ ਦੇ खिलाफ लिखते सी ते गौरी लंकेश की तरह इन्हां दा भी कतल होया सी। हुण इहो जिहा लोकां दे जे बैनर ला दिते, पोस्टर ला दिते ग्राह ग्रुप ने, तां फिर साडे वाले कुछ अखौती सिखां ने मसला खड़ा कर लिया कि कामरेडां दे हक दे विच भुगतने, हालांकि वो कट्टड़ पक्ष के खिलाफ वो लड़े सी। गुरदास मान ने जिहड़ा विवादित बयान दिता सीगा गुरु साहिबान दे वंश दे नाल जोड़िया सी अपने डेरे दे मुखी नूं, जिस मामले दे विच पंजाब हरियाणा हाई कोर्ट ने गुरदास मान नूं एंटीसिपेटरी बेल जानी कि अगाऊं जमानत हाई कोर्ट ने दे दित्ती है। हाई कोर्ट के जस्टिस अवनीश झिंग ने स्पष्ट किया कि गायक नूं हिरासत विच लैण दी लोड़ नहीं क्योंकि उस तों कुछ भी बरामद नहीं करना। हालांकि डिस्ट्रिक्ट कोर्ट ने पहला गुरदास मान नूं जमानत देणों इनकार किया सी। सो इस मुतलक गुरदास नूं हफ्ते दे अंदर अंदर पुलिस इन्वेस्टिगेशन दे विच शामिल होण दे लई भी कहा गया। नवजोत सिंह सिद्धू ने फिर अकाली दल नूं घेरिया कि तिन्ने काले खेती कानून ने जिहड़े इन्हां दा मुੱਢ अकाली दल ने विढ़िया ते 2013 की विधान सभा सी जो अकाली भाजपा की, उस दौरान कंट्रैक्ट फार्मिंग कानून ते बाद विच केंद्र वल्लों लिआंदे खेती कानून इक्को जिहे ने जो इन्हां ने पेश कीते सन पंजाब विधान सभा च अकाली दल बादल ते BJP की अलायंस गवर्नमेंट ने। सो इस करके अकाली इस दे मोढी ने। नवजोत सिंह सिद्धू दे बारे भी गलबात करांगे एडवोकेट सुरिंदर होरां, क्योंकि पिछले दिनों तो नवजोत सिंह सिद्धू हुण कैप्टन के खिलाफ घट बोल रहा ते अपोजिशन पार्टियां भावें वो आप है जां अकाली दल है उन्हां दे खिलाफ ज्यादा बोल रहा। कुछ होर सियासत दीयां खबरां ने उन्हां ते भी चर्चा करनी है। सो पाकिस्तान सिख गुरुद्वारा प्रबंधक कमेटी के जिहड़े प्रधान ने सतवंत सिंह, उन्होंने निजीकरण करके सिख गुरुद्वारा प्रबंधक कमेटी पाकिस्तान तो अस्तीफा दे दिता है। ते हालांकि जल्दबाजी दे विच होई मीटिंग दे विच अमीर सिंह नूं नवें मुखी वजों चुनिया गया जो 2022 तक के सौदे ते बने रहणगे। ते धन्नवाद साडे स्पॉन्सर साहब दा, साडे सबसक्राइबर दा, जिन्हां दी बदौलत ये प्रोग्राम तुहाडे तक पहुंचदे ने। ते इस दौरान कुछ श्रोते जुड़े ने उन्हां नूं भी नाल लै लईए। सैम चाल साहब स्वागत है तुहाडा, वेलकम। जी मैंने 2 मिनट जो मैं गल करनी सी जरूरी अज ना अपने प्राइम डिस्कशन से जतिंदर पन्नू जी ने ते अपने जथेदार साहब की, चलो वो धोता तो है नहीं, रज के खिल्ली डाई है, वो भी झूठ दे विच। वो पता किदा वो कोई लैटर इशू लैटर वो दिखाउंदा सी, पर वो जो अथॉरिटी दिखाउंदा उदां ही कोई दस्तावेज है कि उन्हें पता की किया, कहंदा ਉਹਦੇ ਤੇ ਲੀਗਲੀ ਤੌਰ ਤੇ ਐਕਸ਼ਨ ਹੋ ਗਿਆ ਕਿ ਇਹ ਉੱਥੇ ਗਿਆ, ਕੁਆਰੰਟਾਈਨ ਨਹੀਂ ਕਰਿਆ ਇਸਨੇ 12 ਦਿਨ, ਪਰ ਇਹਨੂੰ ਜਤਿੰਦਰ ਪੰਨੂ ਨੂੰ ਦੱਸਣ ਵਾਲਾ ਹੋਵੇ ਜਿਹਨੇ ਵੈਕਸੀਨ ਲਵਾਈ ਹੈ ਉਹਨੂੰ ਇੱਥੇ ਜ਼ਰੂਰਤ ਨਹੀਂ ਪੈਂਦੀ ਕੁਆਰੰਟਾਈਨ ਕਰਨ ਦੀ। ਇੰਗਲੈਂਡ ਦੇ ਵਿੱਚ ਨਵਾਂ ਰੂਲ ਹੈ, ਜਿੱਦਾਂ ਜਿਹਨੇ ਲੱਗਦੀ ਹੈ ਵੈਕਸੀਨ ਉਹ ਲਵਾਈ ਹੋਈ ਹੈ ਤਾਂ ਜ਼ਰੂਰਤ ਨਹੀਂ। ਇਹ ਸ਼ਰਿਆਮ ਹੀ ਬੈਠਾ ਝੂਠ ਬੋਲੀ ਜਾਂਦਾ, ਕਹਿੰਦਾ ਉਹਦੇ ਤੇ ਹੋ ਗਿਆ, ਕਹਿੰਦਾ ਉਹਨਾਂ ਨੂੰ ਲੱਭ ਨਹੀਂ ਰਿਹਾ। ਕੋਈ नहीं ठीक है जी, थैंक यू। तुहाडे विचार आ चुके ने। तुहाडी आवाज टुट रही है। अच्छा चलो मैं फिर ला लूंगा। तुसीं दस दिता कि इंग्लैंड दे विच क्वारंटाइन की जरूरत नहीं, जथेदार जो गए सन सारागढ़ी साके दे समागम के मुतलक उस मुतलक जिहड़े ने जर्नलिस्ट उन्हां नूं लोड़ नहीं है क्वारंटाइन दी। ओके ठीक हाँ, कई बार अधूरी इन्फॉर्मेशन गलत हो जाती। थैंक यू चाल साहब। एडवोकेट सुरिंदर सिंह जी स्वागत है भाई तुहाडा। सत श्री अकाल। सत श्री अकाल, मेहरबानी जी। मेहरबानी, बहुत बहुत धन्नवाद सुरिंदर जी, सत श्री अकाल। सुरिंदर जी अज दीयां रिपोर्टां जे वेखीए कुछ खबरां दा मैं जिक्र कीता, सोनू सूद जिहड़े मोगा तो अपनी भैन नूं चोण भी लड़ाउणा चाहुंदे ने, कैप्टन साहब दे भी काफ़ी खासम खास नेड़े रहे ने ते NGO दे तौर ते भी वो काम करदे ने। कोरोना दे दौरान उन्होंने कुछ काम कीता ते ब्रांड एंबेसडर पंजाब ने भी उन्होंने बनाया सी। तो दिल्ली सरकार ने भी सोनू सूद नूं जिहड़ा ब्रांड एंबेसडर बनाया ते अज दिल्ली दे विच आमदन कर विभाग ने मुंबई दे विच उन्हां दी जायदादां ते छापे मारे ने ते दिल्ली गवर्नमेंट वल्लों स्कूली विद्यार्थियों लई एक जिहड़ा सलाहकार प्रोग्राम दा ब्रांड एंबेसडर बनाया गया, उस नूं इस कार्रवाई दे नाल जोड़ के वेख्या जा रहा।
कि ये आम आदमी पार्टी के नेड़े आया, जिस करके इहनूं टारगेट किया गया। हालांकि कमियां पेशियां IT ਦੀਆਂ सारे इन्हां लोकां ਦੀਆਂ ਹੁੰਦੀਆਂ ने, कोई दोरावा नहीं है। इस दे नाल नाल जिहड़ियां अहम खबरां ने, बलात्कार दीयां खबरां ने, माफ करना मंदभागीआं भी खबरां ने, उन्हां ते भी सवाल उठदे ने कि देश दे विच जिहड़ी स्थिति बन रही है, सब तो वध बलात्कार यूपी दे विच हो रहे ने। वड्डा सूबा है पर लॉ एंड आर्डर की स्थिति बदतर है। भावें योगी लख कही जाण कि हुण राम राज है, पर हुण राम राज दे दौरान भी जे बच्चियां सुरक्षित नहीं है तो की आखोगे कि ये वाकई राम राज है? क्योंकि रावण राज भी नहीं कह सकते। रावण राज दे विच भी जाति नहीं सी हुंदी औरत विशेष दे नाल, इहदे च कोई दोरावा नहीं। औरतां नूं भी खुद पति चुनण दा अधिकार सी, ये उस तो भी हवाले मिलते ने। ते दिल्ली दे विच कल तो मेले लगने शुरू हो जाणगे, प्रदर्शनियां, पर 8वीं तक दे स्कूल बंद रहणगे। ते इस तरह दा सिलसिला आ रहा। हालांकि जिहड़ियां खबरां ने वो इस मुतलक भी आ रही ने ते कि कोरोना के कारण अज भी देश भर दे विच 24 घंटिਆਂ के दौरान 284 लोगों की मौत हुई है ते 27,176 नवे मामले कोरोना के सामने आए ने। ते यूपी की इलैक्शन दे विच गर्मी फड़दा जा रहा सिलसिला। पर यूपी की इलैक्शन तो जे शुरुआत करिए, जिस तरह किसान आगू राकेश टिकैत ने आख्या कि कोई कट्टर सियासत वध रही है। राकेश टिकैत ने जिहड़ा अज बयान जारी किया यूपी दे विचों सरगर्म हो गया कि योगी आदित्यनाथ दे अब्बाजान दे जुमले तो बाद किसान यूनियन दे नेता राकेश टिकैत ने AIMIM दे मुखी असदुद्दीन ओवैसी नूं भाजपा दा चाचा जान आख दिता कि ये जिहड़ियां पोलीटिकल पार्टियां ने, जो कट्टड़ मुस्लिम पार्टियां ने, ये इन्ने बयान दिंदे ने पर इन्हां ते कोई भी केस दर्ज नहीं हुंदा, क्योंकि भाजपा इन्हां दी कट्टड़ता नूं अपने हिंदू बैंक वोट बैंक की कट्टड़ता दे नाल कैश करदी है। क्योंकि जिहड़ियां बीजेपी दे एंटी वोट होणगियां ਉਹ कट्टड़ मुस्लिम वोट है जिहड़ी अपने किते धर्म दे पाले ਵੱਲ ਨੂੰ ਜਾਏਗੀ ਤੇ ਉਹ ਵੋਟ ਉਹਨਾਂ ਵੱਲ ਭੁਗਤ ਜਾਏਗੀ ਤੇ ਵੋਟਾਂ ਵੰਡੀਆਂ ਜਾਣਗੀਆਂ ਤੇ ਥੋੜੇ ਬਹੁਮਤ ਨਾਲ ਫਿਰ ਭਾਜਪਾ ਹੀ ਸਰਕਾਰ ਹੈ ਜਿਹੜੀ ਬਣ ਜਾਏਗੀ। ਤੇ ਦੋਸ਼ ਲਾਏ ਨੇ ਰਾਕੇਸ਼ ਟਕੈਤ ਨੇ ਕਿ 17 ਤੇ 19 ਦੀਆਂ ਚੋਣਾਂ ਦੇ ਵਿੱਚ ਇਹ ਭਾਜਪਾ ਦੇ ਨਾਲ ਸੀ ਤੇ ਅੱਜ ਉਸੇ ਮੰਚ ਤੋਂ ਉਸ ਦੇ ਖਿਲਾਫ ਨਾਰਾ ਲਾ ਰਿਹਾ। ਪਰ ਜਦੋਂ ਮੁਜ਼ੱਫਰਨਗਰ ਦੇ ਵਿੱਚ ਹਿੰਦੂ ਮੁਸਲਿਮ ਦੰਗੇ ਹੋਏ ਤਾਂ ਉਦੋਂ ਇਹ ਸਦੂਦੀਨ ਅਵੈਸੀ ਕਿੱਥੇ ਸੀ, ਇਹ ਪੁੱਛਿਆ ਰਾਕੇਸ਼ ਟਕੈਤ ਨੇ ਕਿ ਹੁਣ 2020 ਦੀਆਂ ਚੋਣਾਂ ਦੇ ਵਿੱਚ ਇਹ ਜਿਹੜਾ ਸਦੂਦੀਨ ਅਵੈਸੀ ਹੈ ਭਾਜਪਾ ਨੂੰ ਵੋਟਾਂ 'ਚ ਫਾਇਦਾ ਪਹੁੰਚਾ ਰਿਹਾ ਆਪਣੇ ਉਮੀਦਵਾਰ ਖੜੇ ਕਰਕੇ, ਕਿਉਂਕਿ ਜਿਹੜੀ ਐਂਟੀ ਇਨਕੰਬੈਂਸੀ ਹੈ ਜਾਂ ਐਂਟੀ BJP ਵੋਟ ਹੈ ਉਹ ਆਪਸ ਦੇ ਵਿੱਚ ਵੰਡ ਜਾਵੇਗੀ, ਜਿਵੇਂ ਇਹ ਸਾਰੇ ਪੱਧਰ ਤੇ ਹੁੰਦਾ ਕਿ ਵੋਟਾਂ ਵਿਰੋਧੀਆਂ ਦੀਆਂ ਖਰਾਬ ਕਰੋ। ਤੇ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦਾ ਯੂਪੀ 'ਚ ਕਿੱਡਾ ਕੁ ਆਧਾਰ ਹੈ ਕਿ ਯੂਪੀ 'ਚ ਮਨੀਸ਼ ਸਿਸੋਦੀਆ ਨੇ ਤੇ ਸੰਜੇ ਸਿੰਘ ਹੋਰਾਂ ਨੇ ਤਿਰੰਗਾ ਸੰਕਲਪ ਯਾਤਰਾ ਵਿੱਢ ਦਿੱਤੀ ਹੈ। ਸੋ ਯੂਪੀ ਦੀ ਸਿਆਸਤ ਤੋਂ ਜੇ ਸ਼ੁਰੂਆਤ ਕਰੀਏ, ਕੀ ਵੇਖਦੇ ਹੋ ਸਾਰੇ ਸਮੀਕਰਨਾਂ ਨੂੰ? ਜੀ ਸੁਰਿੰਦਰ ਜੀ, ਵੈਲਕਮ। ਪਹਿਲੀ ਗੱਲ ਤੇ ਆ, ਜਿੱਥੋਂ ਤੱਕ ਅਵੈਸੀ ਦਾ ਸਵਾਲ ਆ, ਧਰਮ ਦੀ ਰਾਜਨੀਤੀ ਕੀਤੀ ਹੈ ਤੇ ਧਰਮ ਦੀ ਰਾਜਨੀਤੀ ਕਰਦਾ ਚੱਲਿਆ ਆ ਰਿਹਾ। ਜਿਹੜੀ ਮਰਜ਼ੀ ਸਟੇਟ 'ਚ ਪਹੁੰਚ ਜਾਵੇ, ਉਹਦੀ ਸਪੀਚ ਜਿਹੜੀ ਹੁੰਦੀ ਆ ਦੇਖਣ ਵਾਲਿਆਂ ਨੂੰ ਤੇ ਇਹ ਲੱਗਦੀ ਹੈ ਕਿ ਉਹ ਧਰਮ ਦੀ ਰਾਜਨੀਤੀ ਬੜੀ ਸਖਤਾਈ ਨਾਲ ਕਰ ਰਿਹਾ, ਪਰ ਅੰਦਰ ਖਾਤੇ ਕੀ ਹੁੰਦਾ ਕਿ ਉਹ ਫਾਇਦਾ ਕਿਹਨੂੰ ਪਹੁੰਚਾ ਰਿਹਾ ਹੁੰਦਾ, ਉਹਦੇ ਤੇ ਸ਼ਾਇਦ ਕਦੀ ਕਿਸੇ ਨੇ ਡੂੰਘਾਈ ਨਾਲ ਵਿਚਾਰ ਨਹੀਂ ਕੀਤਾ। ਅਵੈਸੀ ਦੀ ਪਾਰਟੀ ਜਦੋਂ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਚੋਣਾਂ ਲੜੇਗੀ, ਸਾਰੀਆਂ ਸੀਟਾਂ ਦੇ ਉੱਤੇ ਲੜੇਗੀ, ਤਾਂ ਉਹਦਾ ਅਸਰ ਕੀ ਹੋਏਗਾ? ਉਹਦਾ ਅਸਰ ਇਹ ਹੋਏਗਾ, ਇੱਕ ਉਹਦੇ ਖੜਨ ਦੇ ਨਾਲ ਦੂਸਰੇ ਵਿਸ਼ੇਸ਼ ਭਾਈਚਾਰੇ ਦਾ ਵੋਟ ਬੈਂਕ ਸਾਰਾ BJP ਵੱਲ ਚਲਾ ਜਾਏਗਾ ਤੇ ਜਿਹੜਾ ਵੋਟ ਬੈਂਕ ਦੂਸਰੀਆਂ ਵਿਰੋਧੀ ਪਾਰਟੀਆਂ ਨੂੰ ਜਾਣਾ ਸੀ ਉਹਦੇ ਵਿੱਚੋਂ ਹਿੱਸਾ ਵੰਡਾ ਕੇ ਅਵੈਸੀ ਲੈ ਜਾਏਗਾ ਤੇ ਸਿੱਧਮ ਸਿੱਧਾ BJP ਨੂੰ ਫਾਇਦਾ ਪਹੁੰਚ ਜਾਏਗਾ। ਇਹੀ ਕੁਝ ਬਹੁਜਨ ਸਮਾਜ ਪਾਰਟੀ ਉੱਥੇ ਕਰੇਗੀ। ਇਹ ਦੋ ਪਾਰਟੀਆਂ ਨੇ ਤਾਂ ਇਹੀ ਉੱਥੇ ਜਿਹੜੀ ਆ ਉਹ ਕੀ ਕਹਿੰਦੇ ਹੁੰਦੇ ਆ, ਆਪਣੀ ਖੇ ਉਡਾਉਣੀ ਆ, ਹੋਰ ਇਹਨਾਂ ਦੇ ਅੱਲੇ ਪੱਲੇ ਉੱਥੇ ਕੁਛ ਨਹੀਂ ਬਣਨਾ। ਹੁਣ ਰਹਿ ਗਈ ਗੱਲ ਜਿਹੜੀ ਸ਼ਿਵ ਸੈਨਾ ਦੀ ਆ, ਸ਼ਿਵ ਸੈਨਾ ਉੱਠੇਗੀ, ਸ਼ਿਵ ਸੈਨਾ BJP ਨੂੰ ਡੈਂਟ ਪਾਏਗੀ, ਬਹੁਤਾ ਨਹੀਂ ਪਾਏਗੀ, ਥੋੜਾ ਪਾਏਗੀ, ਕਿਉਂਕਿ BJP ਵਾਲੀ ਵੋਟ ਦੇ ਵਿੱਚੋਂ ਵੋਟ ਵੰਡਾਏਗੀ। ਕਿਉਂਕਿ ਜਦੋਂ ਇੱਕ ਆਈਡੀਓਲੋਜੀ ਦੀ ਦੋ ਪਾਰਟੀਆਂ ਬਰਾਬਰ ਆ ਕੇ ਖੜੀਆਂ ਹੋ ਜਾਣ ਨਾ,
ਭਾਵੇਂ ਉਹ ਬਹੁਤੀ ਨਾਲ ਜਾਵੇ, ਥੋੜੀ ਵੀ ਲੈ ਜਾਏ, ਭਾਵੇਂ 2% ਵੀ ਲੈ ਜਾਏ, ਭਾਵੇਂ 2.5% ਵੀ ਵੋਟ ਲੈ ਜਾਏ, ਉਹ ਜਿਹੜੀ ਵੋਟ ਲੈ ਜਾਏਗੀ ਨਾ, ਉਹ ਵੋਟ ਜਿਹੜੀ ਆ ਉਹ ਘੱਟੋ ਘੱਟ ਉਸ ਪਾਰਟੀ ਦੀ ਜਿਹੜੀ ਸੱਤਾਧਾਰੀ ਧਿਰ ਹੈ ਇਸ ਵੇਲੇ ਮੌਜੂਦਾ ਤੇ ਦੁਬਾਰਾ ਸੱਤਾ 'ਚ ਆਉਣ ਦੀ ਉਹਦੇ ਮਨ ਦੀ ਲਾਲਸਾ, ਉਹਨੂੰ ਕਿਤੇ ਨਾ ਕਿਤੇ ਉਹਦਾ ਡੈਂਟ ਜਿਹੜਾ ਉਹ ਪਵੇਗਾ। ਹੁਣ ਸਵਾਲ ਤਾਂ ਇਹ ਆ, ਮੈਂ ਸ਼ੁਰੂ 'ਚ ਵੀ ਕਿਹਾ ਸੀਗਾ, ਜਦੋਂ ਜਿਹੜੇ ਦਿਨਾਂ 'ਚੋਂ ਇਹ ਕਿਸਾਨ ਆਗੂ ਜਿਹੜੇ ਸੀ ਉਹ ਕਹਿੰਦੇ ਸੀ ਵੀ ਅਸੀਂ ਮਿਸ਼ਨ ਉੱਤਰ ਪ੍ਰਦੇਸ਼ ਲੈ ਕੇ ਚੱਲੇ, ਮੈਂ ਉਦੋਂ ਵੀ ਇੱਕ ਗੱਲ ਕਹੀ ਸੀ ਕਿ ਮਿਸ਼ਨ ਜੇ ਉੱਤਰ ਪ੍ਰਦੇਸ਼ ਲੈ ਕੇ ਚੱਲਣਾ ਤਾਂ ਇੱਕ ਘੱਟੋ ਘੱਟ ਉੱਥੇ ਸੋਚਣਾ ਪਏਗਾ। ਮਤ ਸੋਚੋ ਕਿ ਵੈਸਟ ਬੰਗਾਲ ਵਾਲੀ ਜਿਹੜੀ ਸਿਆਸਤ ਆ ਉਹ ਉੱਤਰ ਪ੍ਰਦੇਸ਼ 'ਚ ਚੱਲ ਜਾਏਗੀ। ਉੱਤਰ ਪ੍ਰਦੇਸ਼ ਦੀ ਤੇ ਵੈਸਟ ਬੰਗਾਲ ਦੀ ਸਿਆਸਤ 'ਚ ਜ਼ਮੀਨ ਅਸਮਾਨ ਦਾ ਫਰਕ ਆ। ਉੱਥੇ ਮਮਤਾ ਬੈਨਰਜੀ ਸੱਤਾ 'ਚ ਸੀ ਤੇ ਇੱਕ ਬਹੁਤ ਵੱਡੀ ਧਿਰ ਸੀ, ਫਿਰ ਵੀ ਬੀਜੇਪੀ ਉਹਨੂੰ ਬਹੁਤ ਵੱਡਾ ਡੈਂਟ ਪਾ ਗਈ ਸੀ। ਉਹ ਵੱਖਰੀ ਗੱਲ ਹੈ ਕਿ ਕਾਂਗਰਸ ਤੇ ਲੈਫਟ ਉੱਥੇ ਬਿਲਕੁਲ ਸਾਫ਼ ਹੋ ਗਏ। ਜੇ ਕਰ ਉੱਥੇ ਬੀਜੇਪੀ ਕਾਂਗਰਸ ਤੇ ਲੈਫਟ ਜਿਹੜੇ ਉਹ ਸਾਫ਼ ਨਾ ਹੁੰਦੇ ਤੇ ਉਹਦਾ ਨੁਕਸਾਨ ਸ਼ਾਇਦ ਤ੍ਰਿਣਮੂਲ ਕਾਂਗਰਸ ਨੂੰ ਹੋਰ ਵੱਡੇ ਲੈਵਲ ਤੇ ਹੁੰਦਾ ਤੇ ਬੀਜੇਪੀ ਹੋਰ ਉੱਪਰ ਚੜ ਜਾਂਦੀ। ਇਹ ਕੁਝ ਵੀ ਹੋ ਸਕਦਾ ਸੀ। ਹੁਣ ਇੱਥੇ ਇਹਨਾਂ ਨੂੰ ਇੱਕ ਧਿਰ ਚੁਣਨੀ ਪਵੇਗੀ। ਜੇ ਧਿਰ ਚੁਣ ਕੇ ਨਹੀਂ ਲੜਨਗੇ ਤਾਂ ਫਿਰ ਮੂੰਹ ਦੀ ਖਾਣਗੇ ਸਾਰੇ ਦੇ ਸਾਰੇ, ਤੇ ਫਿਰ ਬੀਜੇਪੀ ਦਾ ਰਾਤ ਉੱਤਰ ਪ੍ਰਦੇਸ਼ 'ਚ ਨਹੀਂ ਰੋਕਿਆ ਜਾਏਗਾ। ਕਿਉਂਕਿ ਜਿਹੜੀ ਜ਼ਮੀਨੀ ਹਕੀਕਤ ਹੁੰਦੀ ਆ ਉਹਨੂੰ ਸਮਝ ਕੇ ਹਮੇਸ਼ਾ ਰਣਨੀਤੀ ਬਣਾਈ ਜਾਂਦੀ ਆ, ਖਾਸ ਕਰ ਚੋਣਾਂ ਦੀ ਰਣਨੀਤੀ ਜਿਹੜੀ ਆ। ਅੰਦੋਲਨ ਲੜਨੇ ਅਲੱਗ ਗੱਲ ਆ, ਅੰਦੋਲਨ ਲੜੇ ਜਾ ਸਕਦੇ ਆ, ਹਿੱਕ ਦੇ ਜ਼ੋਰ ਨਾਲ ਲੜੇ ਜਾ ਸਕਦੇ ਆ। ਤੁਸੀਂ ਦਿਲ ਦੇ ਸੱਚੇ ਹੋ, ਸੱਚਾਈ ਨਾਲ ਤੁਸੀਂ ਬੋਲ ਸਕਦੇ ਹੋ, ਠੀਕ ਹੈ ਨਾ। ਪਰ ਦਿਮਾਗ ਨਾਲ ਬੈਠ ਕੇ ਸੋਚਣਾ ਹਰ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੁੰਦਾ। ਇਸ ਕਰਕੇ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਉਹ ਦਿਮਾਗ ਨਾਲ ਬੈਠ ਕੇ ਸੋਚਣਾ ਪਏਗਾ। ਧਿਰ ਜਿਹੜੀ ਸਭ ਤੋਂ ਵੱਡੀ ਆ ਉਹ ਚੁਣਨੀ ਪਵੇਗੀ, ਕਿਉਂਕਿ ਉੱਥੇ ਕਾਂਗਰਸ ਜਿਹੜੀ ਆ ਉਹਨੇ ਜੋ ਕੁਝ ਮੰਗਣਾ ਉਹਨੂੰ ਸਮਾਜਵਾਦੀ ਪਾਰਟੀ ਦੇਣ ਲਈ ਕਦੀ ਤਿਆਰ ਨਹੀਂ ਹੋਏਗੀ, ਕਿਉਂਕਿ ਕਾਂਗਰਸ ਨੇ ਕਹਿਣਾ ਅਸੀਂ ਨੈਸ਼ਨਲ ਪਾਰਟੀ ਆ, ਪਰ ਵੱਡਾ ਆਧਾਰ ਤਾਂ ਉੱਥੇ ਜਿਹੜਾ ਸਮਾਜਵਾਦੀ ਪਾਰਟੀ ਦਾ ਵਾ। ਹੁਣ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹਨੇ ਕਿਸੇ ਨਾਲ ਅਲਾਈਅੰਸ ਨਹੀਂ ਕਰਨਾ, ਕਿਉਂਕਿ ਉਹਨਾਂ ਆਪਣੀ ਚਮੜੀ ਬਚਾਉਣੀ ਆ। ਜੋ ਸੱਤਾਧਾਰੀ ਧਿਰ ਕੇਂਦਰ 'ਚ ਬੈਠੀ ਆ ਉਹਦੇ ਇਸ਼ਾਰੇ ਤੇ ਚੱਲਣਾ ਤੇ ਗੱਲ ਖਤਮ ਆ। ਇਸੇ ਕਰਕੇ ਪੰਜਾਬ ਵਾਲਾ ਅਲਾਈਅੰਸ ਜਿਹੜਾ ਹੋਇਆ ਉਹ ਸਾਰਾ ਕੁਝ ਇਸੇ ਦੀ ਦੇਣ ਆ। ਹੁਣ ਇਸ ਕਰਕੇ ਜਦੋਂ ਬਹੁਜਨ ਸਮਾਜ ਪਾਰਟੀ ਨੇ ਨਹੀਂ ਰਲਣਾ, ਓਵੈਸੀ ਨੇ ਆਪਣੀ ਪਾਰਟੀ ਅਲੱਗ ਲੈ ਕੇ ਚੋਣਾਂ ਜਿਹੜੀਆਂ ਉਹ ਲੜਨੀਆਂ ਨੇ, ਹਰ ਸੀਟ ਤੇ ਕੈਂਡੀਡੇਟ ਖੜਾ ਕਰਨਾ, ਤਾਂ ਉਹ ਜਿਹੜੀ ਉਸ ਤਬਕੇ ਦੀ ਵੋਟ ਸੀ ਉਹ ਜਿਹੜੀ ਸਮਾਜਵਾਦੀ ਪਾਰਟੀ ਨੂੰ ਵੀ ਆ ਸਕਦੀ ਸੀ, ਕਾਂਗਰਸ ਨੂੰ ਵੀ ਜਾ ਸਕਦੀ ਸੀ, ਉਹ ਕਿਤੇ ਬਹੁਜਨ ਸਮਾਜ ਪਾਰਟੀ ਨੂੰ ਵੀ ਜਾ ਸਕਦੀ ਸੀ। ਉਹ ਸਾਰੇ ਦੀ ਸਾਰੀ ਜਿਹੜੀ ਆ ਉਹ ਵੰਡੀ ਜਾਵੇਗੀ। ਹੁਣ ਜਦੋਂ ਵੰਡੀ ਜਾਵੇਗੀ ਤਾਂ ਨੁਕਸਾਨ ਉਹਦਾ ਕਿਹਨੂੰ ਹੋਏਗਾ? ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੂੰ ਨੁਕਸਾਨ ਹੋਏਗਾ ਤੇ ਫਾਇਦਾ ਬੀਜੇਪੀ ਉਠਾ ਜਾਏਗੀ ਉਹਦਾ। ਹੁਣ ਇਹ ਦੋ ਧਿਰਾਂ ਜਿਹੜੀਆਂ ਬੜੇ ਵੱਡੇ ਲੈਵਲ ਦੇ ਉੱਤੇ ਬੀਜੇਪੀ ਨੂੰ ਫਾਇਦਾ ਪਹੁੰਚਾਉਣਗੀਆਂ। ਇਹਨਾਂ ਚੋਣਾਂ 'ਚ ਹਮੇਸ਼ਾ ਰਣਨੀਤੀ ਅਪਣਾਈ ਜਾਂਦੀ ਆ, ਪਰ ਉਹੀ ਰਣਨੀਤੀ ਹੁਣ ਉੱਤਰ ਪ੍ਰਦੇਸ਼ 'ਚ ਉਹਨਾਂ ਨੇ ਅਪਣਾ ਲਈ। ਜਿਹੜੇ ਛੋਟੇ ਛੋਟੇ ਦਲ ਸੀ ਉਹ ਉਹਨਾਂ ਨੇ ਤਿੰਨੋਂ ਨਾਲ ਤੋੜ ਲਿਆ ਤੇ ਉਹਨਾਂ ਨੂੰ ਕਿਸੇ ਦਾ 1 ਮੈਂਬਰ ਪਾਰਲੀਮੈਂਟ ਸੀ, ਕਿਸੇ ਦੇ 2 ਸੀ, ਉਹਨਾਂ ਨੂੰ ਮਿਨਿਸਟਰੀ ਦੇ ਕੇ ਉਹਨਾਂ ਕੇਂਦਰ 'ਚ ਸੈੱਟ ਕਰ ਲਿਆ। ਉਹਦੇ ਬਾਅਦ ਉਹਨਾਂ ਨੇ ਵੋਟ ਬੈਂਕ ਕਿਹੜੇ ਨੂੰ ਕਿੱਥੇ ਸੰਨ ਲਾਉਣੀ, ਉਹਦੇ ਬਾਅਦ ਕਿੰਨਾ ਲੰਬਾ ਇਲੈਕਸ਼ਨ ਪ੍ਰੋਸੈਸ ਜਿਹੜਾ ਉੱਤਰ ਪ੍ਰਦੇਸ਼ ਦਾ ਜਾਣਾ, ਤਾਂ ਕਿ 3 ਬੁਲਾਰੇ, ਤਿੰਨ ਜਾਂ ਪਾਰਟੀ ਪ੍ਰਧਾਨ ਤੋਂ ਵਿਚਾਰਾ ਵੈਸੇ ਨਾਂ ਦਾ ਹੀ ਆਉਂਦਾ, ਅਸਲ ਬੁਲਾਰੇ ਤੇ ਦੋਨੇ ਹੀ ਆ। ਇੱਕ ਜਗ੍ਹਾ ਤੇ ਹੋਮ ਮਿਨਿਸਟਰ ਤੇ ਇੱਕ ਜਗ੍ਹਾ ਤੇ ਪ੍ਰਾਈਮ ਮਿਨਿਸਟਰ, ਉਹਨਾਂ ਦੋਨਾਂ ਨੇ ਹਰ ਹਲਕੇ 'ਚ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਹਰ ਹਲਕੇ ਵਾਈਜ਼ ਜਿਹੜੀਆਂ ਅਸੀਂ ਰੈਲੀਆਂ ਕਰ ਸਕੀਏ। ਇੰਨਾ ਲੰਬਾ ਇਲੈਕਸ਼ਨ ਪ੍ਰੋਸੈਸ ਲੈ ਕੇ ਜਾਣਗੇ, ਜਦੋਂ ਇੰਨਾ ਲੰਬਾ ਲੈ ਜਾਣਗੇ ਤਾਂ ਉਹਦਾ ਡੈਂਟ ਕਿਤੇ ਨਾ ਕਿਤੇ ਪਵੇਗਾ। ਇਸ ਕਰਕੇ ਕਿਸਾਨ ਆਗੂ ਜਿਹੜੇ ਆ ਉਹਨਾਂ ਨੂੰ ਅੰਦੋਲਨ ਤਾਂ ਚੱਲਣਾ, ਪਰ ਅੰਦੋਲਨ ਤੋਂ ਹਟ ਕੇ ਇੱਕ ਗੱਲ ਜਿਹੜੀ ਸੋਚਣੀ ਪੈਗੀ ਉਹ ਇਹ ਆ ਕਿ ਇੱਕ ਪਾਰਟੀ ਜਿਹੜੀ ਉਹਦੀ ਓਪਨਲੀ ਸਪੋਰਟ ਕਰਨੀ ਪੈਗੀ। ਜੇ ਓਪਨਲੀ ਸਪੋਰਟ ਨਹੀਂ ਕਰਨਗੇ, ਜੇ ਕਹਿਣਗੇ ਅਸੀਂ ਓਪਨਲੀ ਸਪੋਰਟ ਨਹੀਂ ਕਰਨੀ, ਅਸੀਂ ਖੁੱਲਾ ਛੱਡ ਦਿਆਂਗੇ, ਤੇ ਖੁੱਲਾ ਛੱਡੇ 'ਚ ਫਿਰ ਇਹ ਸੋਚ ਲਿਓ ਕਿ ਜਾਗਦਿਆਂ ਦੀਆਂ ਜਿੱਦਾਂ ਕੀ ਕਹਿੰਦੇ ਹੁੰਦੇ ਆ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਆ, ਉਹ ਕੰਮ ਹੋਣਾ। ਫਿਰ ਸੁਰਿੰਦਰ ਵੀਰ, ਇਸ ਦੌਰਾਨ ਜੇ ਰਾਮ ਰਾਜ ਦੀ ਸਥਿਤੀ ਵੇਖੀਏ, ਭਾਰਤ ਦਾ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ, ਜਿਸ ਤੇ ਦੇਸ਼ ਭਰ ਦਾ ਡਾਟਾ ਇਕੱਠਾ ਹੁੰਦਾ ਕਿ ਭਾਰਤ ਦੇ ਵਿੱਚ ਜਿੰਨੇ ਵੀ ਥਾਣੇ ਨੇ ਉਹਨਾਂ ਥਾਣਿਆਂ 'ਚ ਜਿਹੜੀਆਂ FIR ਰਜਿਸਟਰਡ ਹੁੰਦੀਆਂ, ਉਹਨਾਂ FIR
ਜਿਹੜੀਆਂ ਨੇ ਉਹ ਕੌਮੀ ਅਪਰਾਧ ਰਿਕਾਰਡ ਬਿਊਰੋ ਕੋਲ NCRB ਕੋਲ ਪਹੁੰਚਦੀਆਂ ਨੇ ਕਿ ਪੂਰੇ ਦੇਸ਼ ਦੇ ਵਿੱਚ ਕਿਹੜੇ-ਕਿਹੜੇ ਸੂਬੇ ਦੇ ਵਿੱਚ ਕਿੱਦਾਂ ਦਾ ਕ੍ਰਾਈਮ ਵਾਪਰਿਆ, ਚੋਰੀ ਦਾ, ਠੱਗੀ ਦਾ, ਕਤਲ ਦਾ, ਜਬਰ ਜਨਾਹ ਦਾ। ਉਹ ਜਿਹੜਾ ਕੌਮੀ ਰਿਕਾਰਡ ਬਿਊਰੋ ਦੇ ਅੰਕੜੇ ਬਾਰ-ਬਾਰ ਸਾਹਮਣੇ ਆਉਂਦੇ ਨੇ, ਇਹ ਅੰਕੜੇ ਦੇਸ਼ ਦੀ ਰਿਪੋਰਟ ਦੱਸਦੇ ਨੇ ਕਿ ਅਸੀਂ ਖੜੇ ਕਿੱਥੇ ਹਾਂ। ਕਹਿਣ ਨੂੰ ਤਾਂ ਅਸੀਂ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹਾਂ, ਪਰ ਜਿੰਨਾ ਅਧਰਮ ਇੱਥੇ ਹੋ ਰਿਹਾ, ਰਹੇ ਰੱਬ ਦਾ ਨਾਂ। ਸੋ ਛੋਟੀਆਂ-ਛੋਟੀਆਂ ਬੱਚੀਆਂ ਨੂੰ ਕਿਵੇਂ ਧਰਮ ਦੇ ਨਾਂ ਤੇ ਦੇਵਦਾਸੀਆਂ ਬਣਾਇਆ ਜਾਂਦਾ ਹੈ, ਉਹਨਾਂ ਤੋਂ ਨੰਗੇ ਨਾਚ ਕਰਾਏ ਜਾਂਦੇ ਨੇ, ਧਰਮ ਦੇ ਆਧਾਰ ਤੇ ਕਿਵੇਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ, ਇਹ ਨਿੱਤ ਦਿਨ ਦੀਆਂ ਕਹਾਣੀਆਂ ਨੇ। ਪਰ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਜਿਹੜੇ ਸਾਲ 2020 ਦੇ ਅੰਕੜੇ ਨੇ ਨਾ, ਇਹਦੇ 'ਚ ਬਲਾਤਕਾਰਾਂ ਦੀ ਗਿਣਤੀ ਦੇਸ਼ 'ਚ ਵਧੀ ਹੈ। ਜਾਣੀ ਕਿ ਰੋਜ਼ਾਨਾ 77 ਬਲਾਤਕਾਰ ਇੰਡੀਆ 'ਚ ਹੁੰਦੇ ਨੇ। ਇਹ ਤਾਂ ਉਹ ਨੇ ਜਿਹੜੀ FIR ਹੋ ਗਈ। ਜਿਹੜੀਆਂ FIR ਨਹੀਂ ਹੋਈਆਂ, ਮਾਮਲਾ ਰਫਾ ਦਫਾ ਹੋ ਗਿਆ, ਉਹ ਇਸ ਦੇ ਵਿੱਚ ਡਾਟੇ 'ਚ ਨਹੀਂ ਹੈ। ਸਾਲ 2020 ਦੇ ਵਿੱਚ ਹਾਲਾਂਕਿ ਲਾਕਡਾਊਨ ਸੀ, ਬਹੁਤ ਸਾਰੇ ਬੱਚੇ ਬੱਚੀਆਂ ਘਰਾਂ 'ਚ ਵੀ ਰਹੇ ਨੇ, ਪਰ ਫਿਰ ਵੀ ਬਲਾਤਕਾਰ ਦੇ ਮਾਮਲੇ ਵਧੇ ਨੇ। ਨਹੀਂ ਤਾਂ ਤੁਸੀਂ ਆ ਲੁਧਿਆਣੇ ਸਲਮ ਏਰੀਏ ਜਿੱਥੇ ਮਜ਼ਦੂਰ ਬਸਤੀਆਂ ਨੇ, ਉੱਥੇ ਇੰਨੇ ਜਬਰ ਜਨਾਹ ਹੁੰਦੇ ਆ ਕਿਉਂਕਿ ਮਾਪੇ ਜੌਬ ਤੇ ਚਲੇ ਜਾਂਦੇ ਆ, ਛੋਟੀਆਂ ਬੱਚੀਆਂ ਸ਼ਿਕਾਰ ਬਣਦੀਆਂ ਨੇ, ਖਾਸ ਕਰਕੇ ਗਰੀਬ ਦੀਆਂ, ਅਮੀਰ ਦੀਆਂ ਵੀ ਬਣ ਜਾਂਦੀਆਂ ਨੇ ਜਿਹੜੀਆਂ ਇਕੱਲੀਆਂ ਕਾਰੀਆਂ ਹੁੰਦੀਆਂ ਨੇ। ਸੋ ਇਸ ਦੌਰਾਨ ਭਾਰਤ ਦੇ ਵਿੱਚ 28,046 ਮਾਮਲੇ ਬਲਾਤਕਾਰ ਦੇ ਵਾਪਰੇ ਨੇ 2020 ਦੇ ਵਿੱਚ। ਦੇਸ਼ ਦੇ ਵਿੱਚ ਰਾਜਪੂਤਾਂ ਦੀ ਧਰਤੀ ਰਾਜਸਥਾਨ ਕਹੀ ਜਾਂਦੀ ਹੈ, ਜਿੱਥੇ ਸਭ ਤੋਂ ਵੱਧ ਮਾਮਲੇ ਵਾਪਰੇ ਨੇ। ਦੂਜੇ ਨੰਬਰ ਤੇ ਆਇਆ ਉੱਤਰ ਪ੍ਰਦੇਸ਼। ਇਹਨਾਂ ਸੂਤਰਾਂ ਦੇ ਮੁਤਾਬਕ ਜਿਹੜੇ ਮਾਮਲੇ ਦਰਜ ਹੋਏ ਨੇ, ਉਹ ਦਰਜ ਨਹੀਂ ਹੋਏ, ਉਹ ਅਜੇ ਇਹਨਾਂ ਤੋਂ ਵੱਖਰੇ ਨੇ। ਇਸ ਹਿਸਾਬ ਦੇ ਨਾਲ ਦੇਸ਼ 'ਚ ਬਲਾਤਕਾਰਾਂ ਦੀ ਗਿਣਤੀ ਬਹੁਤ ਟੱਪ ਸਕਦੀ ਹੈ। ਤੇ ਇਸ ਦੌਰਾਨ ਜੇ ਭਾਵੇਂ ਪੋਸਕੋ ਵਰਗੇ ਸਖਤ ਕਾਨੂੰਨ ਆਏ, ਜਿਹੜਾ ਦਿੱਲੀ ਦਾਮਨੀ ਕੇਸ ਤੋਂ ਬਾਅਦ, ਉਸ ਤੋਂ ਬਾਅਦ ਹੈਦਰਾਬਾਦ ਕਾਂਡ ਵਾਪਰਿਆ, ਹੋਰ ਕਈ ਕਾਂਡ ਵਾਪਰੇ, ਅਜੇ ਵੀ ਲੋਕਾਂ ਨੂੰ ਡਰ ਭੈ ਨਹੀਂ ਹੈ। ਇੱਕ ਤਾਂ ਇਹਦੇ 'ਚ ਇਹ ਹੈ ਕਿ ਸਮੇਂ ਤੋਂ ਪਹਿਲਾਂ ਜਵਾਨ ਹੋਣਾ ਜਿਹੜਾ ਉਹ ਵੀ ਇਹਦੇ ਵਿੱਚ ਇੱਕ ਕਾਰਨ ਹੈ। ਦੂਸਰਾ, ਸਾਡੇ ਲੋਕਾਂ ਦੀ ਲਾਪਰਵਾਹੀ ਵੀ ਇਹਦੇ 'ਚ ਕਾਰਨ ਹੈ। ਹੁਣ ਹਾਲਾਤ ਇਹ ਬਣ ਗਏ ਨੇ ਕਿ ਰਿਸ਼ਤਿਆਂ ਦੇ ਵਿੱਚ ਵੀ ਭਰੋਸਾ ਨਹੀਂ ਹੈ। ਮਾਫ ਕਰਨਾ, 2-2.5 ਵਰੇ ਪਹਿਲਾਂ ਇੱਕ NRI ਬੱਚੀ ਆਈ 12-15 ਵਰਿਆਂ ਦੀ, ਕਿਉਂਕਿ NRI ਬੱਚੇ ਹੈਲਦੀ ਹੁੰਦੇ ਨੇ, ਸਮੇਂ ਤੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਹਾਲਾਂਕਿ ਉਹਨਾਂ ਨੂੰ ਬਹੁਤੇ ਸਿਸਟਮ ਦਾ ਪਤਾ ਨਹੀਂ ਹੁੰਦਾ। ਉਹ ਆਈ ਤੇ ਇੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਆਪਣੇ ਹੇਠਾਂ ਦੇਖ ਲਓ ਮਿਲਣ ਲੱਗ ਗਈਆਂ ਬੁੜੀਆਂ ਆਪਸ 'ਚ, ਤੇ ਉਹ ਦੋਨੇ ਬੱਚੇ ਉੱਪਰ ਚੁਆਰੇ ਚਲੇ ਗਏ। ਤੇ ਉੱਥੇ ਦੂਰ ਦੀ ਰਿਸ਼ਤੇਦਾਰੀ 'ਚੋਂ ਆਏ ਇੱਕ ਰਿਸ਼ਤੇਦਾਰ ਨੇ ਉਹਦੇ ਨਾਲ ਰੇਪ ਕੀਤਾ ਤੇ ਬੱਚੀ ਉਹਨੂੰ ਸਦਮੇ 'ਚ ਲੈ ਗਈ। ਬਾਹਰ ਜਦੋਂ ਫਿਰ ਉੱਥੋਂ ਕੈਨੇਡਾ ਵਾਪਸ ਗਈ, ਉਹ ਸਕੂਲ 'ਚ ਗੁੰਮਸੁੰਮ ਰਹੇ ਕਿਉਂਕਿ ਬਹੁਤ ਵੱਡਾ ਸੱਟਬੈਕ ਹੁੰਦਾ। ਤੇ ਫਿਰ ਉਹਨੇ ਟੀਚਰ ਨੇ ਦੱਸਿਆ, ਉਹਨੇ ਬੱਚੀ ਨੂੰ, ਕਿਉਂਕਿ ਬਾਹਰ ਟੀਚਰ ਖੁੱਲ ਜਾਂਦੇ ਆਪਸ 'ਚ, ਕਿ ਮੇਰੇ ਨਾਲ ਇਦਾਂ ਵਾਪਰਿਆ, ਮੈਂ ਇੰਡੀਆ ਗਈ ਸੀ ਤੇ ਮੇਰੇ ਨਾਲ ਇਦਾਂ ਵਾਪਰਿਆ। ਉਹਨੇ ਮਾਪਿਆਂ ਨੂੰ ਦੱਸਿਆ, ਮਾਪਿਆਂ ਨੇ ਪੁਣਛਾਣ ਕੀਤੀ। ਇਹਨਾਂ ਨੂੰ ਵੀ ਛੱਡੋ ਕਿ ਰਿਸ਼ਤਿਆਂ 'ਚ ਮਾਝੇ ਦੀ ਇੱਕ ਖਬਰ ਸੀ 1.5-2 ਸਾਲ ਪੁਰਾਣੀ, ਇੱਕ ਲੜਕੀ ਆਪਣੇ ਨਾਨਕੇ ਘਰ ਗਈ ਤੇ ਉਹ ਨਾਨਕੇ ਘਰ ਗਈ, ਬੱਚੀ ਦਾ ਕਤਲ ਹੋ ਗਿਆ। ਵਾਪਰਿਆ ਇਸ ਤਰ੍ਹਾਂ ਕਿ ਉਸ ਬੱਚੀ ਨੂੰ ਉਸ ਦੇ ਸਕੇ ਮਾਮੇ ਨੇ, ਜਿਹੜਾ 12ਵੀਂ ਜਮਾਤ ਵਿੱਚ ਪੜ੍ਹਦਾ ਸੀ, ਉਸ ਬੱਚੀ ਨੂੰ ਵਰਗਲਾ ਕੇ ਖੇਤਾਂ 'ਚ ਲਿਜਾ ਕੇ ਉਹਦੇ ਨਾਲ ਜਬਰ ਜਨਾਹ ਕੀਤਾ। ਉਸ ਤੋਂ ਬਾਅਦ ਉਹ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਦਬਾ ਦਿੱਤਾ ਜਾਂਦਾ ਹੈ। ਫਿਰ ਕਿਤੇ ਗੱਲ ਨਿਕਲੀ ਤਾਂ ਲੜਕੀ ਦੇ ਪਿਓ ਨੇ ਮਾਮਲਾ ਚੱਕਿਆ, ਇੱਥੋਂ ਤੱਕ ਕਿ ਨਾਨੀ ਨੇ ਆਪਣੀ ਦੋਹਤੀ ਨਾਲ ਹੋਏ ਬਲਾਤਕਾਰ ਨੂੰ ਦਬਾਇਆ ਕਿਉਂਕਿ ਉਹਦੇ 'ਚ ਆਪਣਾ ਪੁੱਤਰ ਫਸਦਾ ਸੀ। ਉਸ ਮਾਮਲੇ ਨੂੰ ਫਿਰ ਪਿਓ ਨੇ ਚੱਕਿਆ ਜਿਸ ਦੀ ਬੇਟੀ ਨਾਲ ਜਬਰ ਜਨਾਹ ਵਾਪਰਿਆ। ਸੋ ਇਸ ਕਰਕੇ ਉਹ ਰਿਸ਼ਤਿਆਂ 'ਚ ਵੀ ਐਡਾ ਘਾਣ ਆ ਗਿਆ। ਅੱਗੇ ਜਿਹੜਾ ਹੁੰਦਾ ਸੀ ਕਿ ਰਿਸ਼ਤਿਆਂ ਦੀ ਕੋਈ ਮਰਿਆਦਾ ਹੁੰਦਾ ਸੀ, ਵੈਸੇ ਪਹਿਲਾਂ ਵੀ ਇਹ ਚੀਜ਼ਾਂ ਕਿਤੇ ਚੱਲਦੀਆਂ ਸੀ। ਜਿਹਦਾ ਮਾਨਕ ਸਾਹਿਬ ਨੇ ਗੀਤ ਵੀ ਗਾਇਆ, ਐਵੇਂ ਤਾਂ ਕੋਈ ਗਾ ਨਹੀਂ ਸਕਦਾ, ਕੱਪੜੇ ਪਾੜ ਦੇਣਗੇ, ਕਿ ਉਹ ਵਕਤ ਬੜਾ ਹੀ ਦੂਰ ਗਿਆ ਜਦੋਂ ਪੱਗ ਵਟਾਈ ਜਾਂਦੀ ਸੀ, ਯਾਰੀ ਦੀਆਂ ਕਸਮਾਂ ਰੱਖਣ ਲਈ ਜਿੰਦ ਜਾਨ ਲਟਾਈ ਜਾਂਦੀ ਸੀ। ਹੁਣ ਰੱਖੜੀ ਆੜ ਮੁਹੱਬਤ ਦੀ ਦਸਤੂਰ ਬਦਲ ਕੇ ਜਗਦੇ ਨੇ, ਮੂੰਹੋਂ ਮੋਮ ਤੇ ਦਿਲੋਂ ਦਿਲ ਦੇ ਕਾਫਰੇ, ਗੰਗਾ ਦੇ ਪੰਡਤ ਠੱਗਦੇ ਨੇ। ਸੋ ਇਹ ਵਰਤਾਰਾ ਜਿਹੜਾ ਵਾਪਰ ਰਿਹਾ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਮਨੁੱਖੀ ਸੁਭਾਅ, ਸਾਡੀ ਸੋਚ ਦੇ ਵਿੱਚ ਆਈਆਂ ਤਬਦੀਲੀਆਂ, ਮੀਡੀਆ ਦੇ ਵਿੱਚ ਆਈ ਕਚਕਰੜਤਾ, ਜਾਂ ਖਾਸ ਕਰਕੇ ਮਾਪਿਆਂ ਦੁਆਰਾ ਵੀ ਬੰਦਸ਼ਾਂ ਨਾ ਰੱਖਣੀਆਂ, ਆਪਣੀ ਨਿੱਜੀ ਲਾਈਫ ਦੀਆਂ ਬੱਚਿਆਂ ਦੇ ਸਾਹਮਣੇ ਗੁਰੇਜ਼ ਕਰਨਾ। ਅੱਗੇ ਸਾਡਾ ਸਦਾਚਾਰ ਸੀ ਕਿ ਔਰਤ ਜਦੋਂ ਪੈਰ ਭਾਰੀ ਹੁੰਦੇ ਸੀ ਤਾਂ ਉਹਨੂੰ ਪੇਕੇ ਛੱਡ ਦਿੰਦੇ ਸੀਗੇ। ਹੁਣ 9ਵੇਂ 8ਵੇਂ ਮੰਥ ਤੱਕ ਹਸਬੈਂਡ ਵਾਈਫ ਦੇ ਰਿਸ਼ਤੇ ਬਣਦੇ ਰਹਿੰਦੇ ਨੇ।
ਉਹਦਾ ਕਿਤੇ ਨਾ ਕਿਤੇ ਅਸਰ ਬੱਚਿਆਂ ਤੇ ਪੈਂਦਾ, ਜਿਹੜਾ ਬੱਚਾ ਗਰਭ 'ਚ ਪਲ ਰਿਹਾ। ਇਹ ਤਾਂ ਸਾਇੰਸ ਨੇ ਸਿੱਧ ਕਰ ਦਿੱਤਾ। ਹਾਲਾਂਕਿ ਪਹਿਲਾਂ ਮਹਾਭਾਰਤ ਜਾਂ ਹੋਰ ਕਨਸੈਪਟ ਵੀ ਆਉਂਦੇ ਨੇ ਕਿ ਉਹ ਜਿਹੜਾ ਅੰਧੇ ਕਿਉਂ ਸੀਗੇ ਉਹ ਦੁਰਯੋਧਨ ਦੂਸਰੇ। ਸੋ ਇਸ ਕਰਕੇ ਇਹ ਚੀਜ਼ਾਂ ਸਾਇੰਟੀਫਿਕ ਵੀ ਨੇ, ਇਹ ਚੀਜ਼ਾਂ ਭਾਵੇਂ ਮਿਥਿਹਾਸ ਨੇ। ਇਹ ਜਿਸ ਤਰ੍ਹਾਂ ਹੁਣ ਦੇਸ਼ ਦੇ ਵਿੱਚ ਇੰਨੇ ਸਖਤ ਕਾਨੂੰਨ ਦੇ ਬਾਵਜੂਦ ਵੀ ਐਵਰੇਜ 77 ਮਾਮਲੇ ਰੋਜ਼ ਬਲਾਤਕਾਰ ਦੇ ਭਾਰਤ 'ਚ ਵਾਪਰੇ ਨੇ। ਰਾਜਸਥਾਨ ਤੇ ਯੂਪੀ, ਚਲੋ ਰਾਜਸਥਾਨ ਤਾਂ ਕਹਿ ਦੇਣਗੇ ਕਾਂਗਰਸ ਦੀ ਸਰਕਾਰ ਹੈ, ਪਰ ਯੂਪੀ ਤਾਂ ਧਰਮ ਕਰਮ ਦੀ ਸਰਕਾਰ ਹੈ। ਜੇ ਯੋਗੀ ਦੇ ਰਾਜ 'ਚ ਵੀ ਇਹ ਕੁਝ ਵਾਪਰ ਰਿਹਾ ਤਾਂ ਜ਼ਿੰਮੇਵਾਰ ਕੌਣ? ਜੀ ਸੁਰਿੰਦਰ। ਮੈਂ ਨਾ ਇਹਨੂੰ ਕਈ ਪੱਖਾਂ ਤੋਂ ਲਵਾਂਗਾ। ਇੱਕ ਤੇ ਆ ਕਿ ਤੁਹਾਡਾ ਨਾ ਪਰਿਵਾਰਕ ਰਿਸ਼ਤਿਆਂ ਦੀ ਗੱਲ ਆ। ਦੇਖੋ ਬਹੁਤ ਸਾਰੇ ਫਰਕ ਪਏ, ਬਹੁਤ ਕੁਝ ਪਹਿਲਾਂ ਵੀ ਚੱਲਦਾ ਸੀ ਤੇ ਅੱਜ ਵੀ ਚੱਲਦਾ। ਠੀਕ ਹੈ, ਪਹਿਲਾਂ ਕੁਝ ਰਿਸ਼ਤੇ ਸੀ ਜਿਹਦੇ 'ਚ ਮਾਮੇ, ਭੂਆ ਤੇ ਮਾਸੀ, ਇਹ 3 ਰਿਸ਼ਤੇ ਜਿਹੜੇ ਇਹਨਾਂ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਸੀ। ਪਰ ਵਾਪਰਦਾ ਉੱਥੇ ਵੀ ਬਹੁਤ ਕੁਝ ਸੀਗਾ। ਆਪਾਂ ਜੇ ਅੱਜ ਤੋਂ 50, 60, 70 ਸਾਲ ਪਹਿਲਾਂ ਦੀ ਗੱਲ ਕਰ ਲਈਏ, ਵਾਪਰ ਉੱਥੇ ਵੀ ਬਹੁਤ ਕੁਝ ਜਾਂਦਾ ਸੀ, ਪਰ ਇੰਨਾ ਨਹੀਂ ਸੀ ਜਿੰਨਾ ਅੱਜ ਹੈ। ਅੱਜ ਤੁਸੀਂ ਕਿਤੇ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ। ਹਰ ਵਿਅਕਤੀ ਡਰਦਾ ਹੈ। ਠੀਕ ਹੈ, ਹਰ ਵਿਅਕਤੀ ਨੂੰ ਇਹੀ ਡਰ ਹੁੰਦਾ ਕਿ ਮੈਂ ਭਾਵੇਂ ਰਿਸ਼ਤੇ 'ਚ ਭੇਜ ਦਿਆਂ, ਪਰ ਇਹ ਹੈ ਕਿ ਕੋਈ ਅਣਹੋਣੀ ਨਾ ਵਾਪਰ ਜਾਵੇ। ਪਹਿਲਾਂ ਜੇ ਹੁੰਦਾ ਸੀ ਤੇ ਉਹ ਮਸਲੇ ਨੂੰ ਜ਼ਿਆਦਾਤਰ ਪਰਿਵਾਰ ਦੇ ਅੰਦਰ ਹੀ ਦਬਾ ਲਿਆ ਜਾਂਦਾ ਸੀ। ਹੁਣ ਕੀ ਹੋਇਆ? ਹੁਣ ਇੱਕ ਤਾਂ ਸਮੱਸਿਆ ਖੜੀ ਹੋ ਗਈ। ਕੋਈ ਯੁੱਗ ਸੀ, ਕਿਸੇ ਦੇ ਘਰੇ ਅਖਬਾਰ ਨਹੀਂ, ਕੋਈ ਕੁਛ ਨਹੀਂ, ਇੱਕ ਰੇਡੀਓ ਤੱਕ ਕੰਮ ਚੱਲਦਾ ਸੀ। ਉਹਦੇ ਤੇ ਜੇ ਚੱਲ ਗਿਆ ਚੱਲ ਗਿਆ, ਨਹੀਂ ਚੱਲ ਗਿਆ ਤਾਂ ਨਾ ਚੱਲ ਗਿਆ। ਉਸ ਤੋਂ ਬਾਅਦ ਹੌਲੀ ਹੌਲੀ ਕੰਮ ਵੱਧਦਾ ਟੀਵੀ ਵੱਲ, ਤੇ ਟੀਵੀ ਤੋਂ ਚੱਲਦਾ ਚੱਲਦਾ ਕੰਪਿਊਟਰ ਤੇ ਲੈਪਟਾਪ ਤੇ ਮੋਬਾਈਲ ਹੱਥ 'ਚ ਬੜਾ ਕੁਛ ਆ ਗਿਆ। ਠੀਕ ਹੈ, ਅੱਜ ਹਰ ਵਿਅਕਤੀ ਦੇ ਹੱਥ 'ਚ ਮੋਬਾਈਲ ਪਿਆ। ਇਹਨਾਂ ਚੀਜ਼ਾਂ ਨੇ ਵੀ ਬਹੁਤ ਕੁਛ ਵਾਧਾ ਜਿਹੜਾ ਉਹ ਹਰ ਬੰਦੇ ਨੂੰ, ਇਹਦੇ 'ਚ ਕੋਈ ਦੋ ਰਾਏ ਨਹੀਂ ਸੀ। ਨੈਟ ਹੱਥ 'ਚ ਆਇਆ, ਚਾਹੀਦਾ ਇਹ ਸੀ ਉਹਦੇ ਤੋਂ ਇਨਫੋਰਮੇਸ਼ਨ ਜਿਹੜੀ ਚੰਗੀ ਸੀ ਉਹ ਕਲੈਕਟ ਕੀਤੀ ਜਾਂਦੀ ਤੇ ਬਾਕੀ ਸਭ ਕੁਝ ਛੱਡ ਦਿੱਤਾ ਜਾਂਦਾ। ਪਰ ਸਾਡੇ ਕੰਟਰੀ ਦੀ ਇਹ ਬਦਕਿਸਮਤੀ, ਚੰਗਾ ਜਿਹੜਾ ਸੀ ਉਹ ਕੁਛ ਵੀ ਉਹਦੇ 'ਚੋਂ ਗ੍ਰਹਿਣ ਨਹੀਂ ਕੀਤਾ ਗਿਆ। ਜੋ ਕੁਛ ਗੰਦ ਸੀ ਉਹ ਸਾਰਾ ਕੁਛ ਆਪਣੇ ਅੰਦਰ ਵੀ ਧੱਕ ਲਿਆ ਤੇ ਸਿਰ 'ਚ ਵੀ ਪਾ ਲਿਆ। ਇਹ ਸਾਡੀ ਬਦਕਿਸਮਤੀ ਆ। ਅਸੀਂ ਜਿਨ੍ਹਾਂ ਦੀ ਰੀਸ ਕਰਦੇ ਆ ਉਹ ਲੋਕ ਸਾਡੇ ਤੋਂ 1000 ਸਾਲ ਅੱਗੇ ਨੇ। ਇਸ ਕਰਕੇ ਅਸੀਂ ਮਾਰ ਖਾ ਰਹੇ ਹਾਂ। ਔਰ ਰਹਿ ਗਿਆ ਗੱਲ ਅੱਜ ਦੀ। ਅੱਜ ਇਹ ਸਾਰਾ ਕੁਝ ਇਸ ਕਰਕੇ ਉਜਾਗਰ ਹੋ ਰਿਹਾ ਕਿ ਕੁਝ ਲੋਕ ਹੁਣ ਖੁੱਲ ਚੁੱਕੇ ਨੇ। ਹਰ ਗੱਲ ਜਿਹੜੀ ਆ ਉਹ ਜਗ ਜ਼ਾਹਰ ਹੋ ਜਾਂਦੀ ਆ। ਮੀਡੀਆ ਮਿੰਟਾਂ ਸਕਿੰਟਾਂ 'ਚ ਚੱਕ ਲੈਂਦਾ। ਪਹਿਲਾਂ ਚੱਕਣ ਵਾਲਾ ਕੋਈ ਨਹੀਂ ਸੀ। ਜਿੱਥੇ ਕੋਈ ਨੱਪੀ ਗਈ ਪਈ ਰਹਿ ਗਈ ਆ। ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਦੱਸਣਾ ਨਹੀਂ। ਜੇ ਪਰਿਵਾਰ 'ਚ ਆ ਤਾਂ ਵਾ, ਜੇ ਸਮਾਜ 'ਚ ਆ ਉੱਥੋਂ ਤੱਕ ਸੀਮਤ ਹੋ ਜਾਂਦੀ ਸੀ। ਹੁਣ ਤਾਂ ਤੁਸੀਂ ਦੇਖੋ ਕਿ ਇੱਕ ਵਾਰ ਮਾੜਾ ਜਿਹਾ ਕਿਤੇ ਸੋਸ਼ਲ ਮੀਡੀਆ ਤੇ ਪਿਆ, ਪੂਰੇ ਵਰਲਡ 'ਚ ਘੁੰਮ ਜਾਣਾ ਨਾਲ ਦੀ ਨਾਲ ਹੀ। ਠੀਕ ਹੈ, ਹੁਣ ਰਹਿ ਗਈ ਗੱਲ ਸਰਕਾਰਾਂ ਦੀ। ਨਾ ਕੋਈ ਰਾਮ ਰਾਜ ਆ ਤੇ ਨਾ ਕੁਛ ਹੋਰ ਆ। ਇਹ ਸਾਰੇ ਸਟੰਟ ਨੇ। ਪਹਿਲੀ ਗੱਲ ਤੇ ਜਿਹੜੇ ਰਾਮ ਰਾਜ ਦੀ ਗੱਲ ਕਰਦੇ ਆ ਉਹ ਕਿੰਨੇ ਕੁ ਪਾਕ ਪਵਿੱਤਰ ਨੇ। ਪਹਿਲੇ ਸਵਾਲ ਤਾਂ ਉਹਨਾਂ ਦੇ ਉੱਤੇ ਖੜਾ ਹੁੰਦਾ ਨਾ ਆ ਕੇ। ਜੇ ਤੇ ਬੜੇ ਦੁੱਧ ਧੋਤੇ ਹੋਣ ਫਿਰ ਤਾਂ ਉਹਨਾਂ ਤੋਂ ਕੋਈ ਆਸ ਰੱਖੀ ਜਾ ਸਕਦੀ ਆ। ਤੁਸੀਂ ਕਿਤੇ ਘੱਟੋ ਘੱਟ ਕ੍ਰਾਈਮ ਰੇਟ ਦੇਖ ਲਓ ਕਿ ਹਾਲਾਤ ਕੀ ਹੈ, ਕਿ ਚਾਹੇ ਉਹ MLA ਨੇ, ਚਾਹੇ ਮੈਂਬਰ ਪਾਰਲੀਮੈਂਟ ਨੇ, ਭਾਵੇਂ ਉਹ ਲੋਕ ਸਭਾ 'ਚ ਚਾਹੇ ਰਾਜ ਸਭਾ 'ਚ ਆ, ਉਹਦੇ 'ਚ ਦੇਖ ਤੇ ਲਾਓ ਨਾ ਬਗੈਰ ਕੇਸਾਂ ਤੋਂ ਕਿੰਨੇ ਨੇ। ਮਤਲਬ ਇਹ ਨਾ ਦੇਖੋ ਕਿ ਉਹਦੇ 'ਚ ਕ੍ਰਿਮੀਨਲ ਕਿੰਨੇ ਨੇ। ਕ੍ਰਿਮੀਨਲ ਨੂੰ ਛੱਡ ਦਿਓ, ਤੁਸੀਂ ਇਹ ਦੇਖੋ ਕਿ ਬਗੈਰ ਕੇਸ ਤੋਂ ਕਿੰਨੇ ਨੇ। ਕੀ 5% ਹੈਗੇ ਆ ਜਿਨ੍ਹਾਂ ਤੇ ਕਦੀ ਕੇਸ ਦਰਜ ਨਹੀਂ ਹੋਇਆ, ਕਿਸੇ ਵੀ ਕਿਸਮ ਦਾ ਨਾ ਹੋਇਆ ਹੋਵੇ। ਇਸ ਕਰਕੇ ਇਹ ਆ ਕਿ ਇਹਨਾਂ ਲੋਕਾਂ ਤੋਂ ਆਸ ਰੱਖਣੀ ਇਹ ਬੜੀ ਔਖੀ ਆ। ਖਾਸ ਕਰ ਜਿਹੜੀ ਮੌਜੂਦਾ ਸਰਕਾਰ, ਇਸ ਤੋਂ ਤਾਂ ਰੱਖੀ ਹੋਈ ਨਹੀਂ ਜਾ ਸਕਦੀ, ਭਾਵੇਂ ਕੇਂਦਰ 'ਚ ਹੋਵੇ ਭਾਵੇਂ ਸਟੇਟਾਂ 'ਚ ਹੋਵੇ। ਠੀਕ ਹੈ ਨਾ। ਇਹਨਾਂ ਨੇ ਹਰ ਗੱਲ ਨੂੰ ਜਿਹੜੀ ਆ ਉਹ ਪੁੱਠੇ ਤਰੀਕੇ ਨਾਲ ਲੈਣਾ। ਹਰ ਗੱਲ ਨੂੰ ਆਪਣੇ ਅੰਦਾਜ਼ ਦੇ ਵਿੱਚ ਧਰਮ ਦੀ ਰਾਜਨੀਤੀ ਜਿਹੜੀ ਉਹਨੂੰ ਮੋਹਰੇ ਰੱਖਣਾ, ਫੰਦਾ ਬਣਾਉਣਾ। ਜਿਹੜਾ ਕੁਝ ਇਹਨਾਂ ਨੇ ਕੁਕਰਮ ਕਰਨੇ ਆ ਉਹਨਾਂ ਨੂੰ ਇਹਨਾਂ ਨੇ ਕੀ ਕਹਿੰਦੇ ਹੁੰਦੇ ਆ ਵੀ ਕਦੀ ਜਗ ਜ਼ਾਹਰ ਇਹਨਾਂ ਨੇ ਕੋਈ ਸੋਚਣਾ ਕਿ ਇਹ ਜਗ ਜ਼ਾਹਰ ਹੀ ਨਾ ਹੋਣ, ਨਾ ਉਹਦੇ ਤੇ ਇਹਨਾਂ ਨੇ ਕਦੀ ਜਵਾਬ ਦੇਣਾ। ਇਹਨਾਂ ਨੇ ਹਰ ਪੰਨੇ ਪੁੱਠੀ ਰਾਜਨੀਤੀ ਜਿਹੜੀ ਉਹ ਚਲਾਉਣੀ ਆ ਤੇ ਚਲਾ ਕੇ ਇਹਨਾਂ ਨੂੰ ਇੱਕ ਹੁੰਦਾ ਕਿ ਸੱਤਾ 'ਚ ਵਾਪਸੀ ਕਿੱਦਾਂ ਹੁੰਦੀ ਆ। ਸੱਤਾ ਦੀ ਵਾਪਸੀ ਤੱਕ ਸਵਾਲ ਆ। ਬਾਕੀ ਐਵੇਂ ਹੁਣ ਰਾਮ ਰਾਜ ਕਹਿ ਲਓ, ਜੋ ਮਰਜੀ ਇਹਨੂੰ ਨਾਮ ਦੇਈ ਜਾਓ, ਕਿਹੜੇ ਰਾਮ ਰਾਜ ਨੇ? ਨਾ ਰਾਮ ਰਾਜ ਆਇਆ ਨਾ ਆਉਣਾ। ਠੀਕ ਹੈ ਨਾ। ਹਰ ਬੰਦਾ ਜਿਹੜਾ ਉਹ ਆਪਣੀ ਆਪ ਜਗ੍ਹਾ ਤੇ ਸਕੋਰ ਨਹੀਂ ਹੈ। ਜਦੋਂ ਬੰਦਾ ਸੇਫ ਹੀ ਨਹੀਂ ਖੜਾ ਤੇ ਫਿਰ ਤੁਸੀਂ ਕਰੋਗੇ ਕੀ? ਰਹਿ ਗਈ ਗੱਲ
ਐਜੂਕੇਸ਼ਨ ਦੀ। ਐਜੂਕੇਸ਼ਨ ਹਰ ਇੱਕ ਲਈ ਜ਼ਰੂਰੀ ਆ। ਐਜੂਕੇਸ਼ਨ ਜ਼ਰੂਰੀ ਆ ਤੇ ਜ਼ਰੂਰੀ ਦਾ ਐਲਾਨ ਵੀ ਸਰਕਾਰਾਂ ਕਰਦੀਆਂ ਨੇ, ਪਰ ਦਿੱਤੀ ਕਿੰਨਿਆਂ ਨੂੰ ਜਾਂਦੀ ਆ? ਜਿਹੜੇ ਐਜੂਕੇਸ਼ਨ ਲਈ ਜਾਂਦੇ ਉਹਨਾਂ ਨਾਲ ਹੁੰਦਾ ਕੀ ਕੁਛ ਆ? ਸਕੂਲਾਂ 'ਚ ਕੀ ਕੁਛ ਹੁੰਦਾ, ਕਾਲਜਾਂ 'ਚ ਕੀ ਕੁਛ ਹੁੰਦਾ ਤੇ ਯੂਨੀਵਰਸਿਟੀਆਂ 'ਚ ਕੀ ਕੁਛ ਹੁੰਦਾ? ਤਾਂ ਅਧਿਆਪਕ ਕਿੰਨੇ ਪਰਸੈਂਟ ਇਨਵੋਲਵ ਨੇ ਉਹ ਵੀ ਤਾਂ ਅਸੀਂ ਕਿਤੇ ਝਾਤੀ ਮਾਰ ਲਈਏ। ਇਸ ਕਰਕੇ ਸਮਾਜ ਸਾਡਾ ਜਿਹੜਾ ਉਹ ਇੰਨਾ ਕੋ ਗਰਕ ਚੁੱਕਿਆ, ਇਹਨੂੰ ਜੇ ਇਹਦੇ ਤੋਂ ਬਹੁਤੀ ਵੱਡੀ ਆਸ ਰੱਖੀ ਉਹ ਨਹੀਂ ਰੱਖੀ ਜਾ ਸਕਦੀ। ਅਸੀਂ ਮੈਂ ਕਹਿੰਦਾ ਜਿੰਨੇ ਮਰਜ਼ੀ ਤੁਸੀਂ ਚੁਰਾਹੇ 'ਚ ਖੜੇ ਕਰਕੇ ਫਾਂਸੀ ਲਾਉਣੀ ਸ਼ੁਰੂ ਕਰ ਦਿਓ ਕਿ ਜਿਹੜੇ ਨੇ ਕੋਈ ਕਰਮ ਕੀਤਾ ਉਹਨੂੰ ਫਾਂਸੀ ਲੱਗੇਗੀ, ਗੱਲ ਖਤਮ, ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ, ਡਿਕਟੇਟਰਸ਼ਿਪ ਕਰ ਦਿਓ, ਇੱਥੇ ਸੁਧਾਰ ਤਦ ਵੀ ਨਹੀਂ ਹੋਣਾ। ਕਿਉਂਕਿ ਸਾਡਾ ਦਿਮਾਗ ਜਿਹੜਾ ਉਹ ਜਿਸ ਬੰਨੇ ਨੂੰ ਚੱਲ ਚੁੱਕਿਆ ਉੱਥੋਂ ਰੋਕਣਾ ਬੜਾ ਮੁਸ਼ਕਲ ਆ। ਅਸੀਂ ਕੁਝ ਬੰਦਸ਼ਾਂ ਅਜਿਹੀਆਂ ਲਾਈਆਂ ਹੋਈਆਂ ਜਿਹੜੀਆਂ ਲਾਉਣੀਆਂ ਨਹੀਂ ਸੀ ਚਾਹੀਦੀਆਂ। ਉਹਨਾਂ ਬੰਦਸ਼ਾਂ ਦੀ ਬਦੌਲਤ ਵੀ ਬਹੁਤ ਕੁਝ ਵਾਪਰ ਰਿਹਾ, ਧਰਮ ਦੀ ਆੜ 'ਚ ਵੀ ਬਹੁਤ ਕੁਝ ਵਾਪਰ ਰਿਹਾ, ਰਿਸ਼ਤੇਦਾਰੀਆਂ ਦੀ ਆੜ ਦੇ ਵਿੱਚ ਵੀ ਬਹੁਤ ਕੁਝ ਵਾਪਰ ਰਿਹਾ, ਜਿਹੜੇ ਪਰਿਵਾਰਕ ਰਿਸ਼ਤੇ ਸੀ ਉਹਨਾਂ ਦੀ ਆੜ 'ਚ ਵੀ ਬਹੁਤ ਕੁਝ ਵਾਪਰ ਰਿਹਾ। ਆਪਾਂ ਕਿੰਨਾ ਕੁਝ ਇਸ ਦੁਨੀਆ ਦੇ ਵਿੱਚ ਘੱਟੋ ਘੱਟ ਆਪਣੇ ਸਰਕਲਾਂ 'ਚ ਆਪਾਂ ਦੇਖ ਚੁੱਕੇ ਹਾਂ। ਇਸ ਕਰਕੇ ਕੱਲੇ ਉੱਤਰ ਪ੍ਰਦੇਸ਼ ਨੂੰ ਮੇਰੇ ਹਿਸਾਬ ਨਾਲ ਰੋਈਏ, ਕੱਲੇ ਮੱਧ ਪ੍ਰਦੇਸ਼ ਨੂੰ ਰੋਈਏ, ਰਾਜਸਥਾਨ ਨੂੰ, ਇਹ ਸਾਰੀ ਜਗ੍ਹਾ ਤੇ ਹੀ ਤਾਣਾ ਬਾਣਾ ਹੀ ਪੂਰੇ ਦਾ ਪੂਰਾ ਉਲਝ ਚੁੱਕਿਆ ਹੋਇਆ। ਹਾਂ, ਸਰਕਾਰਾਂ ਦੀ ਅੰਦਲੈਕੀ ਆ ਕਿ ਸਰਕਾਰਾਂ ਨੇ ਕਦੀ ਵੀ ਖਿੜੇ ਮੱਥੇ ਜਿਹੜਾ ਉਹਨੂੰ ਅਸੈਪਟ ਨਹੀਂ ਕੀਤਾ ਕਿ ਸਾਡੇ ਰਾਜ ਦੇ ਵਿੱਚ ਆਹ ਕੁਝ ਵਾਪਰ ਗਿਆ, ਮੈਂ ਇਹਦੀ ਜ਼ਿੰਮੇਵਾਰੀ ਲੈਣਾ ਕਿ ਮੇਰੀ ਨਲਾਇਕੀ ਕਰਕੇ ਵਾਪਰਿਆ। ਕਦੀ ਵੀ ਕੋਈ ਸਰਕਾਰ ਨਹੀਂ, ਜਿਹੜੀ ਨੂੰ ਮਰਜ਼ੀ ਛੇੜ ਲਓ, ਤੁਸੀਂ ਜੋਗੀ ਨੂੰ ਛੇੜ ਲਓ, ਤੁਸੀਂ ਮੋਦੀ ਨੂੰ ਛੇੜ ਲਓ, ਤੁਸੀਂ ਸ਼ਾਹ ਨੂੰ ਛੇੜ ਲਓ, ਜਿਹੜੇ ਨੂੰ ਮਰਜ਼ੀ ਛੇੜ ਲਓ, ਸਭ ਫਨੀਅਰ ਨੇ ਇੱਕ ਦੇ ਬਾਅਦ ਇੱਕ। ਕਿਸੇ ਨੇ ਨਹੀਂ ਮੰਨਣਾ, ਨਾ ਕਿਸੇ ਨੇ ਕਹਿਣਾ ਕਿ ਸਾਡਾ ਕਰਕੇ ਹੋਇਆ। ਜੇ ਪੰਜਾਬ ਦੀ ਸਥਿਤੀ ਵੇਖੀ ਜਾਵੇ, ਸਿਮਰਜੀਤ ਬੈਂਸ ਹੋਰਾਂ ਤੇ ਵੀ ਇਸ ਤਰ੍ਹਾਂ ਦਾ ਮਾਮਲਾ ਚਰਚਿਤ ਹੈ। ਰਾਤ ਵੀ ਸੀ ਕਿ ਰੇਡ ਹੋਈ ਹੈ, ਅਰੈਸਟ ਹੋਏ ਨੇ। ਇਹ ਠੀਕ ਹੈ ਕਿ ਜਿਹੜੇ ਉਹ ਔਰਤ ਨੇ ਦੋਸ਼ ਲਾਇਆ ਸੀ ਕਿ ਇਸ ਰੂਮ 'ਚ ਮੈਨੂੰ ਲਿਜਾ ਕੇ ਇਸ ਤਰ੍ਹਾਂ ਕਿਹਾ ਗਿਆ, ਭਾਬੀ ਨਾਂ ਦੇ ਤੌਰ ਤੇ ਚਰਚਿਤ ਉਹ ਔਰਤ, ਤੇ ਉਸ ਦੇ ਲਗਾਤਾਰ ਬਲਾਤਕਾਰ ਦੇ ਦੋਸ਼ ਹੈ ਜਿਹੜੇ ਬੈਂਸ ਬ੍ਰਦਰ ਤੇ ਲੱਗੇ ਨੇ। ਇਸੇ ਤਰ੍ਹਾਂ ਲੋਕ ਜਨ ਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਨੇ ਪ੍ਰਿੰਸ ਰਾਜ, ਉਹਦੇ ਉੱਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਹੋਇਆ, ਜੋ ਸਮਸਤੀਪੁਰ ਤੋਂ MP ਹੈ, ਬਿਹਾਰ ਦੇ ਸਮਸਤੀਪੁਰ ਤੋਂ MP ਹੈ, ਤੇ 2020 ਦੇ ਵਿੱਚ ਇਹ ਜਬਰ ਜਨਾਹ ਹੋਇਆ ਸੀ। ਸੋ ਇਸ ਸੰਬੰਧੀ 9 ਸਤੰਬਰ ਨੂੰ ਅਦਾਲਤ ਦੇ ਹੁਕਮ ਆਏ ਸੀ। ਸੋ ਦਿੱਲੀ ਕਨਾਟ ਪਲੇਸ ਥਾਣੇ ਨੇ ਇਸ ਮੁਤਲਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਕਿ ਇੱਕ ਵਰਕਰ ਨਾਲ ਜਿਹੜਾ ਉਸਨੇ ਇਸ ਤਰ੍ਹਾਂ ਦਾ ਜਬਰ ਜਨਾਹ ਕੀਤਾ। ਕਾਬਲੇ ਜ਼ਿਕਰ ਹੈ ਕਿ ਪ੍ਰਿੰਸ ਰਾਜ LJP ਦੇ ਆਗੂ ਚਿਰਾਗ ਪਾਸਵਾਨ ਦਾ ਰਿਸ਼ਤੇ 'ਚੋਂ ਭਰਾ ਲੱਗਦਾ। ਚਿਰਾਗ ਦਾ ਨਾਂ ਵੀ FIR ਦੇ ਵਿੱਚ ਪਾ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਚਿਰਾਗ ਨੇ ਉਸ ਦੀ ਸ਼ਿਕਾਇਤ ਨਾ ਦੇਣ ਦੇ ਲਈ ਉਸ ਤੇ ਦਬਾਅ ਬਣਾਇਆ ਸੀ, ਜਦੋਂ ਕਿ ਚਿਰਾਗ ਕਹਿ ਚੁੱਕਾ ਹੈ, ਰਾਮ ਵਿਲਾਸ ਪਾਸਵਾਨ ਦਾ ਮੁੰਡਾ ਚਿਰਾਗ ਪਾਸਵਾਨ, ਕਿ ਮਾਮਲਾ ਸਾਹਮਣੇ ਆਉਣ ਤੇ ਉਸਨੇ ਆਪਣੇ ਭਰਾ ਦੇ ਖਿਲਾਫ ਸ਼ਿਕਾਇਤ ਕਰਤਾ, ਔਰਤ ਨਾਲ ਗੱਲ ਕੀਤੀ ਸੀ ਤੇ ਦੋਵਾਂ ਨੂੰ ਮਾਮਲਾ ਪੁਲਿਸ ਅੱਗੇ ਰੱਖਣ ਲਈ ਕਿਹਾ ਸੀ। ਸੋ ਇਸ ਸੰਬੰਧੀ ਜਿਹੜੇ ਪਾਰਟੀ LPG ਦੇ ਬੁਲਾਰੇ ਸਰਵਣ ਕੁਮਾਰ ਨੇ ਪ੍ਰਿੰਸ ਰਾਜ MP ਦਾ ਬਚਾਅ ਕਰਦਿਆਂ ਆਖਿਆ ਕਿ ਇਹ ਸਿਆਸੀ ਸਾਜ਼ਿਸ਼ ਹੈ। ਮਸਲਨ ਇਸ ਕਾਨੂੰਨ ਦਾ ਦੁਰਉਪਯੋਗ ਵੀ ਵੱਡੇ ਪੱਧਰ ਤੇ ਹੁੰਦਾ ਹੈ, ਇਹਦੇ 'ਚ ਕੋਈ ਦੁਰਾਵਾ ਨਹੀਂ। ਹੁਣ ਤੁਸੀਂ ਵੇਖੋ, ਜਸਵੰਤ ਸਿੰਘ ਖਾਲੜਾ ਦੇ ਗਵਾਹ ਸੀਗੇ ਕਿਰਪਾਲ ਸਿੰਘ ਰੰਧਾਵਾ, ਉਹਨਾਂ ਨੇ ਲੰਮੀ ਲੜਾਈ ਲੜੀ ਤੇ ਪਟਿਆਲੇ ਦੀ ਇੱਕ ਹਸਨਪੁਰ ਦੀ ਔਰਤ ਸੀ, ਬਿੱਡੋ ਸੀ ਮੇਰਾ ਖਿਆਲ, ਨਾਲ ਬੱਚੀ ਸੀ, ਉਹਦੀ ਮਾਂ ਸੀ, ਤਿੰਨੇ ਹੀ ਹੁੰਦੀਆਂ ਸੀ। ਉਹਨਾਂ ਨੇ ਉਹਨੂੰ ਬੁਲਾਇਆ, ਕਿਰਪਾਲ ਸਿੰਘ ਰੰਧਾਵਾ ਬਜ਼ੁਰਗ ਬੰਦੇ ਨੇ ਪਟਿਆਲਾ ਬੁਲਾਇਆ ਕਿ ਇਸ ਤਰ੍ਹਾਂ ਮੇਰੀ ਨਾਲ ਜ਼ਿਆਦਤੀ ਹੋ ਰਹੀ ਹੈ, ਮੇਰੀ ਸੁਣਵਾਈ। ਉਹ ਪਟਿਆਲੇ ਆ ਗਿਆ, ਦੁੱਖ ਨਿਵਾਰਨ ਮਿਲੇ। ਉਸ ਤੋਂ ਬਾਅਦ ਉਸ ਔਰਤ ਨੇ ਕਿਰਪਾਲ ਸਿੰਘ ਰੰਧਾਵਾ, ਜੋ ਜਸਵੰਤ ਸਿੰਘ ਖਾਲੜਾ ਕੇਸ ਦਾ ਗਵਾਹ ਸੀ, ਉਸ ਗਵਾਹ ਨੂੰ ਮੁਕਰਾਉਣ ਦੇ ਲਈ ਪੁਲਸੀਆ ਕਹਾਣੀ ਘੜੇਗੀ। ਇੱਕ ਪੱਤਰਕਾਰ ਸਮੇਤ 7 ਲੋਕਾਂ ਤੇ 50-50 ਲੱਖ ਰੁਪਈਆ ਹਰਜਾਨੇ ਦਾ ਕੇਸ ਪਿਆ। ਤੇ ਇਸ ਦੌਰਾਨ ਜਿਹੜੇ ਨੇ ਆਖਰ ਨੂੰ ਪਹਿਲਾਂ ਸਮਝੌਤੇ ਦੀ ਕੋਸ਼ਿਸ਼ ਹੁੰਦੀ ਗਈ ਕਿਰਪਾਲ ਸਿੰਘ ਨਾਲ। ਕਈ ਵਾਰੀ ਕਿਰਪਾਲ ਸਿੰਘ ਦਾ ਸਭ ਕੁਝ ਵਿਕ ਗਿਆ। ਉਹ ਆਇਆ ਤਾਂ ਉਸ ਔਰਤ ਦੀ ਮਦਦ ਕਰਨ ਲਈ ਸੀ, ਸਿੱਖ ਪਰਿਵਾਰ 'ਚੋਂ ਸੀ ਹਾਲਾਂਕਿ ਔਰਤ ਵੀ, ਤੇ ਉਹ ਹੁਣ ਉਸ ਔਰਤ ਸਮੇਤ 7 ਲੋਕਾਂ ਤੇ ਉੱਤੇ 50-50 ਲੱਖ ਦਾ ਹਰਜਾਨਾ ਪਿਆ, 3.5 ਕਰੋੜ ਦਾ। ਅਦਾਲਤ ਨੇ ਹੁਕਮ ਸੁਣਾਇਆ, ਪਟਿਆਲੇ SPS ਵਰਮਾ ਜਿਹੜੇ ਆਪਣੇ ਤੁਹਾਡੇ ਬੈਚ ਦੇ ਵਕੀਲ ਨੇ, CBI ਦੇ ਵਕੀਲ ਨੇ, ਉਹਨਾਂ ਨੇ ਉਹ ਕੇਸ ਲੜਿਆ, HPS ਵਰਮਾ ਹੋਰਾਂ ਨੇ। ਤੇ ਉਹ ਮਤਲਬ ਪਹਿਲਾ ਕੇਸ ਹੈ ਕਿ ਬਲਾਤਕਾਰ ਦੇ ਲੱਗੇ ਝੂਠੇ ਦੋਸ਼ਾਂ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਉਹਨਾਂ ਨੇ ਕੀਤਾ। ਪਹਿਲਾਂ ਬਲਾਤਕਾਰ ਦੇ ਦੋਸ਼ 'ਚੋਂ ਬਰੀ ਹੋਇਆ ਕਿਰਪਾਲ ਸਿੰਘ ਰੰਧਾਵਾ,
ਜਸਵੰਤ ਖਾਲੜਾ ਦਾ ਗਵਾਹ, ਤੇ ਫਿਰ ਆਪਣੇ ਨਾਲ ਹੋਈ ਜਾਤੀ ਦੇ ਮਾਮਲੇ 'ਚ ਉਹਦੇ 'ਚ ਇੱਕ IG ਵੀ ਸ਼ਾਮਲ ਸੀਗਾ, ਇੱਕ ਪੱਤਰਕਾਰ ਸੀ ਸਥਾਨਕ। 7 ਲੋਕਾਂ ਨੂੰ 50-50 ਲੱਖ ਰੁਪਈਆ ਜੁਰਮਾਨਾ ਠੋਕਿਆ ਗਿਆ ਕਿ ਤੁਸੀਂ ਇਹਨੂੰ ਬਿਨਾਂ ਵਜ੍ਹਾ ਉਲਝਾਇਆ। ਹੁਣ ਇਹ 7 ਲੋਕ ਪਟਿਆਲਾ ਕੋਰਟ ਦੇ ਫੈਸਲੇ ਦੇ ਖਿਲਾਫ ਉੱਚ ਅਦਾਲਤ 'ਚ ਗਏ ਹੋਏ ਨੇ। ਮਸਲਨ ਜੇ ਕੋਈ ਬਲਾਤਕਾਰ ਦਾ ਝੂਠਾ ਕੇਸ ਦਰਜ ਵੀ ਹੁੰਦਾ ਤਾਂ ਮੇਰੀ ਰਿਕਾਰਡ ਦਾ ਤੁਹਾਡਾ ਦਾ ਫੀਲਡ ਹੈ ਕਿ ਬਲਾਤਕਾਰ ਦੇ ਝੂਠੇ ਦੋਸ਼ਾਂ 'ਚੋਂ ਬਰੀ ਹੋਣ ਦੇ ਬਾਵਜੂਦ ਵੀ ਜਿਸ ਵਿਅਕਤੀ ਤੇ ਬਲਾਤਕਾਰ ਦੇ ਝੂਠੇ ਦੋਸ਼ ਵੀ ਲੱਗੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਉਸ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਨੂੰ ਅਦਾਲਤ ਦੇ ਵਿੱਚ ਨਹੀਂ ਖਿੱਚਦਾ। ਇਹ ਰੇਅਰ ਆਫ ਰੇਅਰੈਸਟ ਕੇਸ ਹੋਏਗਾ ਜਿਹੜਾ HPS ਵਰਮਾ ਨੇ ਜਿੱਤਿਆ ਸੀਗਾ। ਮਸਲਨ 50-50 ਲੱਖ ਰੁਪਏ ਹਰਜਾਨਾ ਵੀ ਹੋਇਆ, ਉਹਨਾਂ ਨੂੰ ਜੁਰਮਾਨਾ ਵੀ ਹੋਇਆ, ਜਿਹੜੇ ਉਸ ਨੂੰ ਹੁਣ ਅਗਲੀ ਅਦਾਲਤ ਵਿੱਚ ਲੈ ਗਏ ਨੇ। ਸੋ ਇਸ ਕਰਕੇ ਇਹਦਾ ਮਿਸਯੂਜ਼ ਵੀ ਬਾਈ ਜੀ ਵੱਡੇ ਪੱਧਰ ਤੇ ਹੁੰਦਾ। ਕਿਵੇਂ ਇਸ ਤੇ ਬਚਾਅ ਹੋ ਸਕਦਾ? ਜਿੱਥੋਂ ਤੱਕ ਤੁਸੀਂ ਦਾਗੀਆਂ ਦੀ ਗੱਲ ਕਰੀ ਕਿ ਇਹ ਜਿਹੜਾ ਲੋਕਤੰਤਰ ਦਾ ਮੰਦਰ ਹੈ, ਉਸ ਦੇ ਤਾਂ 40% ਤੋਂ ਵੱਧ ਜਿਹੜੇ ਪੁਜਾਰੀ ਨੇ, ਜਿਹੜੇ MP ਨੇ, ਉਹ ਆਪ ਕਰਪਟ ਨੇ, ਉਹਨਾਂ ਉੱਤੇ ਬਲਾਤਕਾਰ ਤੱਕ ਦੇ ਪਰਚੇ ਦਰਜ ਨੇ। ਕੀ ਕਹੋਗੇ ਤੁਸੀਂ ਫਿਰ ਉਹਨਾਂ ਨੂੰ? ਜੀ ਸੁਰਿੰਦਰ ਵੀਰ। ਮੈਂ ਨਾ, ਤੁਸੀਂ ਕਿਰਪਾਲ ਸਿੰਘ ਰੰਧਾਵਾ ਦੇ ਕੇਸ ਦੀ ਗੱਲ ਕੀਤੀ, ਜਿਸ ਦਿਨ ਇਸ ਕੇਸ ਦਾ ਫੈਸਲਾ ਸੀ ਨਾ, ਉਸ ਦਿਨ ਮੈਂ ਕੋਰਟ 'ਚ ਹਾਜ਼ਰ ਸੀਗਾ ਜਦੋਂ ਬਹਿਸ ਹੋਈ ਸੀਗੀ। ਤਾਂ ਮੈਨੂੰ ਅੱਜ ਤੱਕ ਉਹ ਸੈਸ਼ਨ ਜੱਜ ਦੀ ਗੱਲ ਹੁਣ ਤੱਕ ਯਾਦ ਆ ਕਿ ਡਿਸਟ੍ਰਿਕਟ ਅਟਾਰਨੀ ਸੀ, ਆਪਣੇ ਮਿੱਤਰ ਹੀ ਸੀ, ਚਲੋ ਉਹਨੂੰ ਪੁੱਛਦੇ, ਕਹਿੰਦਾ ਦੱਸੋ ਇਸ ਕੇਸ ਦਾ ਕੀ ਕਰਨਾ ਚਾਹੀਦਾ। ਤੇ ਮੈਨੂੰ ਅੱਜ ਤੱਕ ਯਾਦ ਆ ਡਿਸਟ੍ਰਿਕਟ ਅਟਾਰਨੀ ਕਹਿੰਦਾ ਜੀ ਵੀ ਪੁਲਿਸ ਖੜੀ ਸੀ ਕੋਲੇ, ਕਿਉਂਕਿ ਕੇਸ ਤਾਂ ਉਹਨਾਂ ਵੱਲੋਂ ਸੀਗਾ, ਕਿਉਂਕਿ ਉਹਨਾਂ ਨੇ ਸਾਰੀ ਕਾਰਨਾਮਾ ਤਾਂ ਸਟੇਟ ਵੱਲੋਂ ਜਿਹੜਾ ਸੀ ਉਹ ਡਿਸਟ੍ਰਿਕਟ ਅਟਾਰਨੀ ਲੜਿਆ। ਡਿਸਟ੍ਰਿਕਟ ਅਟਾਰਨੀ ਨੇ ਸੈਸ਼ਨ ਜੱਜ ਦੇ ਸਾਹਮਣੇ ਕਹਿਤਾ, ਕਹਿੰਦਾ ਜੀ ਆਰਗੂਮੈਂਟ ਮੈਂ ਕੀਤੀ ਆ, ਪਰ ਗੱਲ ਆ ਕੇਸ ਝੂਠਾ, ਮੇਰੇ ਮੁਤਾਬਕ ਇਹ ਬੰਦਾ ਬਰੀ ਹੋਣ ਵਾਲਾ। ਆਹ ਕਹਿ ਕੇ ਬਾਹਰ ਕੋਰਟ ਤੋਂ ਬਾਹਰ ਚਲ ਗਿਆ। ਪੁਲਿਸ ਵਾਲਿਆ ਲਾ ਲਾਤੀ, ਤੁਸੀਂ ਵੇਖ ਗਏ। ਉਹ ਕਹਿੰਦਾ ਵੇਖ ਕੇ ਦਾ ਕੀ ਗੱਲ ਆ, ਤੁਸੀਂ ਝੂਠੀ ਕਹਾਣੀ ਘੜ ਕੇ ਆ ਗਏ ਇੱਥੇ, ਜਾਓ ਜਿੱਥੇ ਮੇਰੀ ਬਦਲੀ ਕਰਾਉਣੀ ਕਰਾ ਦਿਓ, ਮੈਨੂੰ ਨਹੀਂ ਤੁਹਾਡੀ ਕੋਈ ਵੀ ਪਰਵਾਹ, ਜਾਓ ਮੈਨੂੰ ਜਿਹੜੀ ਫਾਂਸੀ ਲਾਉਣੀ ਲਾ ਦਿਓ, ਤੁਸੀਂ ਨਜਾਇਜ਼ ਬੰਦਾ ਟੰਗੀ ਫਿਰਦੇ ਹੋ। ਕੀ ਆ ਤੁਹਾਡੇ ਕੇਸ 'ਚ? ਮਤਲਬ ਮੈਂ ਦੇਖ ਕੇ ਹੈਰਾਨ ਸੀ। ਡਿਸਟ੍ਰਿਕਟ ਅਟਾਰਨੀ ਦੇ ਅਸੀਂ ਉੱਪਰ ਚੱਲੇ, ਜੇ ਉਹ ਕਹਿੰਦਾ ਉੱਪਰ ਜਾਣਾ ਜਾਓ ਧਰਮਰਾਜ ਕੋ ਚੱਲ ਜਾਓ, ਭੇਜ ਦਿਓ ਮੈਨੂੰ ਜਿੱਥੇ ਪੈਣਾ। ਮੈਨੂੰ ਜੋ ਜੱਜ ਸਾਹਿਬ ਨੇ ਪੁੱਛਿਆ ਮੈਂ ਸਿੱਧਾ ਕਹਿ ਕੇ ਆ ਗਿਆ, ਮੈਨੂੰ ਨਹੀਂ ਪਤਾ। ਮੈਂ ਉਹ ਮਤਲਬ ਹੈ ਵੀ ਸਾਰਿਆਂ ਨੂੰ ਪਤਾ ਸੀ ਵੀ ਉਹ ਝੂਠਾ ਕੇਸ ਆ, ਕੀ ਕਿੱਦਾਂ ਤਾਣਾ ਬਾਣਾ ਬੁਣਿਆ ਗਿਆ, ਕੀ ਕੁਛ ਕੀਤਾ ਗਿਆ ਉਸ ਵੇਲੇ ਸਰਕਾਰ ਵੱਲੋਂ, ਸਾਰਾ ਕੁਝ ਸੱਚ ਸਭ ਦੇ ਸਾਹਮਣੇ ਸੀਗਾ। ਪਰ ਗੱਲ ਇਹ ਸੀ, ਮੈਂ ਉਸ ਵੇਲੇ ਦਲੇਰੀ ਦੇਖੀ ਉਸ ਡਿਸਟ੍ਰਿਕਟ ਅਟਾਰਨੀ ਦੀ, ਜਿਹੜਾ ਆਕੜ ਕੇ ਕਹਿ ਕੇ ਆ ਗਿਆ। ਨਹੀਂ ਤਾਂ ਹਮੇਸ਼ਾ ਸਟੇਟ ਹੁੰਦੀ ਆ, ਸਟੇਟ ਲਈ ਤੁਸੀਂ ਲੜਦੇ ਹੋ, ਕਿਉਂ ਪ੍ਰੋਸੀਕਿਊਸ਼ਨ ਦਾ ਕੰਮ ਕੀ ਹੁੰਦਾ? ਸਟੇਟ ਲਈ ਲੜਨਾ, ਠੀਕ ਹੈ। ਔਰ ਸਿੱਧਾ ਕਹਿ ਕੇ ਆ ਜਾਣਾ, ਇੰਨੀ ਗੱਲ ਕਿ ਇਸ 'ਚ ਕੱਖ ਨਹੀਂ ਜੀ, ਇਸ ਬੰਦੇ ਨੂੰ ਨਜਾਇਜ਼ ਟੰਗਿਆ ਗਿਆ। ਹੈਗੇ ਆ ਬੜੇ ਲੋਕ, ਹੈਗੇ ਆ, ਬਿਲਕੁਲ ਹੈਗੇ ਨੇ। ਹਾਂ, ਮਤਲਬ ਇਹ ਹੈ ਕਿ ਦੇਖੋ ਉਹਦੇ ਬਾਅਦ ਕੀ ਆ ਕਿ ਸਮੱਸਿਆ ਕੀ ਆ। ਹੁਣ ਕਿਰਪਾਲ ਸਿੰਘ ਰੰਧਾਵਾ ਦਾ ਸਭ ਕੁਝ ਵੇਖ ਗਿਆ। ਹੁਣ ਦੇਖੋ ਡਿਸਟ੍ਰਿਕਟ ਕੋਰਟ ਤੋਂ ਉਹਨਾਂ ਨੂੰ ਇਹ ਆ ਕਿ 3.5 ਲੱਖ ਦਾ ਕਲੇਮ, 3.5 ਕਰੋੜ ਦਾ ਇੱਥੋਂ ਪਿਆ। ਹੁਣ ਹਾਈ ਕੋਰਟ ਕਦੋਂ ਫੈਸਲਾ ਦਿੰਦਾ, ਉਹਦੇ ਬਾਅਦ ਸੁਪਰੀਮ ਕੋਰਟ ਕਦੋਂ ਦਿੰਦਾ? ਪਹਿਲਾਂ ਉਹਨੇ ਵਿਚਾਰੇ ਨੇ ਆਪਣੇ ਤੇ ਪਿਆ ਕੇਸ, ਕਿੰਨੇ ਸਾਲ ਲੜਿਆ, ਉੱਥੋਂ ਤੱਕ ਜਾਂਦੇ ਤਾਂ ਬੰਦੇ ਦੇ ਤੱਪੜ ਰੋਲ ਜਾਂਦੇ ਨੇ, ਹੱਡੀਆਂ ਤੋਂ ਮਾਸ ਅਲੱਗ ਹੋ ਜਾਂਦਾ, ਬੰਦਾ ਕਿੰਨੀ ਕੁ ਦੇਰ ਲੜੂਗਾ। ਮਤਲਬ ਸਿਸਟਮ ਨਾਲ ਤੇ ਸਰਕਾਰ ਨਾਲ, ਦੋਨਾਂ ਨਾਲ ਲੜਨਾ ਤੇ ਕਾਨੂੰਨ ਨਾਲ ਬੜਾ ਔਖਾ ਵਾ ਹਰ ਵਿਅਕਤੀ ਦੇ ਲਈ, ਖਾਸ ਕਰਕੇ ਜਦੋਂ ਉਹ ਖੁਦ ਪੀੜਤ ਹੋਵੇ, ਉਸ ਵੇਲੇ ਲੜਨਾ ਬੜਾ ਔਖਾ ਹੁੰਦਾ। ਤੁਸੀਂ ਲੜ ਕਦੋਂ ਸਕਦੇ ਆ ਕਿ ਠੀਕ ਆ ਵਕੀਲ ਆ ਜਿਹੜਾ ਡਿਸਟ੍ਰਿਕਟ ਕੋਰਟ 'ਚ ਬੈਠਾ, ਉਹਨੇ ਡਿਸਟ੍ਰਿਕਟ ਕੋਰਟ ਲੜਤਾ, ਜੋ ਵੀ ਫੈਸਲਾ ਹੋਇਆ ਉਹਨੇ ਕਹਿਤਾ ਜੀ ਆ ਚੱਕੋ ਜੀ, ਤੁਹਾਡੇ ਵਿਰੁੱਧ ਹੋ ਗਿਆ ਜਾਂ ਤੁਹਾਡੀ ਫੇਵਰ 'ਚ ਹੋ ਗਿਆ, ਉਹਨੇ ਹੱਥ ਫੜਾਤਾ, ਤੁਸੀਂ ਚਲੇ ਗਏ ਅਪਰ ਕੋਰਟ। ਹੁਣ ਉਹਦੇ ਬਾਅਦ ਤੁਸੀਂ ਹਾਈ ਕੋਰਟ ਗਏ, ਹਾਈ ਕੋਰਟ ਵਾਲਿਆਂ ਨੇ ਵੀ ਇਹੀ ਕੁਝ ਕੀਤਾ। ਹੁਣ ਪਰ ਗੱਲ ਤੇ ਇਹ ਆ ਕਿ ਜਿਹੜਾ ਵਿਅਕਤੀ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾਂਦਾ, ਜਦੋਂ ਸਾਲਾਬੰਦੀ ਲੜਦਾ ਤੇ ਉਹਦੇ ਵਿਚਾਰੇ ਦੇ ਤੱਪੜ ਰੋਲ ਜਾਂਦੇ ਨੇ, ਘਰ-ਬਾਰ ਉਹਦਾ ਵਿਕ ਜਾਂਦਾ, ਉਹ ਜਾਵੇ ਤੇ ਕਿੱਥੇ ਜਾਵੇ। ਇਹ ਸਮੱਸਿਆ ਉਹਦੇ ਲਈ, ਵਿਚਾਰੇ ਲਈ ਲਗਾਤਾਰ ਜਿਹੜੀ ਉਹ ਖੜੀ ਰਹਿੰਦੀ ਆ। ਠੀਕ ਆ, ਹੁਣ ਕਲੇਮ ਸੀ, ਹੁਣ ਕਲੇਮ ਦਾ ਸਾਡਾ ਸਿਸਟਮ ਹੀ ਅਜਿਹਾ, ਕਲੇਮ ਕਿਹੜਾ ਉਹਨੂੰ ਅੱਜ ਮਿਲ ਜਾਣਾ, ਇਹਦੇ ਬਾਅਦ ਸੁਪਰੀਮ ਕੋਰਟ ਤੱਕ ਜਾਏਗਾ। ਜੇ ਸੁਪਰੀਮ ਕੋਰਟ ਤੱਕ ਇਹੀ ਕਲੇਮ ਜਿਹੜਾ ਸਟੈਂਡ ਕਰੇਗਾ ਤਾਂ ਫਿਰ ਇਹ ਨਹੀਂ ਆ ਕਿ ਉਹਨੂੰ ਆਉਂਦੇ ਨੂੰ ਮਿਲ ਜਾਏਗਾ, ਫਿਰ ਲੋਅਰ ਕੋਰਟ 'ਚ ਆਏਗਾ, ਲੋਅਰ ਕੋਰਟ 'ਚ ਲੈ ਕੇ ਆਉਂਗੇ, ਫਿਰ ਉਹ ਦੋਨੋਂ ਜਿਨ੍ਹਾਂ ਨੂੰ ਉਹ ਜੁਰਮਾਨਾ ਹੋਇਆ, ਉਹ ਜੁਰਮਾਨਾ ਜਦੋਂ ਪੇ ਕਰਨ ਦੀ ਵਾਰੀ ਆਈ, ਉਸ ਵੇਲੇ ਦੇਖਿਆ ਜਾਣਾ ਕਿ ਕਿੰਨੀਆਂ ਕਿਸ਼ਤਾਂ 'ਚ ਦਿੱਤਾ ਜਾਣਾ। ਯਾਨੀ ਕਿ ਇਹ ਆ ਕਿ ਬੰਦੇ ਨੇ ਕਿਸੇ ਤੋਂ ਉਧਾਰੇ ਤਾਂ ਫੜ ਲਿਆ ਤੇ ਮੁੜ ਕੇ ਕਹਿੰਦਾ ਮੈਨੂੰ 10-10 ਰੁਪਏ ਕਰਕੇ ਮੋੜੂ, ਮੇਰਾ ਹੱਥ ਤੰਗ ਆ, ਉਹ ਕੰਮ ਬਣਦਾ ਇੱਥੇ। ਉੱਥੇ ਵੀ ਕਈ ਵਾਰੀ ਕਾਨੂੰਨ ਦੇ ਵਿੱਚ ਬੜੀਆਂ ਵੱਡੀਆਂ ਖਾਮੀਆਂ ਨੇ, ਜਿਹਦਾ ਕਰਕੇ ਇਹ ਕੁਝ ਭੁਗਤਣਾ ਪੈਂਦਾ। ਇਹਦੇ 'ਚ ਕੋਈ ਦੋ ਰਾਏ ਨਹੀਂ,
498 ਦਾ ਸੀਗਾ। ਠੀਕ ਹੈ, ਡੌਰੀ ਐਕਟ ਆ ਗਿਆ। ਡੌਰੀ ਐਕਟ ਦਾ ਕੀ ਸੀਗਾ ਜੀ, ਜਿਹਨੂੰ ਮਰਜੀ ਦੇਖਣਾ ਟੰਗ ਦਾ, ਸਾਰਾ ਟੱਬਰ ਟੰਗ ਦਿੱਤਾ। ਜੋ ਤਰਾ ਕਰ ਗਏ ਲੋਕ, ਤਾਂ ਅਖੀਰ ਸੁਪਰੀਮ ਕੋਰਟ ਨਿੱਤਰੀ ਮੈਦਾਨ 'ਚ ਸੁਪਰੀਮ ਕੋਰਟ ਕਹਿੰਦੀ ਵਿਦਆਊਟ ਇਨਵੈਸਟੀਗੇਸ਼ਨ FIR ਲੌਜ ਨਹੀਂ ਹੋਏਗੀ। ਬਸ ਗੱਲ ਖਤਮ ਕਰਤੀ ਇੱਕੋ 'ਚ। ਕਹਿੰਦਾ ਠੀਕ ਆ, ਕਲੇਮ ਦਾ ਕੇਸ ਕਰੋ, ਤੁਹਾਨੂੰ ਖਰਚੇ ਦਾ ਚਾਹੀਦਾ, ਖਰਚੇ ਦਾ ਕਰੋ, ਖਰਚਾ ਮਿਲੇਗਾ, ਲੇਕਿਨ ਕੇਸ ਜਿਹੜਾ ਉਹ ਚੱਲੇਗਾ। ਇਹ ਨਹੀਂ ਹੈ ਕਿ ਪੁਲਿਸ ਕੋਲ ਜਾਓ ਤੇ ਲੜਕੇ ਵਾਲਿਆਂ ਦਾ ਸਾਰਾ ਪਰਿਵਾਰ ਚੱਕ ਕੇ ਅੰਦਰ ਧੱਕ ਦੋ। ਮਤਲਬ ਇੱਥੋਂ ਤੱਕ ਲੋਕਾਂ ਕਰਨਾ ਕਿ ਲੜਕੇ ਦੀ ਮਾਂ ਤੇ ਭੈਣ ਤਾਂ ਆਉਣੀਆਂ ਹੀ ਆਉਣੀਆਂ। ਠੀਕ ਹੈ, ਸਗੇ ਸੰਬੰਧੀ ਜਿੰਨੇ ਦੂਰ ਤੱਕ ਦੇ ਰਿਸ਼ਤੇਦਾਰ ਸੀ 20 25 25 30 30 ਲਪੇਟਦੇ ਨੇ। ਲਾਲਾ ਕੋਰਟ 'ਚ ਹੁੰਦੀ ਕੁਰਬਲ ਜਿੱਦਾਂ ਪੋਲਟਰੀ ਫਾਰਮ ਹੁੰਦਾ, ਉਹ ਕੰਮ ਬਣਾਇਆ ਹੁੰਦਾ ਸੀ ਕੋਰਟ ਦਾ। ਇਸ ਕਰਕੇ ਇਹ ਕਿ ਕਾਨੂੰਨ ਬਣਦਾ, ਪਰ ਕਾਨੂੰਨ ਦੀ ਜਦੋਂ ਦੁਰਵਰਤੋਂ ਹੁੰਦੀ ਆ ਉਸ ਵੇਲੇ ਲੋਕ ਜਦੋਂ ਤਰਾ ਕਰਦੇ ਨੇ, ਫੇਰ ਜਾ ਕੇ ਕੋਰਟਾਂ ਵੀ ਜਾਗਦੀਆਂ ਤੇ ਫਿਰ ਸਰਕਾਰਾਂ ਵੀ ਜਾਗਦੀਆਂ। ਹੁਣ ਕਿੰਨੇ ਟਾਡਾ ਵੀ ਲਿਆਂਦਾ ਸੀ, ਟਾਡਾ ਲਿਆ ਕੇ ਕਿੰਨਾ ਕੋ ਉਹਦਾ ਮਿਸਯੂਜ ਹੋਇਆ। ਜਦੋਂ ਤਰਾ ਹੋ ਗਈ ਭੱਜ ਗਿਆ, ਫਿਰ ਕਹਿੰਦੇ ਨਹੀਂ ਜੀ ਟਾਡਾ ਤਾਂ ਦੁਰਉਪਯੋਗ ਹੋ ਗਿਆ। ਉਹ ਜਦੋਂ ਵਰਤਿਆ 12 14 ਸਾਲ ਤੁਸੀਂ ਵਰਤ ਰਹੇ, ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤਾਂ ਦੁਰਉਪਯੋਗ ਹੋ ਰਿਹਾ। ਇਸ ਕਰਕੇ ਹਾਲਾਤਾਂ ਕੀ ਨੇ ਕਿ ਕਾਨੂੰਨ ਬਣਾਉਂਦੇ ਨੇ, ਕਾਨੂੰਨ ਨੂੰ ਵਰਤਣ ਵਾਲੇ ਜਿਹੜੇ ਆ ਉਹ ਬਹੁਤ ਗਲਤ ਤਰੀਕੇ ਨਾਲ ਵਰਤਦੇ ਆ। ਕੋਰਟ ਦੇ ਵਿੱਚ ਤਾਂ ਦੇਖੋ ਲੰਬਾ ਸਮਾਂ ਲਟਕਦਾ ਮਸਲਾ, ਇਹਦੇ ਨਾਲ ਸਹਿਮਤ ਆ, ਪਰ ਗੱਲ ਤੇ ਆ ਕਿ ਜਿਨ੍ਹਾਂ ਨੇ ਨੀਚਿਓਂ ਇਨਸਾਫ ਦੇਣਾ ਉਹ ਕਿੰਨਾ ਕੁ ਇਨਸਾਫ ਦਿੰਦੇ। ਉੱਥੇ ਸਾਰਾ ਕੁਝ ਕਰਪਟ ਆ, ਪੋਲੀਟੀਕਲ ਪ੍ਰੈਸ਼ਰ ਆ, ਪ੍ਰੈਸ਼ਰ ਪਾਉਣ ਵਾਲੇ ਕਿਹੜੇ ਆ, ਉਹ ਖੁਦ ਕ੍ਰਿਮੀਨਲ ਨੇ। ਤੇ ਜਿਹੜੇ ਅੱਗੇ ਪੁਲਿਸ ਆ, ਪੁਲਿਸ ਦੇ ਵਿੱਚ ਕਿੰਨੇ ਵਿਅਕਤੀ ਆ, ਕਿੰਨੇ % ਮੈਂ ਦੱਸਾਂ ਕਿ ਜਿਹੜੀ ਹਾਲਾਤ ਬਣੀ, ਮਤਲਬ ਖਾਨਾ ਜੰਗੀ ਕਵਾਂ, ਪੋਲੀਟੀਕਲ ਪਾਰਟੀਆਂ 'ਚ ਉਨੀ ਨਹੀਂ ਜਿੰਨੀ ਫੋਰਸਾਂ ਦੇ ਵਿੱਚ ਜਿਹੜੀ ਆ ਉਹ ਆਪਸ 'ਚ ਖਾਨਾ ਜੰਗੀ ਆ ਕਿ ਇਹ ਇੱਥੇ SHO ਕਿਉਂ ਲੱਗ ਗਿਆ, ਇੱਥੇ ਮੈਂ ਲੱਗਣਾ ਸੀ, ਇਹ DSP ਕਿਉਂ ਲੱਗ ਗਿਆ, ਮੈਂ ਲੱਗਣਾ ਸੀ, ਇਹ DSP ਫਲਾਣੇ ਗਰੁੱਪ ਦਾ, ਮੈਂ SHO ਫਲਾਣੇ ਦਾ, SP ਫਲਾਣੇ ਦਾ, SSP ਫਲਾਣੇ ਦਾ। ਮਤਲਬ ਇਹ ਕਵੈਤ ਜਿਹੜੀ ਆ ਇਹ ਵੀ ਕਿਤੇ ਨਾ ਕਿਤੇ ਪੂਰਾ ਜਿੱਥੇ ਤੈਨੂੰ ਇਨਸਾਫ ਮਿਲਣਾ ਉਹਦੀ ਜਿਹੜੀ ਆ ਉਹਦੇ 'ਚ ਬਹੁਤ ਦੇਰੀ ਕਰਦੀ ਆ। ਜੇ SHO ਫੇਵਰ 'ਚ ਭੁਗਤ ਗਿਆ, DSP ਵਿਰੁੱਧ ਭੁਗਤ ਜਾਣਾ। ਜਿੱਥੇ DSP ਫੇਵਰ 'ਚ ਭੁਗਤ ਗਿਆ ਉੱਥੇ SP ਵਿਰੁੱਧ ਭੁਗਤ ਜੂ, ਜਾਂ SSP ਵਿਰੁੱਧ ਹੋ ਜੂ, ਉਹ ਚੱਕ ਕੇ ਇਨਕੁਆਰੀ ਹੋਰ ਕਿਸੇ ਨੂੰ ਦੇ ਦੂ। ਇਹ ਜਿਹੜਾ ਰਫੜ ਚੱਲਦਾ ਨਾ ਪੋਲੀਟੀਕਲੀ ਰਫੜ, ਇਹ ਬੜਾ ਟੈਂਟਾ ਖੜਾ ਕਰਦਾ। ਕਿਉਂਕਿ ਜੇ ਤਾਂ ਹੁਣ ਫ੍ਰੀ ਹੈਂਡ ਪੁਲਿਸ ਨੂੰ ਦੇ ਦੇਣ ਤੇ ਫਿਰ ਪੁਲਿਸ ਕਾਬੂ ਤੋਂ ਬਾਹਰ। ਜੇ ਹੁਣ ਪੋਲੀਟੀਕਲ ਹੱਥਾਂ 'ਚ ਆਇਆ ਕਿ ਪੋਲੀਟੀਸ਼ੀਅਨ ਆਪਣੇ ਮੁਤਾਬਕ ਚਲਾਉਣ, ਫਿਰ ਪੋਲੀਟੀਸ਼ੀਅਨ ਜਿਸ ਹਿਸਾਬ ਨਾਲ ਚਲਾਉਂਦੇ ਆ ਉੱਥੇ ਉਹ ਦੇਖਦੇ ਆ ਕਿ ਕਿਹੜਾ ਬੰਦਾ ਮੇਰੇ ਨਾਲ ਖੜਿਆ, ਮੈਂ ਉਹਦੀ ਮਦਦ ਕਰਨੀ, ਭਾਵੇਂ ਉਹ ਕਿੰਨਾ ਵੀ ਝੂਠਾ ਹੋਵੇ, ਕਿੰਨਾ ਵੀ ਗਲਤ ਹੋਵੇ। ਉਹ ਸਮੱਸਿਆ ਖੜਦੀ ਆ। ਤੇ ਖੜਨ ਤੋਂ ਬਾਅਦ ਇਹ ਵੀ ਹੁੰਦਾ ਕਿ ਜਿਹੜਾ ਬੰਦਾ ਆਇਆ ਇਹ ਮੈਨੂੰ ਦਾਨ ਦਕਸ਼ਨਾ ਕਿੰਨੀ ਕੁ ਦੇ ਕੇ ਜਾਂਦਾ, ਮੈਂ ਉਹਦੀ ਮਦਦ ਕਰਾਂ। ਇਹ ਸਮੱਸਿਆਵਾਂ ਜਿਹੜੀਆਂ ਖੜਦੀਆਂ ਨੇ, ਉਹਦਾ ਕਰਕੇ ਇਨਸਾਫ ਜਿਹੜਾ ਉਹਦੇ 'ਚ ਦੇਰੀ ਵੀ ਹੁੰਦੀ ਆ ਤੇ ਮਿਸਯੂਜ ਵੀ ਹੋਣ ਦਾ ਕਾਰਨ ਮੇਨ ਇਹੀ ਆ। ਉਹਨਾਂ ਨੂੰ ਹੁੰਦਾ ਵੀ ਇੱਕ ਵਾਰੀ ਉਲਝਾ ਦੋ, ਦੇਖੀ ਜਾਊਗੀ। ਜਦੋਂ ਉਲਝਾਤਾ ਸਾਲਾਂ ਬੰਦੀ ਬੰਦਾ ਉਲਝਿਆ ਰਹੂਗਾ। ਅਖੀਰ ਬਹੁਤੇ ਬੰਦੇ ਜਿਹੜੇ ਉਹ ਸਰੈਂਡਰ ਕਰ ਜਾਂਦੇ, ਹੱਥ ਜੋੜ ਕੇ ਬਾਹਰ ਨਿਕਲ ਜਾਂਦੇ ਨੇ। ਕੋਈ ਚੰਦ ਬੰਦੇ ਹੁੰਦੇ ਆ ਜਿਹੜੇ ਅਖੀਰ ਤੱਕ ਲੜਦੇ ਆ, ਇੱਕ ਤਾਣ ਕੇ ਲੜਦੇ ਆ। ਆਪਣੇ ਇੱਕ ਪਟਿਆਲੇ ਦੇ ਵਿੱਚ ਬੰਦੇ ਦਾ ਵਿਕਿਆ ਤਾਂ ਬਹੁਤ ਕੁਛ ਆ, ਪਰ ਉਹਨੇ ਇੱਕ ਬੰਦੇ ਨੂੰ SP ਤੋਂ ਰਿਵਰਟ ਕਰਾ ਕੇ ਸਬ ਇੰਸਪੈਕਟਰ ਬਣਵਾਤਾ ਸੀਗਾ। ਬਾਅਦ 'ਚ ਭਾਵੇਂ ਉਹ ਇੱਕ ਜ਼ਿਲ੍ਹੇ ਦਾ SSP ਰਿਟਾਇਰ ਹੋਇਆ, ਪਰ ਉਹਨੇ ਉਹਨੂੰ ਦਿਖਾਤੇ, ਦਿਨੇ ਤਾਰੇ ਦਿਖਾਤੇ ਸੀ। ਕਹਿੰਦਾ ਪੁੱਤ ਜਿੰਨੀ ਦੇਰ ਮੈਂ ਬੈਠਾ ਤੈਨੂੰ ਟਿਕਾਣੇ ਲਾ ਕੇ ਛੱਡੂ, ਤੈਨੂੰ ਛੱਡਦਾ ਨਹੀਂ। ਔਰ ਮੈਂ ਉਹਨੂੰ ਰੋਂਦਾ ਦੇਖਿਆ ਸੀ। ਮੈਨੂੰ ਮਿਲਿਆ, ਮੈਨੂੰ ਕਹਿੰਦਾ ਕੰਨ ਦੋਨੋਂ ਫੜ ਕੇ, ਮੈਂ ਹੁਣ ਉਹ ਔਨ 에ਅਰ ਬੋਲ ਨਹੀਂ ਸਕਦਾ, ਕੰਨ ਦੋਨੋਂ ਫੜ ਕੇ ਮੈਨੂੰ ਕਹਿੰਦਾ ਸਰ ਜੀ, ਮਤਲਬ ਜਿਹੜੀ ਸ਼ਬਦਾਵਲੀ ਬੋਲੀ, ਕਹਿੰਦਾ ਉਹ ਹੁਣ ਕਹਿ ਨਹੀਂ ਸਕਦਾ, ਕਹਿੰਦਾ ਕੰਜਰ ਹੋਊ ਜਿਹੜਾ ਕਿਸੇ ਅਫਸਰ ਦੇ ਤੇ ਪੋਲੀਟੀਸ਼ੀਅਨਾਂ ਦੇ ਮਗਰ ਲੱਗ ਕੇ ਕਿਸੇ ਬੰਦੇ ਦਾ ਐਨਕਾਊਂਟਰ ਕਰੂਗਾ। ਠੀਕ ਹੈ ਨਾ। ਕਹਿੰਦਾ ਮੈਨੂੰ ਹੁਣ ਪਤਾ ਲੱਗ ਗਿਆ ਕਿ ਨਹੀਂ, ਮੈਨੂੰ ਬੰਦੇ ਵਰਤ ਗਏ। ਮੈਂ ਕਿਹਾ ਜਦੋਂ ਤੇਰੇ ਨਾਮ ਨਾਲ ਮਸ਼ਹੂਰ ਹੁੰਦਾ ਸੀ ਕਿ ਤੂੰ ਕਿਸੇ ਵੀ ਜਿਹਦੇ ਕੇਸ ਸਿਰ ਦੇ ਰੱਖੇ ਹੁੰਦੇ ਸੀ, ਜਾਂ ਦਾੜੀ ਹੁੰਦੀ ਸੀ, ਜਾਂ ਸਿਰ ਤੇ ਕੇਸ ਕੀ ਹੁੰਦੀ ਸੀ ਕੇਸਰੀ ਕਲਰ ਦੀ, ਤੂੰ ਉਹਨੂੰ ਕਦੀ ਛੱਡਿਆ ਨਹੀਂ। ਤੂੰ ਗਿਣਤੀ ਪੂਰੀ ਕਰਦਾ ਸੀ ਸ਼ਾਮ ਨੂੰ, ਤੇ ਹੁਣ ਭੁਗਤ ਲਾ। ਕਹਿੰਦਾ ਜੀ ਮੈਨੂੰ ਪਤਾ ਲੱਗ ਗਿਆ ਵੀ ਔਖ ਕੀ ਹੁੰਦੀ ਹੈ। ਮੈਂ ਕਿਹਾ ਔਖ ਹੁਣ ਯਾਦ ਆਈ, ਜਦੋਂ ਤੂੰ ਸ਼ਾਮ ਨੂੰ ਗਿਣਤੀ ਤੇਰੀ ਹੁੰਦੀ ਸੀ, ਤੂੰ ਤਾਂ ਕਹਿੰਦਾ ਜੀ ਅੱਜ 50 ਪੂਰੇ ਹੋਏ ਹੀ ਨਹੀਂ, ਅੱਜ ਤਾਂ 50 ਪੂਰੇ ਕਰਨੇ ਆ, ਤੇ ਹੁਣ 50 ਪੂਰੇ ਕਰ ਲੈ ਜਿਹੜੇ ਤੂੰ ਕਰਦਾ ਸੀ। ਹੁਣ ਦੇਖਿਆ ਨਹੀਂ ਸਰ ਜੀ ਅੱਜ ਤੋਂ ਬਾਅਦ ਨਹੀਂ, ਬਸ ਹੁਣ ਕੰਨਾਂ ਨੂੰ ਹੱਥ ਲਾ ਲੈ। ਮਤਲਬ ਇਹ ਹੈ ਕਿ ਕਈ ਵਾਰੀ ਬੰਦੇ ਲੜਨ ਵਾਲੇ ਹੁੰਦੇ। ਉਹ ਆੜਤੀਆ ਸੀ ਇੱਕੋ ਹੀ, ਆ ਪਟਿਆਲੇ ਦੇ ਨਾਲ ਹੀ ਪਿੰਡ ਆ ਉਹਦਾ, ਉਹਨੂੰ ਚੱਕ ਕੇ ਲੈ ਆਇਆ ਸੀ। ਕਹਿੰਦਾ ਤੇਰੇ ਘਰੇ ਬੰਦੇ ਆਏ ਸੀ? ਉਹ ਕਹਿੰਦਾ ਹਾਂ ਆਏ ਸੀਗੇ, ਪ੍ਰਸ਼ਾਦੇ ਛਕੇ ਚਲ ਗਏ। ਮੈਂ ਤਾਂ ਤੈਨੂੰ ਦੱਸਤਾ ਵੀ ਚੱਕ ਕੇ ਲੈ ਕੇ ਤਾਂ ਕੌਣ ਸੀ? ਕਹਿੰਦਾ ਮੈਂ ਨਹੀਂ ਜਾਣਦਾ। ਔਰ ਉਸ ਬੰਦੇ ਨੂੰ ਇੰਨਾ ਰਗੜਿਆ, ਫਲਾਨੀ ਮੇਰੀ ਕੋਠੀ ਆ ਉੱਥੇ ਇੱਟਾਂ ਹੋਣੀਆਂ ਚਾਹੀਦੀਆਂ। ਉਹ ਕਹਿੰਦੇ ਠੀਕ ਆ,
ਉਹ ਵੀ ਪਤੰਦਰ ਏਡਾ ਨਿਕਲਿਆ, ਉਹਨੇ ਸੋਚਿਆ ਵੀ ਹੁਣ ਕਾਬੂ ਤਾਂ ਆ ਗਿਆ। ਅਗਲੇ ਨੇ ਵੀ ਚੁੱਪ ਕਰਕੇ ਪੇਮੈਂਟ ਕਰ ਦਿੱਤੀ, ਪੇਮੈਂਟ ਕਰਕੇ ਬਿੱਲ ਲੈ ਲਿਆ, ਬਿੱਲ ਸਾਂਭ ਲੈ। ਜਦੋਂ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਕੋਠੀ ਦੀਆਂ ਇੱਟਾਂ ਢਾਈਆਂ ਗਈਆਂ, ਉਸੇ ਹੀ ਭੱਠੇ ਦੀਆਂ ਨਿਕਲੀਆਂ। ਫਿਰ ਰੋਂਦਾ ਫਿਰੇ, ਕਹਿੰਦਾ ਕੋਠੀ ਮੇਰੇ ਨਾਂ ਨਹੀਂ। ਉਹ ਕਹਿੰਦਾ ਤੇਰੇ ਬੰਦਿਆਂ ਦੇ ਨਾਮ ਆ, ਨਹੀਂ ਤੇ ਛੱਡੋ ਕੋਠੀ, ਨਿਕਲੋ ਬਾਹਰ। ਫਿਰ ਕੋਠੀ ਨਾ ਛੱਡਣ। ਇਸ ਕਰਕੇ ਜਦੋਂ ਬੰਦਾ ਲੜੇ ਨਾ, ਉਹ ਬੰਦਾ ਨੰਗੇ ਧੜ ਲੜਿਆ ਸੀ, ਔਰ ਉਹਨੂੰ ਇੰਨਾ ਕੋ ਪੁਲਿਸ ਨੇ ਥ੍ਰੈਟ ਕਰ ਲਿਆ ਸੀ 1994 ਤੋਂ ਲੈ ਕੇ, ਲੇਕਿਨ ਉਹ ਬੰਦੇ ਨੇ ਹਾਰ ਨਹੀਂ ਮੰਨੀ। ਸੁਪਰੀਮ ਕੋਰਟ ਤੱਕ ਉਹ ਬੰਦਾ ਲੜਦਾ ਰਿਹਾ, ਉਹਦਾ ਵਿਕਿਆ ਸਾਰਾ ਕੁਛ ਆ, ਅੱਜ ਵੀ ਮੋਟਰਸਾਈਕਲ ਤੇ ਫਿਰਦਾ ਉਹ। ਲੇਕਿਨ ਇਹ ਆ ਕਿ ਉਹਨੇ ਇੱਕ ਵਾਰੀ ਪੁਲਿਸ ਨੂੰ ਦੱਸ ਦਿੱਤਾ ਸੀ ਕਿ ਬੰਦਾ ਨੰਗੇ ਧੜ ਵੀ ਤੁਹਾਡੇ ਵਿਰੁੱਧ ਜਿਹੜਾ ਉਹ ਲੜ ਸਕਦਾ, ਭਾਵੇਂ ਕਿ ਉਹਦਾ ਪਰਿਵਾਰ ਵੀ ਉਹਦੇ ਤੋਂ ਟੁੱਟ ਗਿਆ, ਸਭ ਕੁਝ ਹੋ ਗਿਆ। ਉਹ ਕਹਿੰਦੇ ਤੂੰ ਕਿਹੜੇ ਕੰਮਾਂ 'ਚ ਪਿਆ, ਛੱਡ ਦਿੰਦਾ, ਜੋ ਲੈ ਗਿਆ ਸੀ ਲੈ ਗਿਆ ਸੀ। ਪਰ ਬੰਦੇ ਨੇ ਲੜਾਈ ਐਡੀ ਕੋ ਲੜੀ ਕਿ ਜਦੋਂ ਇੱਕ SP ਤੋਂ ਲਿਆ ਕੇ ਬੰਦਾ ਸਬ ਇੰਸਪੈਕਟਰ ਤੇ ਲਿਆ ਕੇ ਖੜਾ ਕਰ ਦਿੱਤਾ, ਉਹ ਬੜੀ ਵੱਡੀ ਗੱਲ ਸੀ, ਕੋਈ ਛੋਟੀ ਨਹੀਂ। ਭਾਵੇਂ ਕਿ ਬਾਅਦ 'ਚ ਠੀਕ ਆ ਉਹਦੀਆਂ ਪ੍ਰਮੋਸ਼ਨਾਂ ਸੀ, ਉਹ ਜਦੋਂ ਇਧਰੋਂ ਖਲਾਸੀ ਹੋਈ, ਸਰਕਾਰ ਉਹਦੀ ਫੇਵਰ 'ਚ ਖੜ ਗਈ ਤੇ ਉਹ ਜਾ ਕੇ SSP ਲੱਗ ਕੇ ਤੇ ਆਪਦਾ ਰਿਟਾਇਰ ਹੋ ਕੇ ਚਲਾ ਗਿਆ। ਪਰ ਇੱਕ ਵਾਰ ਬੰਦੇ ਨੇ ਉਹਨੂੰ ਪੜ੍ਹਨੇ ਜਿਹੜਾ ਸੀ ਉਹ ਪਾ ਦਿੱਤਾ ਸੀ। ਬਿਲਕੁਲ ਪਰ ਉਹ ਵਿਰਲੇ ਹੁੰਦੇ ਆ, ਬਹੁਤ ਔਖਾ ਹੈ। ਸੁਰਿੰਦਰ ਵੀਰ, ਹੁਣ ਕਿਰਪਾਲ ਸਿੰਘ ਰੰਧਾਵਾ ਨੇ ਲੜਾਈ ਲੜੀ ਹੈ, ਕਿੰਨਾ ਕੁ ਮੀਡੀਆ ਨੇ ਸਪੋਰਟ ਕੀਤਾ? ਮੈਂ ਉਦੋਂ ਬੜੀ ਰਿਪੋਰਟਿੰਗ ਕੀਤੀ, 2-3 ਸੱਜਣਾ ਦਾ ਮੈਨੂੰ ਸੁਨੇਹਾ ਆਇਆ, ਕਹਿੰਦੇ ਫਲਾਣੇ ਅਫਸਰ ਕਹਿੰਦੇ ਇਹਨੂੰ ਜ਼ਿਆਦਾ ਹੀ ਤਕਲੀਫ ਹੈ। ਮੈਂ ਕੋਈ ਨਹੀਂ, ਮੈਂ ਆਪਣਾ ਕੰਮ ਕਰਦਾ, ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਨਾ। ਖੈਰ ਇਸ ਦੌਰਾਨ ਕਿਉਂਕਿ ਇਹਦੇ 'ਚ ਦੇਖੋ ਇਹਦੀ ਦੁਰਵਰਤੋਂ ਵੀ ਹੁੰਦੀ ਹੈ ਕਾਨੂੰਨ ਦੀ, ਕੋਈ ਦੁਹਰਾਵਾ ਨਹੀਂ, ਪਰ ਹਾਲਾਤ ਬਹੁਤ ਬਦਤਰ ਨੇ, ਇਹ ਵੀ ਕਿਤੇ ਨਾ ਕਿਤੇ ਸੋਚਣਾ ਬਣਦਾ ਹੈ। ਤੇ ਹੁਣ ਜਿਹੜੇ ਦਾਅਵੇ ਕਰਦੇ ਨੇ ਕਿ ਅਸੀਂ ਰਾਮ ਰਾਜ ਲੈ ਆਂਦਾ, ਅਸੀਂ ਉਹ ਲੈ ਆਂਦਾ, ਪਰ ਉੱਥੇ ਸਥਿਤੀ ਕੀ ਹੈ? ਇਹ ਤਾਂ ਅੰਕੜੇ ਬੋਲਦੇ ਨੇ ਨਾ, ਕੋਈ ਅਸੀਂ ਤੁਸੀਂ ਥੋੜ੍ਹਾ ਬੋਲ ਰਹੇ ਹਾਂ। ਤੇ ਇੱਕ ਪਾਸੇ ਕੇਂਦਰ ਸਰਕਾਰ ਖੁੱਲ੍ਹੇ ਗੱਫੇ ਦੇ ਰਹੀ ਹੈ। ਅੱਜ ਕੇਂਦਰ ਸਰਕਾਰ ਦੀ ਤਰਫੋਂ ਦੂਰ ਸੰਚਾਰ ਟੈਲੀਕਮਿਊਨੀਕੇਸ਼ਨ ਫੋਨ ਨੈਟਵਰਕ ਦੇ ਖੇਤਰ 'ਚ ਵੱਡੇ ਸੁਧਾਰ ਦਾ ਐਲਾਨ ਕੀਤਾ ਹੈ, ਜਿਸ ਤਹਿਤ ਟੈਲੀਕਮਿਊਨੀਕੇਸ਼ਨ ਦੇ ਵਾਸਤੇ ਰਾਹਤ ਪੈਕੇਜ ਦੀ ਪ੍ਰਵਾਨਗੀ ਦੇ ਨਾਲ ਆਟੋਮੈਟਿਕ ਰਸਤੇ ਦੁਆਰਾ 100% ਵਿਦੇਸ਼ੀ ਨਿਵੇਸ਼ ਸਿੱਧੀ FDR ਯਾਨੀ ਕਿ ਵਿਦੇਸ਼ਾਂ ਤੋਂ ਪੈਸਾ ਲਾ ਕੇ ਕੋਈ ਵੀ ਬਿਜ਼ਨਸ ਕਰ ਸਕੇਗਾ। ਇਸ ਦਾ ਮਕਸਦ ਸਰਕਾਰ ਨੇ ਦੱਸਿਆ ਕਿ ਵੋਡਾਫੋਨ ਵਰਗੀਆਂ ਕੰਪਨੀਆਂ ਨੂੰ ਰਾਹਤ ਦੇਣਾ, ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨਾ ਹੈ। ਇਸ ਪੈਕੇਜ ਦੇ ਵਿੱਚ ਬਕਾਏ ਦੇ ਭੁਗਤਾਨ ਦੇ ਵਿੱਚ ਮੋਹਲਤ ਦੇਣੀ, AGR ਨੂੰ ਮੁੜ ਪ੍ਰਭਾਵਿਤ ਕਰਨਾ, ਸਪੈਕਟਰਮ ਫੀਸ ਦੇ ਵਿੱਚ ਕਟੌਤੀ ਸ਼ਾਮਲ ਹੈ। ਕੇਂਦਰੀ ਮੰਤਰੀ ਤੇ ਭਾਜਪਾਈ ਆਗੂ ਅਨੁਰਾਗ ਠਾਕਰ ਨੇ ਆਖਿਆ ਕਿ ਭਾਰਤ ਦੀ ਮੈਨੂਫੈਕਚਰਿੰਗ ਸਮਰੱਥਾ ਵਧਾਉਣ ਦੇ ਲਈ ਆਟੋ ਕੰਪੋਨੈਂਟ ਤੇ ਡਰੋਨ ਉਦਯੋਗ ਦੇ ਲਈ 26,000 ਕਰੋੜ ਰੁਪਏ ਦੇ ਪੈਕੇਜ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ 7.6 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਇਹ ਠੀਕ ਹੈ ਕਿ ਸੈਲੂਲਰ ਸੇਵਾਵਾਂ ਦਾ ਬੇੜਾ ਗਰਕ ਹੋ ਗਿਆ। ਆਪਣੇ ਤੁਹਾਡੇ ਫੋਨ ਦੇਖੋ ਕਿੰਨੀ ਡਿਸਟਰਬੈਂਸ ਆਉਂਦੀ ਹੈ। ਜਿਹੜਾ 8-10 ਸਾਲ ਪਹਿਲਾਂ ਹਾਲਾਤ ਸੀਗੇ ਉਸ ਤੋਂ ਵੀ ਬਦਤਰ ਕਿਤੇ ਨੇ ਹੋ ਗਏ ਨੇ। ਹਾਲਾਂਕਿ ਪਿਛਲੇ ਜਦੋਂ ਸੈਲੀਫੋਨ ਸੇਵਾਵਾਂ ਸਟਾਰਟ ਹੋਈਆਂ, ਪੇਡ ਹੁੰਦਾ ਸੀ, ਇਨਕਮਿੰਗ ਕਾਲ ਵੀ, ਆਊਟਗੋਇੰਗ ਕਾਲ ਤੇ ਹੋਣੀ ਹੈ, ਉਦੋਂ ਵੀ ਸੈਲੂਲਰ ਸੇਵਾਵਾਂ ਦਾ ਇੰਨਾ ਮਾੜਾ ਹਾਲ ਨਹੀਂ ਸੀ ਜਿੰਨਾ ਹੁਣ ਹੁੰਦਾ ਹੈ। ਪਰ ਹੁਣ ਦੇਖੋ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਇਹਦੇ 'ਚ ਆਗਿਆ ਦੇ ਦਿੱਤੀ ਹੈ, ਪਰ BSNL ਜਾਂ ਹੋਰ ਅਦਾਰੇ ਬਿਲਕੁਲ ਚੌਪਟ ਹੋ ਰਹੇ ਨੇ। ਇਹਦਾ ਕੀ ਥੋੜਾ ਜਿਹਾ ਵਿਦੇਸ਼ੀ ਨਿਵੇਸ਼ ਦਾ ਅਸਰ ਵੇਖ ਲਓ। ਤੇ ਦੂਸਰੇ ਪਾਸੇ ਕੁਝ ਹੋਰ ਖਬਰਾਂ ਨੇ, ਮਸਲਨ ਜਿਸ ਤਰ੍ਹਾਂ ਇਲੈਕਸ਼ਨ ਪੰਜਾਬ ਦੇ ਨੇੜੇ ਆ ਰਹੇ ਨੇ, ਹਾਲਾਤ ਵਿਗੜਨੇ ਤਾਂ ਨਹੀਂ, ਵਿਗੜਨ ਦੀ ਕੋਸ਼ਿਸ਼ ਦਿਖਾਈ ਜਾਵੇਗੀ ਕਿ ਵਿਗੜੇ ਹੋਏ ਨੇ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਰੋਜ਼ਾਨਾ ਸਟੈਪ ਦਰ ਸਟੈਪ, ਕਦਮ ਦਰ ਕਦਮ ਛਪ ਰਹੀਆਂ ਨੇ। ਅੱਜ ਕੱਲ ਵੀ ਆ ਸਮਰਾਲਾ ਦੇ ਲਾਗੇ ਬਘੌਰ ਪਿੰਡ ਦੇ ਵਿੱਚ ਖਾਲਿਸਤਾਨ 2020 ਦੇ ਨਾਅਰੇ ਲਿਖੇ ਹੋਏ ਨੇ। ਹੋਰ ਵੀ ਇੱਕੜ ਦੁੱਕੜ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ। IT ਸੈੱਲ ਜਿਹੜਾ ਹੈਗਾ ਕੁਝ ਕਾਫੀ ਸਰਗਰਮ ਹੈ ਇਸ ਤਰ੍ਹਾਂ ਖਾਲਿਸਤਾਨ ਦੇ ਮਸਲੇ ਨੂੰ ਲੈ ਕੇ। ਪਰ ਅਮਰੀਕਾ ਦੇ ਥਿੰਕ ਟੈਂਕ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਸੁਰਿੰਦਰ ਵੀਰ, ਜਿਸ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਅਮਰੀਕਾ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ ਮਜ਼ਬੂਤ ਹੋ ਰਹੀਆਂ ਨੇ। ਇਹ ਜਿਹੜੀ ਰਿਪੋਰਟ ਹੈ ਇਸ ਦੇ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਵੱਲੋਂ ਸਮਰਥਨ ਪ੍ਰਾਪਤ ਜਿਹੜੀ ਵੱਖਵਾਦੀ ਖਾਲਿਸਤਾਨੀ ਸਮੂਹ ਹੈ ਹੌਲੀ ਹੌਲੀ ਅਮਰੀਕਾ 'ਚ ਮਜ਼ਬੂਤ ਹੋ ਰਿਹਾ। ਤੇ ਇਸ ਸੰਸਥਾ ਨੇ ਇਹ ਵੀ ਆਖਿਆ ਕਿ ਅਮਰੀਕਨ ਸਰਕਾਰ ਵੱਲੋਂ ਇਹਨਾਂ ਸੰਗਠਨਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਰੋਕਣ ਦੇ ਲਈ ਜੋ ਭਾਰਤ ਸਰਕਾਰ ਅਪੀਲਾਂ ਕਰਦੀ ਹੈ ਉਹਨਾਂ ਨੂੰ ਵੀ ਕੋਈ ਬੌਦਰ ਨਹੀਂ ਕਰਦੇ। ਇੰਡੀਆ ਗਵਰਨਮੈਂਟ ਦੀਆਂ ਅਪੀਲਾਂ ਨੂੰ ਅਮਰੀਕਨ ਸਰਕਾਰ ਬੌਦਰ ਨਹੀਂ ਕਰਦੀ ਕਿ ਖਾਲਿਸਤਾਨੀਆਂ ਨੂੰ ਰੋਕੋ। ਹਡਸਨ ਇੰਸਟੀਚਿਊਟ ਦੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਦੀ ਅਸਥਿਰ ਕਰਨ ਦੀ ਸਾਜ਼ਿਸ਼ ਹੈ ਅਮਰੀਕਾ ਦੇ ਵਿੱਚ ਖਾਲਿਸਤਾਨੀ ਸਰਗਰਮੀਆਂ।
ਤੇ ਪਾਕਿਸਤਾਨ ਵੱਲੋਂ ਇਹਨਾਂ ਸੰਗਠਨਾਂ ਨੂੰ ਜੋ ਸਮਰਥਨ ਦਿੱਤਾ ਜਾ ਰਿਹਾ ਉਸ ਦੀ ਸਮੀਖਿਆ ਜਾਂਚ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਸਮੂਹਾਂ ਦੇ ਇਹਨਾਂ ਖਾਲਿਸਤਾਨੀ ਸਮੂਹਾਂ ਦੇ ਭਾਰਤ ਵਿੱਚ ਕੱਟੜਪੰਥੀ ਤੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਨੇ ਤੇ ਦੱਖਣੀ ਏਸ਼ੀਆ ਦੇ ਵਿੱਚ ਅਮਰੀਕਨ ਵਿਦੇਸ਼ ਨੀਤੀ ਉੱਤੇ ਉਹਨਾਂ ਗਤੀਵਿਧੀਆਂ ਦੇ ਸੰਭਾਵਿਤ ਤੌਰ ਤੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਕੀਤਾ ਗਿਆ। ਰਿਪੋਰਟ ਇਹ ਵੀ ਇਸ਼ਾਰਾ ਕਰਦੀ ਹੈ ਕਿ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਸਲਾਮਿਕ ਅੱਤਵਾਦੀ ਸੰਗਠਨ ਨੇ ਉਸ ਦੀ ਤਰਜ਼ ਤੇ ਖਾਲਿਸਤਾਨੀ ਜਥੇਬੰਦੀਆਂ ਵੀ ਨਵੇਂ ਨਾਵਾਂ ਨਾਲ ਉੱਭਰ ਸਕਦੀਆਂ ਨੇ, ਜਾਣੀ ਕਿ ਖਾਲਿਸਤਾਨ ਨਾਲ ਸੰਬੰਧਿਤ ਕੁਝ ਹੋਰ ਨਵੀਆਂ ਜਥੇਬੰਦੀਆਂ ਉਭਾਰੀਆਂ ਜਾਣਗੀਆਂ। ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਦਕਿਸਮਤੀ ਨਾਲ ਅਮਰੀਕਾ ਸਰਕਾਰ ਨੇ ਖਾਲਿਸਤਾਨੀਆਂ ਦੁਆਰਾ ਕੀਤੀ ਗਈ ਹਿੰਸਾ ਦਾ ਕੋਈ ਨੋਟਿਸ ਨਹੀਂ ਲਿਆ, ਕੋਈ ਦਿਲਚਸਪੀ ਨਹੀਂ ਦਿਖਾਈ, ਜਦੋਂ ਕਿ ਖਾਲਿਸਤਾਨ ਮੁਹਿੰਮ ਦੇ ਸਭ ਤੋਂ ਪੱਕੇ ਸਮਰਥਕ ਬ੍ਰਿਟੇਨ, ਕੈਨੇਡਾ ਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ 'ਚ ਨੇ। ਇਹ ਰਿਪੋਰਟ ਜਿਹੜੀ ਇਹ ਵੀ ਦੱਸਦੀ ਹੈ ਕਿ ਅਮਰੀਕਨ ਸਰਕਾਰ ਖਾਲਿਸਤਾਨ ਨਾਲ ਜੁੜੇ ਅੱਤਵਾਦੀ ਦੀ ਨਿਗਰਾਨੀ ਨੂੰ ਤਰਜੀਹ ਨਹੀਂ ਦਿੰਦੀ ਉਦੋਂ ਤੱਕ ਉਹਨਾਂ ਸਮੂਹਾਂ ਦੀ ਪਛਾਣ ਕਰਨ ਦੀ ਸੰਭਾਵਨਾ ਨਹੀਂ ਜੋ ਇਸ ਵੇਲੇ ਭਾਰਤ, ਖਾਸ ਕਰਕੇ ਪੰਜਾਬ ਦੇ ਵਿੱਚ ਹਿੰਸਾ ਦੇ ਵਿੱਚ ਸ਼ਾਮਲ ਨੇ ਜਾਂ ਅਜਿਹਾ ਕਰਨ ਦੀ ਤਿਆਰੀ 'ਚ ਨੇ। ਇਹ ਜਿਹੜੀ ਰਿਪੋਰਟ ਅਮਰੀਕਾ ਤੋਂ ਨਸ਼ਰ ਹੋਈ ਹੈ, ਹਡਸਨ ਇੰਸਟੀਚਿਊਟ ਦੇ ਵਿੱਚ ਇਹ ਹਵਾਲਾ ਦੱਸਿਆ ਗਿਆ। ਦੇਖੋ, ਏਕੜ ਦੁੱਕੜ ਘਟਨਾਵਾਂ ਘਟਦੀਆਂ ਨੇ ਕਿਉਂਕਿ ਇਲੈਕਸ਼ਨ ਹੈ। ਇਹ ਇਲੈਕਸ਼ਨ ਦੇ ਦੌਰਾਨ ਖਾਲਿਸਤਾਨ ਦਾ ਰੌਲਾ ਖਾਲਿਸਤਾਨੀਆਂ ਨੂੰ ਤੇ ਰਾਸ ਆਏਗਾ ਹੀ, ਕਈਆਂ ਦੀਆਂ ਪੋਲੀਟੀਕਲ ਸਾਇਲਮ ਜਿਹੜੀਆਂ ਨੇ ਪੱਕੀਆਂ ਹੋਣਗੀਆਂ ਤੇ ਕੁਝ ਨੂੰ ਫੰਡਿੰਗ ਹੋਏਗੀ, ਕੁਝ ਨੂੰ ਆਪਣੀ ਹੋਂਦ ਦਿਖਾਉਣ ਦਾ ਮੌਕਾ ਮਿਲੇਗਾ, ਜਿਵੇਂ ਗੁਰਪਤਵੰਤ ਪੰਨੂ ਕੈਪਟਨ ਨੂੰ ਧਮਕੀਆਂ ਦਿੰਦਾ। ਪਰ ਹੈਰਾਨੀ ਦੀ ਗੱਲ ਹੈ ਕਿ ਯਾਰ ਬੰਦਾ ਖਾਲਿਸਤਾਨ ਦੀ ਲੜਾਈ ਲੜਦਾ ਹੋਵੇ, ਘੱਟੋ ਘੱਟ ਭਾਸ਼ਾ ਤੇ ਖਾਲਸੇ ਵਾਲੀ ਹੋਣੀ ਚਾਹੀਦੀ। ਉਹ ਫੌਜ ਨੂੰ ਵੀ ਫੌਜ ਹੀ ਕਹਿੰਦਾ, ਮੌਤ ਨੂੰ ਵੀ ਮੌਤ ਹੀ ਕਹਿੰਦਾ। ਸੋ ਇਸ ਕਰਕੇ ਮਤਲਬ ਖੁੱਲ੍ਹ ਕੇ ਮੌਤ ਤਾਂ ਕਹੇ ਨਾ, ਬੰਦਾ ਖੌਫ ਜਿਹਾ ਖਾਂਦਾ। ਉਹ ਗੁਰਪਤਵੰਤ ਪੰਨੂ ਦੀ ਵੀਡੀਓ ਦੇਖੋ ਵੀ ਉਹ ਕਹੂਗਾ ਕੈਪਟਨ ਤੇਰੀ ਮੌਤ ਦੀ ਤਿਆਰੀ ਹੋਈ ਹੈ, ਮੌਤ ਦੀ। ਸ਼ਹਿਰੀ ਭਾਸ਼ਾ ਵੀ ਨਹੀਂ, ਗਲਤ ਭਾਸ਼ਾ। ਮੌਤ ਵੈਸੇ ਹੀ ਨਹੀਂ ਸੋਹਣਾ ਲੱਗਦਾ। ਅਗਲਾ ਕਹਿੰਦਾ ਯਾਰ ਮੌਤ ਦਾ ਖੁੱਲ੍ਹ ਕੇ ਆਖੋ ਨਾ, ਫੌਜ ਦਾ ਖੁੱਲ੍ਹ ਕੇ ਆਖੋ ਨਾ, ਹੋੜਾ ਕਨੌੜਾ ਦਾ ਆਖੋ ਨਾ। ਹੈਗੇ ਬਹੁਤ ਸਾਰੇ ਬ੍ਰੌਡਕਾਸਟਰ ਇਦਾਂ ਕਰਦੇ ਆ, ਚਲੋ ਪੰਨੂ ਤੇ ਬ੍ਰੌਡਕਾਸਟਰ ਨਹੀਂ ਹੈ, ਪਰ ਉਹ ਤੁਹਾਡੀ ਸ਼ਖਸੀਅਤ ਪਤਾ ਲੱਗ ਜਾਂਦਾ ਕਿ ਯਾਰ ਤੁਸੀਂ ਬੋਲਦੇ ਕੀ ਹੋ। ਕੋਲੀ 'ਚ ਚੌਲ ਪਾ ਕੇ ਪੌੜੀਆਂ 'ਚ ਬਹਿ ਕੇ ਖਾਣ ਵਾਲੇ ਲੋਕ ਹੋ ਤੁਸੀਂ। ਖੈਰ ਸੁਰਿੰਦਰ ਵੀਰ, ਇਹ ਜਿਹੜੀ ਘਟਨਾਕ੍ਰਮ ਘਟ ਰਹੀ ਹੈ, ਪੰਜਾਬ ਦੀ ਭਾਰਤ ਦੀ ਇਲੈਕਸ਼ਨ ਤੇ ਬੀਜੇਪੀ ਦੀ ਡਿੱਗਦੀ ਸ਼ਾਖ ਤੇ ਕਿਸਾਨ ਅੰਦੋਲਨ ਨੂੰ ਵੀ ਖਾਲਿਸਤਾਨੀ ਅੰਦੋਲਨ ਸਿੱਧ ਕਰਨ ਦੀ ਕਈਆਂ ਨੇ ਕੋਸ਼ਿਸ਼ ਕੀਤੀ ਹੈ। ਇੱਥੋਂ ਤੱਕ ਕਿ ਕਾਂਗਰਸ ਦੇ ਰਵਨੀਤ ਬਿੱਟੂ ਵਰਗੇ ਲੋਕਾਂ ਨੇ ਆਖਿਆ ਕਿ ਖਾਲਿਸਤਾਨੀ ਨੇ ਉਹਦੇ 'ਚ ਇਕੱਠੇ ਹੋਏ। ਤੇ ਆ ਪਿੱਛੇ ਜੇ ਟਿਫਨ ਬੰਬ ਫੜੇ ਗਏ ਸੀਗੇ, ਉਹ ਜਿਹੜੇ ਫੜੇ ਗਏ ਸੀ ਜਥੇਦਾਰ ਜਸਵੀਰ ਰੋਡੇ ਦੇ ਪਰਿਵਾਰਕ ਮੈਂਬਰ ਤੋਂ, ਉਹਨਾਂ ਦੇ ਹੱਕ 'ਚ ਵੀ ਜਥੇਬੰਦੀਆਂ ਆ ਗਈਆਂ ਸੀ ਕਿ ਇਹਨੇ ਅੰਦੋਲਨ 'ਚ ਸਪੋਰਟ ਕੀਤੀ ਹੈ ਤਾਂ ਇਹਨੂੰ ਝੂਠੇ ਕੇਸ 'ਚ ਫਸਾਇਆ ਗਿਆ। ਅੰਦੋਲਨ 'ਚ ਤੇ ਹੋਰ ਬੜੇ ਪੱਤਰਕਾਰ ਸਪੋਰਟ ਕਰਦੇ ਨੇ, ਉਹਨਾਂ ਨੂੰ ਤੇ ਇਦਾਂ ਫਸਾਇਆ ਨਹੀਂ ਗਿਆ ਟਿਫਨ ਬੰਬਾਂ 'ਚ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਕੁਝ ਅਨਸਰ ਨੇ ਜਿਹੜੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਫੜੇ। ਜੇ ਹੁਣ ਸੰਯੁਕਤ ਮੋਰਚਾ ਉਹਦਾ ਐਲਾਨ ਕਰਦਾ ਰੋਡੇ ਦੇ ਹੱਕ ਦੇ ਵਿੱਚ ਉਹਦੇ ਬੇਟੇ ਦੀ ਗ੍ਰਿਫਤਾਰੀ ਤੇ ਸਵਾਲ ਤਾਂ ਖੜੇ ਹੋਣਗੇ ਕਿ ਅਜੇ ਉਹ ਜਾਂਚ ਦਾ ਵਿਸ਼ਾ ਹੈ ਤੇ ਤੁਸੀਂ ਕਿਉਂ ਉਹਨਾਂ ਨੂੰ ਸਪੋਰਟ ਕਰਦੇ ਹੋ, ਉਹਨਾਂ ਨੂੰ ਮਤਲਬ ਜਸਟੀਫਾਈ ਕਰਦੇ ਹੋ। ਜੀ ਸੁਰਿੰਦਰ, ਦਿਓ ਇਹਦੇ ਤੇ ਅਪਡੇਟ ਪਲੀਜ਼। ਹਾਂ, ਪਹਿਲਾਂ ਤੁਸੀਂ BSNL ਦੀ ਗੱਲ ਕੀਤੀ। ਜਦੋਂ ਸ਼ੁਰੂ 'ਚ ਨਾ ਚਲੋ ਲੈਂਡ ਸੈੱਟ ਨੂੰ ਤਾਂ ਗੱਲ ਗੋਲੀ ਮਾਰੋ ਉਹਦਾ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਦੋਂ ਤਾਰਾਂ ਕੱਟੀਆਂ ਜਾਣੀਆਂ ਨੇ, ਤਾਰਾਂ ਕਿੱਥੇ ਜਾਂਦੀਆਂ ਸੀ। ਕਈ ਵਾਰੀ ਕੀ ਹੁੰਦਾ ਸੀ, ਸੜਕ ਦੇ ਕੰਢੇ ਮਿੱਟੀ PWD ਵਾਲੇ ਪਾ ਰਹੇ ਹੁੰਦੇ ਸੀ, ਉਹਨਾਂ ਨੇ 2-4 ਕਈਆਂ ਮਾਰਨੀਆਂ, ਕੇਬਲ ਕੱਟੀ ਜਾਣੀ ਤੇ ਗੱਲ ਨਿਬੜ ਜਾਣੀ। ਠੀਕ ਹੈ ਨਾ। ਤੇ ਉਹ ਕਈ ਦਿਨ ਮੋਬਾਈਲ ਹੀ ਉਹ ਚੱਲਦਾ ਹੀ ਨਹੀਂ ਸੀ, ਲੈਂਡ ਸੈੱਟ ਹੀ ਨਹੀਂ ਸੀ ਚੱਲਦਾ। ਪਹਿਲਾਂ ਤਾਂ ਲੈਂਡ ਸੈੱਟ ਦੀ ਪ੍ਰੋਬਲਮ ਵੀ ਸੀ ਕਿ ਉਹਨਾਂ ਕਹਿ ਦੇਣਾ ਜੀ ਇਸ ਏਰੀਏ 'ਚ ਜਿਹੜੀ ਤੁਹਾਡੀ ਐਕਸਚੇਂਜ ਆ ਉਹ ਬੜੀ ਛੋਟੀ ਆ, ਇਸ ਕਰਕੇ ਹੋਰ ਕਨੈਕਸ਼ਨ ਨਹੀਂ ਦਿੱਤੇ ਜਾਂਦੇ। ਲੋਕਾਂ ਦੀ ਵਿਚਾਰਿਆਂ ਦੀ ਸਿਕਿਉਰਿਟੀ ਭਰੀ ਹੋਈ ਕਈ ਵਾਰੀ 10-10 ਸਾਲ ਲਟਕੀ ਜਾਂਦੀ ਸੀ, ਕਹਿੰਦੇ ਵੱਡੀ ਐਕਸਚੇਂਜ ਹੋਏਗੀ ਫਿਰ ਚੱਲੂ। ਫਿਰ ਜਦੋਂ ਮੋਬਾਈਲ ਦਾ ਯੁੱਗ ਆਇਆ ਤਾਂ ਫਿਰ ਜਦੋਂ BSNL ਨੇ ਮੋਬਾਈਲ ਕੱਢਿਆ ਤੇ ਉਦੋਂ ਬੜੀ ਹਾਸੋਹੀਣੀ ਜੀ ਸਥਿਤੀ ਬਣਦੀ ਸੀ ਕਿ ਨਾ ਕਾਲ ਲੱਗਦੀ ਸੀ ਨਾ ਆਉਂਦੀ ਹੁੰਦੀ ਸੀ। ਘੁਮਾਈ ਜਾਓ ਕਾਲ ਨਹੀਂ ਲੱਗਣੀ ਤੇ ਲੋਕਾਂ ਇਹਦਾ ਨਾਂ ਰੱਖ ਦਿੱਤਾ ਸੀ, ਕਹਿੰਦੇ BSNL ਦੀ ਫੁੱਲ ਫਾਰਮ ਜਿਹੜੀ ਹੈ ਨਾ ਉਹ ਬਣਦੀ ਆ ਕਿ ਭਾਈ ਸਾਹਿਬ ਨਹੀਂ ਲੱਗਦਾ। ਠੀਕ ਹੈ ਨਾ। ਤੇ ਉਹ ਬੜੀ ਹਾਸੋਹੀਣੀ ਸਥਿਤੀ ਹੁੰਦੀ ਸੀਗੀ ਕਿ ਚਾਰੇ ਅੱਖਰ ਆ, ਚਾਰਾਂ ਦੀਆਂ ਨੂੰ ਫੁੱਲ ਫਾਰਮ ਕੱਢਦੀ ਕਿ ਭਾਈ ਸਾਹਿਬ ਨਹੀਂ ਲੱਗਦਾ। ਇਸ ਕਰਕੇ ਇਹ ਹੈ ਕਿ BSNL ਦੀ ਤਾਂ ਹਾਲਤ ਇਹ ਰਹੀ, ਇਸੇ ਕਰਕੇ ਉਦੋਂ ਕੇਵਲ 2 ਕੰਪਨੀਆਂ ਬਰਾਬਰ ਸੀ, ਇੱਕ ਸਪਾਈਸ ਸੀ ਤੇ ਇੱਕ ਏਅਰਟੈਲ ਸੀ ਉਸ ਵੇਲੇ, ਤੇ ਦੋਨਾਂ ਦਾ ਜਿਹੜਾ ਉਹ ਨੈਟਵਰਕ ਵਧੀਆ ਸੀ, ਇਹਨਾਂ ਦਾ ਘਟੀਆ ਸੀ। ਇਸੇ ਕਰਕੇ ਪ੍ਰਾਈਵੇਟ ਸੈਕਟਰ ਆ ਗਿਆ, ਜਦੋਂ ਕਿ ਸਰਕਾਰੀ ਅਦਾਰਾ ਜਿਹੜਾ ਸੀ ਉਹ ਬਿਲਕੁਲ ਫਲੋਪ ਹੋ ਕੇ ਰਹਿ ਗਿਆ।
ਉਹ ਨੀਅਤ ਕਿਹਦੀ ਸੀ? ਸਰਕਾਰਾਂ ਦੀ ਸੀ। ਸਰਕਾਰਾਂ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੀਆਂ ਸੀ, ਆਪਣਾ ਸਟਾਫ ਜਿਹੜਾ ਸੀ ਉਹਨੂੰ ਘੱਟ ਕਰਨਾ ਚਾਹੁੰਦੀਆਂ ਸੀ ਕਿ ਹੌਲੀ ਹੌਲੀ ਅਸੀਂ ਆਪਣਾ ਆਪ ਦਾ ਸਮੇਟ ਕੇ ਤੋਂ ਤੁਰਦੇ ਬਣੀਏ, ਸਾਰਾ ਕੁਝ ਪ੍ਰਾਈਵੇਟ ਸੈਕਟਰ ਨੂੰ ਦੇ ਦਈਏ। ਤੇ ਫਿਰ ਪ੍ਰਾਈਵੇਟ ਸੈਕਟਰ ਨੇ ਤਾਂ ਸਾਂਭਣਾ ਸੀ ਜਿਹੜਾ ਕੁਝ ਸਾਂਭਿਆ ਗਿਆ। ਹੁਣ ਆ ਗਈ ਗੱਲ ਚੋਣਾਂ ਦੀ, ਕਿ ਚੋਣਾਂ ਦੇ ਉੱਪਰ ਆ ਕੇ ਕੀ ਕੁਝ ਹੋ ਸਕਦਾ, ਅਮਰੀਕਾ 'ਚ ਕੀ ਹੁੰਦਾ, ਕੈਨੇਡਾ 'ਚ ਕੀ ਹੁੰਦਾ, ਪਾਕਿਸਤਾਨ 'ਚ ਕੀ ਹੁੰਦਾ, ਉਹ ਵੱਖਰੀ ਗੱਲ ਹੈ। ਹੁਣ ਸਵਾਲ ਸਭ ਤੋਂ ਵੱਡਾ ਇਹ ਆ, ਨਕਸਲਾਈਟ ਮੂਵਮੈਂਟ ਕਦੋਂ ਦੀ ਖਤਮ ਹੋਈ ਸੀ? ਉਹਨਾਂ ਨੂੰ ਉਦੋਂ ਦੀ ਪਈ ਹੋਈ ਮਾਰ ਕੀ ਮੂਵਮੈਂਟ ਦੁਬਾਰਾ ਖੜੀ ਹੋ ਗਈ ਸੀ? ਜੇ ਅੱਜ ਉਹਨਾਂ ਦੀ ਬਚਿਆਂ ਖੁਚਿਆਂ ਦੀ ਜਾਂ ਅਗਲੀ ਪੀੜ੍ਹੀ ਦੀ ਕਿਤੇ ਮਾੜੀ ਮੋਟੀ ਵੁਕਤ ਆ ਤਾਂ ਉਹ ਸਿਰਫ ਇੱਕੋ ਗੱਲ ਕਰਕੇ ਪਈ ਆ ਕਿ ਉਹਨਾਂ ਨੇ ਜਿਹੜੀ ਮੂਵਮੈਂਟ ਚਲਾਈ ਆ ਉਹ ਕਿਸਾਨੀ ਦੇ ਨਾਮ ਤੇ ਚਲਾਈ ਆ, ਉਹ ਵੀ ਕਾਨੂੰਨਾਂ ਦੇ ਵਿਰੋਧ 'ਚ ਚਲਾਈ ਆ, ਤਦ ਉਹਨਾਂ ਦੇ ਪੈਰ ਲੱਗੇ ਆ। ਜੇ ਅੱਜ ਵੀ ਉਹ ਕਹਿਣ ਅਸੀਂ ਨਕਸਲੀ ਆ, ਅਸੀਂ ਕਾਮਰੇਡ ਆ, ਤੁਸੀਂ ਦੇਖੋ ਕਿ CPI CPM ਦਾ ਕਿੱਡਾ ਵੱਡਾ ਆਧਾਰ ਹੁੰਦਾ ਸੀ ਸਟੇਟ ਦੇ ਵਿੱਚ, ਖਤਮ ਹੋਇਆ ਨਾ ਸਾਰਾ ਕੁਝ। ਤੇ ਉਹ ਜਿਹੜੇ ਨਕਸਲੀ ਵਿਚਾਰਧਾਰਾ ਸੀ ਉਹ ਵੀ ਉਹਨਾਂ ਨਾਲ ਅਟੈਚ ਹੁੰਦੀ ਸੀ ਹਮੇਸ਼ਾ, ਭਾਵੇਂ ਉਹਦੇ 'ਚ ਜਿਸ ਤਰ੍ਹਾਂ ਸਿੱਖਾਂ 'ਚ ਆ, ਸਿੱਖਾਂ 'ਚ ਕਿਸੇ ਟਾਈਮ ਜਿਹੜੇ ਆ ਉਹ ਸਹਿਜਧਾਰੀ ਸਿੱਖਾਂ ਦੀ ਗੱਲ ਆ ਜਾਂਦੀ ਆ, ਕਿਸੇ ਟਾਈਮ ਨਾਰਮਲ ਸਿੱਖਾਂ ਦੀ ਗੱਲ ਆ ਜਾਂਦੀ ਆ, ਕਿਤੇ ਪੱਤੇ ਸਿੱਖਾਂ ਦੀ ਗੱਲ ਆ ਜਾਂਦੀ ਹੈ, ਕਿਤੇ ਟਕਸਾਲੀਆਂ ਦੀ ਆ ਜਾਂਦੀ, ਕਿਤੇ ਮਿਸ਼ਨਰੀਆਂ ਦੀ ਆ ਜਾਂਦੀ, ਕਿਤੇ ਡੇਰੇਦਾਰਾਂ ਦੀ ਆ ਜਾਂਦੀ। ਇਹੀ ਕੁਝ ਉੱਥੇ ਵੀ ਆ, ਠੀਕ ਹੈ ਨਾ। ਹੁਣ ਉੱਥੇ ਚਾਹੇ ਉਹਦੇ 'ਚ ਨਕਸਲੀ ਆ, ਠੀਕ ਆ, ਚਾਹੇ ਮਾਓਵਾਦੀ ਆ, ਚਾਹੇ ਨਾਗਾ ਰੈਡੀ ਗਰੁੱਪ ਆ, ਠੀਕ ਹੈ, ਹੈਗੇ ਤੇ ਉਹ ਸਾਰੇ ਇੱਕੋ ਵਿਚਾਰਧਾਰਾ ਉਹਨਾਂ ਦੀ ਇੱਕ ਆ। ਉਹਦੇ 'ਚ ਅੱਗੇ ਜਾ ਕੇ ਉਹਨਾਂ ਦੀਆਂ ਅਲੱਗ-ਅਲੱਗ ਜਿਹੜੇ ਉਹ ਥੋੜੇ ਥੋੜੇ ਡਿਫਰੈਂਸ ਆ। ਇਸ ਕਰਕੇ ਉਹ ਕਿੰਨੇ ਸਾਲਾਂ ਬਾਅਦ ਉਹ ਜੇ ਸਟੈਂਡ ਕੀਤੇ ਨੇ ਤੇ ਕਿਸਾਨੀ ਅੰਦੋਲਨ ਦੇ ਸਿਰ ਤੇ ਸਟੈਂਡ ਕੀਤੇ ਨੇ, ਅਦਰਵਾਈਜ਼ ਸਟੈਂਡ ਨਹੀਂ ਸੀ ਉਹ ਕਰ ਸਕਦੇ ਇਸ ਸਟੇਟ ਦੇ ਵਿੱਚ। ਹੁਣ ਜਿਹੜੀ ਜਿੱਥੋਂ ਤੱਕ ਗੱਲ ਆ ਕਿ ਖਾਲਿਸਤਾਨ ਆ ਜੂ, ਜੇ ਕੁਛ ਹੋ ਜੂ ਉਹ ਹੋ ਜੂ, ਦੇਖੋ ਗੱਲ ਇੱਕ ਆ, ਜਿੱਡੀ ਵੱਡੀ ਮਾਰ ਪੈ ਚੁੱਕੀ ਆ ਉਸੇ ਤਰੀਕੇ ਦੇ ਨਾਲ ਦੁਬਾਰਾ ਤੁਹਾਨੂੰ ਸਟੇਟ ਅਸੈਪਟ ਨਹੀਂ ਕਰੇਗੀ। ਕੋਈ ਮਾਂ ਬਾਪ ਨਹੀਂ ਚਾਹੇਗਾ ਕਿ ਉਹਦਾ ਘਰ ਉਜੜੇ, ਨਾ ਕਿਸੇ ਨੇ ਓਡੀ ਵੱਡੀ। ਉਹ ਠੀਕ ਆ, ਉਹ ਜੇ SYL ਦਾ ਮੁੱਦਾ ਨਾ ਹੁੰਦਾ, SYL ਉਹਦੇ ਤੋਂ ਪਹਿਲਾਂ ਨਿਰੰਕਾਰੀਆਂ ਵਾਲਾ ਕੰਮ ਨਾ ਹੁੰਦਾ 1978 ਵਾਲਾ, ਤੇ ਜੇ ਉਹਦੇ ਬਾਅਦ SYL ਦਾ ਮੁੱਦਾ ਨਾ ਹੁੰਦਾ ਤੇ ਇਹ ਐਜੀਟੇਸ਼ਨ ਨਾ ਚੱਲਦੀ, ਧਰਮ ਯੁੱਧ ਮੋਰਚਾ ਨਾ ਲੱਗਦਾ, ਤੇ ਸ਼ਾਇਦ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ, ਤੇ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਤੇ ਜੋ ਕੁਝ ਪੰਜਾਬ 'ਚ ਬਾਅਦ 'ਚ ਚੱਲਿਆ ਉਹ ਸ਼ਾਇਦ ਨਾ ਚੱਲਦਾ, ਠੀਕ ਹੈ। ਹੁਣ ਉਹਦੇ ਬਾਅਦ ਜੇ ਅਸੀਂ ਕਹਿ ਦਈਏ ਕਿ ਪਾਕਿਸਤਾਨ ਵੱਲੋਂ ਪਤਾ ਨਹੀਂ ਕਿੰਨਾ ਕੁ ਹਥਿਆਰ ਆ ਜਾਣਗੇ, ਦੇਖੋ ਜਿਹੜੇ ਛੁੱਟ ਪੁੱਟ ਆ ਉਹ ਫੜੇ ਜਾਂਦੇ ਨੇ। ਹੁਣ ਜਿੱਥੇ ਜਿੱਥੇ ਨਕਸਲੀ ਮੂਵਮੈਂਟਾਂ ਚੱਲ ਰਹੀਆਂ ਨੇ, ਠੀਕ ਆ, ਆਂਧਰਾ ਨੂੰ ਲੈ ਲਓ ਤੁਸੀਂ, ਦੂਸਰਾ ਇੱਧਰ ਕੀ ਕਹਿੰਦਾ ਆਪਣਾ ਛਤੀਸਗੜ੍ਹ ਨੂੰ ਲੈ ਲਓ, ਉਹਨਾਂ 'ਚ ਚੱਲ ਰਹੀ ਆ। ਉਹ ਲੋਕ ਆਪਣੇ ਹੱਕ ਹਕੂਕ ਦੇ ਲਈ ਲੜਦੇ ਆ। ਏਦਾਂ ਦੀਆਂ ਚੀਜ਼ਾਂ ਛੁੱਟ-ਪੁੱਟ ਚੱਲਦੀਆਂ ਰਹਿਣਗੀਆਂ। ਜੇ ਅਸੀਂ ਕਹਿ ਦਈਏ ਕੋਈ ਬਹੁਤ ਵੱਡਾ ਮੂਵਮੈਂਟ ਉੱਠ ਕੇ ਖੜੀ ਹੋਗੀ ਜੀ, ਬੜਾ ਵੱਡਾ ਨੁਕਸਾਨ ਹੋ ਜੂ ਸਟੇਟ ਦਾ, ਉਹ ਨਹੀਂ ਹੋਣਾ। ਹਾਂ, ਚੋਣਾਂ ਦੇ ਨੇੜੇ ਏਜੰਸੀਆਂ ਕਰਾ ਜਾਣ, ਕੋਈ ਹੋਰ ਰਲ ਮਿਲ ਕੇ ਕਰਾ ਦੇਣ, ਕਰਕੇ ਉਹ ਆਪੋ ਆਪਣੀਆਂ ਰੋਟੀਆਂ ਸੇਕਣ ਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਹਵਾ ਦਾ ਰੁੱਖ ਜਿਹੜਾ ਉਹ ਸਾਡੇ ਵੱਲ ਨੂੰ ਬਦਲ ਜਾਵੇ। ਕਈ ਵਾਰੀ ਹਵਾ ਦਾ ਰੁੱਖ ਬਦਲਣ ਦੀ ਜਗ੍ਹਾ ਪੁੱਠਾ ਵੀ ਚੱਲ ਜਾਂਦਾ ਹੁੰਦਾ, ਇਹ ਕੁਝ ਜ਼ਰੂਰੀ ਨਹੀਂ ਹੈ, ਕਿਹਾ ਨਹੀਂ ਜਾ ਸਕਦਾ ਹੁੰਦਾ। ਪਰ ਅਸੀਂ ਜੇ ਕਹਿ ਦਈਏ ਕਿ ਅਮਰੀਕਾ 'ਚ ਬੜੇ ਵੱਡੇ ਸੰਗਠਨ ਖੜੇ ਹੋ ਗਏ, ਬਹੁਤ ਕੁਝ ਹੋ ਗਿਆ, ਕੀ ਅਮਰੀਕਾ ਤੋਂ ਆ ਕੇ ਕੋਈ ਇੰਡੀਆ 'ਚ ਲੜ ਲੂਗਾ? ਕੀ ਕੈਨੇਡਾ ਤੋਂ ਆ ਕੇ ਕੋਈ ਲੜ ਲੂਗਾ? ਜਿਹੜੇ ਪਾਕਿਸਤਾਨ 'ਚ ਬੈਠੇ ਹੋ ਆ ਕੇ ਲੜ ਲੈਣਗੇ? ਜਿਨ੍ਹਾਂ ਨੂੰ ਤੋਰਨਗੇ ਕਿੰਨੇ ਕੁ ਦਿਨ ਤੁਰ ਲੈਣਗੇ? ਕਿੰਨੇ ਕੁ ਪਰਿਵਾਰ ਆ ਜਿਹੜੇ ਤੁਰ ਕੇ ਅੱਗੇ ਨਿਕਲ ਕੇ ਆ ਜਾਣਗੇ? ਕਿਸੇ ਨੇ ਨਹੀਂ ਆਉਣਾ। ਚੰਦ ਵਿਅਕਤੀ ਆ ਜਿਹੜਾ ਇੱਕ ਵਾਰੀ ਜਾ ਆ, ਜਿਹਨੇ ਇੱਕ ਵਾਰੀ ਥਾਣਾ ਦੇਖ ਲਿਆ ਜਾਂ ਜੇਲ੍ਹ ਦੇਖ ਲਿਆ, ਉਹ ਦੁਬਾਰਾ ਨਹੀਂ ਤੁਰਦਾ। ਜੋ ਹਾਲਾਤ ਬਣੀ ਹੋਈ ਆ ਜਾਂ ਜੋ ਪਿਛਲੇ ਸਮੇਂ 'ਚ ਸਾਰੇ ਲੋਕ ਦੇਖ ਚੁੱਕੇ ਆ ਕਿ ਕਿਉਂਕਿ ਜਿੰਨੀ ਦੇਰ ਤੱਕ ਕਿਸੇ ਮੂਵਮੈਂਟ ਦਾ ਮੂੰਹ ਸਿਰ ਨਾ ਹੋਵੇ ਉਨੀ ਦੇਰ ਤੱਕ ਕੋਈ ਬਹੁਤਾ ਵੱਡਾ ਉਹਦੇ ਤੋਂ ਖਤਰਾ ਵੀ ਨਹੀਂ ਹੁੰਦਾ। ਹਾਂ, ਜਾਂ ਤਾਂ ਐਜੀਟੇਸ਼ਨ ਖੜੀ ਹੋ ਜਾਵੇ, ਉਹ ਚੋਂ ਨਿਕਲ ਆਉਂਦਾ। ਹੁਣ ਗੱਲ ਰਹਿ ਗਈ ਕਿਸਾਨੀ ਅੰਦੋਲਨ ਦੀ, ਠੀਕ ਆ, ਕਿਸਾਨੀ ਅੰਦੋਲਨ ਵੀ ਉਹਦੇ 'ਚ ਚਾਹੇ ਅਲੱਗ-ਅਲੱਗ ਵਿਚਾਰਧਾਰਾ, ਸਿੱਖ ਵਿਚਾਰਧਾਰਾ ਦੀਆਂ ਵੀ ਜਥੇਬੰਦੀਆਂ ਨੇ, ਕਾਂਗਰਸ ਨਾਲ ਸੰਬੰਧਿਤ ਵੀ ਬੈਠੇ ਨੇ। ਪਰ ਉਹਦੇ 'ਚ ਸੁਰਿੰਦਰ ਵੀਰ ਆਪਾਂ ਥੋੜਾ ਜਿਹਾ ਇਹਦੇ ਤੇ ਗੱਲ ਕਰੀਏ। ਜਿਸ ਤਰ੍ਹਾਂ ਪਿਛਲੇ ਸਮੇਂ ਜਦੋਂ ਭਾਜਪਾ ਬਨਾਮ RSS ਤੇ ਅਕਾਲੀਆਂ ਦਾ ਸੰਬੰਧ ਟੁੱਟਿਆ ਤੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਖਾਲਿਸਤਾਨ ਦੀ ਗੱਲ ਗਾਹੇ ਬਗਾਹੇ ਥੋੜਾ ਜਿਹਾ ਕਰਨ ਲੱਗੇ, ਕਿਉਂਕਿ ਉਹ ਪੰਥਕ ਏਜੰਡਾ ਉਹਨਾਂ ਨੂੰ ਰਾਸ ਆਉਂਦਾ ਸੀ। ਪਰ ਟਕਸਾਲ ਜਿਹੜੀ ਦਮਦਮੀ ਟਕਸਾਲ ਹੈ, ਭਾਵੇਂ ਕੋਈ ਵੀ ਧਿਰਾਂ ਨੇ ਦੀਆਂ, ਉਹ ਅਜੇ ਇਸ ਮਾਮਲੇ 'ਚ ਖਾਸ ਕਰਕੇ ਦਮਦਮੀ ਟਕਸਾਲ ਜਿਹੜੀ ਆ ਹਰਨਾਮ ਸਿੰਘ ਵਾਲੀ, ਉਹ ਤਾਂ ਸਾਇਲੈਂਟ ਹੀ ਇਸ ਮਾਮਲੇ 'ਚ, ਕਿਉਂਕਿ ਉਹ ਤਾਂ ਅਕਾਲੀ ਦਲ ਬਾਦਲ ਨਾਲ ਹੀ ਅਲਾਇੰਸ ਹੈ ਨਾ ਸਿੱਧਾ ਹੀ।
ਉਦੋਂ ਜਿਹੜੀ ਸੰਤਾਂ ਵੇਲੇ ਸਾਰਾ ਇਹ ਚੀਜ਼ਾਂ ਉੱਠੀਆਂ, ਇਹ ਦੇਸ਼ ਦੇ ਵਿੱਚ ਪਹਿਲੀ ਵਾਰ ਸੀਗਾ। ਤੇ ਇੱਥੋਂ ਤੱਕ ਕਿ ਨਕਸਲ ਅੰਦੋਲਨ ਵੀ ਸੀ ਜਿਹੜਾ, ਉਹ ਵੀ ਦੇਸ਼ 'ਚ ਪਹਿਲੀ ਵਾਰ ਸੀ। ਦੂਜੀ ਵਾਰੀ ਬਹੁਤ ਮੁਸ਼ਕਲ ਹੈ, ਕਿਸੇ ਵੀ ਖਿੱਤੇ 'ਚ ਇਹ ਚੀਜ਼ ਹੋ ਨਹੀਂ ਸਕਣੀ। ਹੁਣ ਤੇ ਕਸ਼ਮੀਰ 'ਚ ਨਹੀਂ ਹੋ ਪਾਈ ਕਿਉਂਕਿ ਲੋਕਾਂ ਦਾ ਰੁਝਾਨ ਬਦਲਿਆ, ਲੋਕ ਸਮਝਣ ਲੱਗੇ ਨੇ, ਲੋਕ ਸਮਝ ਰਹੇ ਨੇ। ਇਹ ਜਥੇਬੰਦੀਆਂ ਨੂੰ ਵੀ ਪਤਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ। ਪਰ ਹੁਣ ਭਾਵੇਂ ਬਿਆਨ ਸਿੰਘ ਦੀ ਮੌਤ ਵਾਲਾ 31 ਅਗਸਤ ਹੋਵੇ ਜਾਂ ਕੋਈ ਹੋਰ ਮਾਮਲਾ ਹੋਵੇ, 84 ਦਾ ਮਾਮਲਾ ਹੋਵੇ, ਤੇ ਕੁਝ ਜਿਹੜੀਆਂ ਇਹ ਜਥੇਬੰਦੀਆਂ ਨੇ ਉਹ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰ ਦਿੰਦੀਆਂ ਨੇ। ਹੁਣ ਉਸ ਦਿਨ ਦਿਲਾਵਰ ਨੂੰ ਜਿਹੜਾ ਸਰੋਪਾ ਦਿੱਤਾ ਜਾਂਦਾ ਉਹਦੇ ਪਰਿਵਾਰ ਨੂੰ, ਪਰ ਉਹ ਬਾਰ-ਬਾਰ ਇੱਕ ਵਿਅਕਤੀ ਅਪਾਇੰਟ ਹੋ ਜਾਂਦਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਤੇ ਬਾਰ-ਬਾਰ ਸਰੋਪਾ ਦੇ ਕੇ ਸਾਰ ਦਿੱਤਾ ਜਾਂਦਾ। ਇੱਕ ਵਕਤੀ ਤੌਰ ਤੇ ਖਾਨਾ ਪੂਰਤੀ ਕਰ ਦਿੰਦੀ SGPC। ਅਕਾਲ ਤਖਤ ਤਾਂ ਪ੍ਰਵਾਨਤਰ ਨਹੀਂ ਨਾ ਕਰਦਾ। ਅਕਾਲ ਤਖਤ ਤੋਂ ਤਾਂ ਨਹੀਂ ਕੋਈ ਏਡਾ ਸਮਾਗਮ ਹੁੰਦਾ ਜਿਸ ਦੇ ਵਿੱਚ ਦਿਲਾਵਰ ਦੇ ਪਰਿਵਾਰ ਨੂੰ ਕੋਈ ਸਨਮਾਨ ਕੀਤਾ ਜਾਵੇ। ਹੁਣ ਇਹਦੇ 'ਚ ਜਿਹੜੇ ਬਾਕੀ ਲਾਣਾ, ਹੁਣ ਜਿਵੇਂ ਅਜਮੇਰ ਸਿੰਘ ਹੋਰੀ ਨੇ, ਜਾਂ ਇਹ ਜਿਹੜੇ ਨਵੇਂ ਕਾਮਰੇਡੀ ਛੱਡ ਕੇ ਇੱਧਰ ਆਏ ਲੋਕ ਨੇ ਨਾ, ਜਦੋਂ ਕਾਮਰੇਡ ਸਿੱਖ ਬਣਦਾ ਨਾ ਤਾਂ ਬੇੜਾ ਗਰਕ ਕਰਦਾ। ਸਿੱਖੀ ਦਾ ਜ਼ਿਆਦਾ ਕਰਦਾ, ਕਾਮਰੇਡੀ ਦਾ ਤਾਂ ਜੋ ਹੈ ਹੀ ਹੈ। ਉਹ ਦੋਨਾਂ 'ਚ ਹੀ ਜਾਲੀ ਹੁੰਦਾ। ਉਹ ਸਿੱਖ ਵੀ ਜਾਲੀ ਹੈ ਤੇ ਉਹ ਕਾਮਰੇਡ ਵੀ ਜਾਲੀ ਹੁੰਦਾ। ਹਾਲਾਂਕਿ ਸੱਚੇ ਸੁੱਚੇ ਕਾਮਰੇਡ ਠੀਕ ਹੈ, ਧਰਮ ਦੀ ਆਲੋਚਨਾ ਕਰਦੇ ਨੇ ਜਿੱਥੇ ਧਰਮ ਗਲਤ ਹੈ। ਗੁਰੂ ਨਾਨਕ ਫਲਸਫੇ ਦੇ ਅਧੀਨ, ਕਿਉਂਕਿ ਗਲਤ ਧਰਮ ਦੀ ਤਾਂ ਗੁਰਬਾਣੀ ਨੇ ਬਥੇਰੀਆਂ ਧੱਜੀਆਂ ਉਡਾਈਆਂ ਨੇ ਪਖੰਡ ਦੀਆਂ। ਤਾਂ ਜੇ ਧਰਮ 'ਚ ਪਖੰਡ ਹੈ, ਭਾਵੇਂ ਉਹ ਸਿੱਖੀ 'ਚ ਹੈ ਭਾਵੇਂ ਉਹ ਕਿਸੇ ਵੀ ਧਰਮ 'ਚ ਹੈ, ਕਿਉਂਕਿ ਸਿੱਖੀ ਦੇ ਪਖੰਡ ਦੀ ਤਾਂ ਉਦੋਂ ਧੱਜੀਆਂ ਨੇ ਉਡੀਆਂ ਕਿਉਂਕਿ ਨਵਾਂ ਸੈਗਮੈਂਟ ਸੀ ਇੱਕ। ਇਸ ਦੇ ਵਿੱਚ ਜਿਹੜਾ ਕੁਝ ਨਵੇਂ ਆਏ ਲੋਕ ਨੇ ਜਿਹੜੇ ਏਜੰਸੀਆਂ ਨਾਲ ਆਪਣੀ ਸੱਜਰੀ ਸਾਕੇਦਾਰੀ ਰਿਸ਼ਤੇਦਾਰੀ ਨਿਭਾਉਂਦੇ ਨੇ, ਉਹ ਹੁਣ ਭਾਵੇਂ ਉਹ ਦੀਪ ਸਿੱਧੂ ਵਾਲਾ ਲਾਣਾ, ਉਹ ਨਵੇਂ ਇਹਨਾਂ ਨੂੰ 9-9 ਫੁੱਟ ਸ਼ਹੀਦ ਸਿੰਘ ਦਿੰਦੇ ਨੇ। ਹੁਣ ਲੱਖਾ ਕਹਿੰਦਾ ਭਾਈ ਤੁਸੀਂ ਇਹ ਪ੍ਰਚਾਰ ਕਿਉਂ ਕਰਦੇ ਹੋ? ਜੇ ਸ਼ਹੀਦ ਪਹਿਰਾ ਦਿੰਦੇ ਹੁੰਦੇ ਤਾਂ ਤੁਹਾਡੇ ਨਾਲੋਂ ਵੱਧ ਕੁਰਬਾਨੀਆਂ ਤਾਂ ਦਵਿੰਦਰ ਭੁੱਲਰ ਹੋਰਾਂ ਦੀਆਂ ਨੇ, ਜਿਹੜੇ ਉਹਨਾਂ ਦੀਆਂ ਨੇ 30-30 ਸਾਲ ਦੇ ਜੇਲ੍ਹਾਂ 'ਚ ਬੈਠੇ ਨੇ, ਤੇ ਤੂੰ 4 ਦਿਨ ਉੱਥੇ ਰਿਹਾ ਤੇ ਆਪੇ ਤੂੰ ਪੇਸ਼ ਹੋ ਗਿਆ। ਤੇਰੇ ਆਲੇ ਦੁਆਲੇ ਪਹਿਰਾ ਕਿਹੜੇ ਸ਼ਹੀਦ ਨੇ ਦੇ ਦਿੱਤਾ ਬਈ? ਤੇਰੇ ਨਾਲ ਤਾਂ ਜ਼ਿਆਦਾ ਕੁਰਬਾਨੀ ਵਾਲੇ ਜੇਲ੍ਹਾਂ 'ਚ ਬੈਠੇ ਜਿਨ੍ਹਾਂ ਦੀਆਂ ਜ਼ਿੰਦਗੀਆਂ, ਪੁੱਛੋ ਕਦੇ ਦਵਿੰਦਰਪਾਲ ਦੀ ਘਰ ਵਾਲੀ ਨੂੰ ਕਿੰਨਾ ਤਸ਼ੱਦਦ ਕੀਤਾ ਉਸ ਭੈਣ ਨੇ, ਕਿੰਨਾ ਮਤਲਬ ਉਹਨੇ ਤਰਾਸਦੀ ਝੱਲੀ ਹੈ, ਤੇ ਕਿਸ ਤਰ੍ਹਾਂ ਉਹਨੇ ਮਤਲਬ ਆਪਣੇ ਪਤੀ ਦੇ ਵਾਸਤੇ ਸਾਰਾ ਸਿਰੜ ਉਹਨਾਂ ਦੀ ਵਾਈਫ ਨੇ ਨਿਭਾਇਆ। ਪੁੱਛੋ ਉਹਨਾਂ ਭੈਣਾਂ ਨੂੰ ਜਿਹੜੀਆਂ ਵਿਡੋ ਹੋ ਗਈਆਂ ਨੇ, ਜਿਨ੍ਹਾਂ ਨੇ ਸਾਰਾ ਕੁਝ ਗੁਰਬਤ ਤਸ਼ੱਦਦ ਆਪਣੇ ਤੇ ਚਲਾਇਆ। ਉੱਥੇ ਤਾਂ ਕਿਤੇ ਸ਼ਹੀਦ ਦਾ ਪਹਿਰਾ ਨਹੀਂ ਹੋਇਆ। ਦੀਪ ਸਿੱਧੂ ਵਰਗੇ ਜਿਹੜੇ ਲੋਕ ਨੇ ਉਹ ਨਵੀਂ ਪੀੜ੍ਹੀ ਨੂੰ, ਨਵੇਂ ਪੋਚ ਨੂੰ ਇੱਦਾਂ ਦੀਆਂ ਗੱਲਾਂ ਕਰਕੇ, ਸੰਤਾਂ ਦੀਆਂ ਸਾਖੀਆਂ ਸੁਣਾ ਕੇ ਇੱਕ ਗਲਤ ਟਰੈਕ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਅਸਲ ਦੇ ਵਿੱਚ ਉਹਨਾਂ ਨੂੰ ਇੱਕ ਨਵੇਂ ਜਿਹੜੇ ਨੇ ਨਾ ਸ਼ਿਕਾਰ ਚਾਹੀਦੇ ਆ, ਜਿਨ੍ਹਾਂ ਨੇ ਨਵਾਂ ਸਿਰ ਵਾਰਨ ਦਾ ਝੱਲ ਪਾ ਲਿਆ ਹੋਵੇ। ਉਹ ਉਹਨਾਂ ਲੋਕਾਂ ਨੂੰ ਫਿਰ ਕੈਸ਼ ਕਰਦੇ ਨੇ, ਉਹ ਅੰਦਰ ਡੱਕੇ ਜਾਂਦੇ ਨੇ ਤੇ ਏਜੰਸੀਆਂ ਨੂੰ ਰਾਸ ਆ ਜਾਂਦਾ। ਇਹ ਜਿਹੜੀ ਨਵੀਂ ਪਨੀਰੀ ਪੈਦਾ ਕਰਨ ਵਾਲੀਆਂ ਇਹ ਜਿਹੜੀਆਂ ਤੁਰਦੀਆਂ ਫਿਰਦੀਆਂ ਸੰਸਥਾਵਾਂ ਨੇ ਨਾ, ਹਾਲਾਂਕਿ ਦੀਪ ਸਿੱਧੂ ਵਰਗੇ ਬੰਦੇ ਨੂੰ ਜਸਵੰਤ ਸਿੰਘ ਖਾਲੜਾ ਦਾ ਨਹੀਂ ਪਤਾ, ਉਹ ਵੀ ਇੱਕ ਫਿਲਮ ਬਣ ਲੱਗੀ ਸੀ ਤਾਂ ਆਇਆ ਇਹ। ਕਹਿੰਦਾ ਮੈਂ ਤਾਂ ਖਾਲੜਾ ਲਾਕਡਾਊਨ ਦੇ ਦੌਰਾਨ ਪੜਿਆ ਵੀ ਖਾਲੜਾ ਵੀ ਕਿਸੇ ਲਾਹਨਤ ਹੈ ਵਕਾਲਤ ਹੈ, ਜਿਹਨੂੰ ਏਡਾ ਹਿਊਮਨ ਰਾਈਟਸ ਦਾ ਕੇਸ ਨਾ ਪਤਾ ਹੋਵੇ, ਕਰਪਾਲ ਸਿੰਘ ਰੰਧਾਵਾ ਕੇਸ ਦਾ ਨਾ ਪਤਾ ਹੋਵੇ, ਰੇਅਰੈਸਟ ਆਫ ਰੇਅਰ ਕੇਸ ਸੀਗਾ ਇਹ। ਖੈਰ ਇਹ ਇਹਨਾਂ ਤੇ ਥੋੜੀ ਜਿਹੀ ਗੱਲਬਾਤ ਕਰੋ ਕਿ ਇਹਨਾਂ ਦਾ ਕੁਝ ਕਰ ਪਾਉਣਗੇ ਇਹ ਏਜੰਸੀਆਂ ਦੇ ਹੱਕ। ਗੁਰਵੀਰ ਸਵਾਗਤ ਹੈ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਟਵਾਣਾ ਸਾਹਿਬ। ਮੈਂ ਕਿਹਾ ਐਪ ਨਹੀਂ ਚੱਲ ਰਿਹਾ ਅੱਜ। ਬਿਲਕੁਲ ਮੈਂ ਪਹਿਲਾਂ ਤੁਹਾਨੂੰ ਮੈਸੇਜ ਵੀ ਕੀਤਾ, ਸ਼ਾਇਦ ਤੁਸੀਂ ਦੇਖਿਆ ਨਹੀਂ। ਨਹੀਂ ਕਾਲ ਕਰ। ਐਪ ਕਿਹੜੀ, ਐਂਡਰਾਇਡ ਵਾਲੀ ਆਈਫੋਨ? ਨਹੀਂ ਆਈਫੋਨ ਤੇ। ਹਾਂਜੀ ਓਕੇ ਮੈਂ ਉਹ ਤਾਂ ਮੈਂ ਨੋਰਮਲੀ ਉੱਤੇ ਹੀ ਸੁਣਦਾ ਹੁੰਦਾ। ਹਾਂਜੀ ਤੇ ਨਾਲੇ ਮੈਂ ਕਹਿਣਾ ਸੀ ਉਹ ਮੈਂ ਤੁਹਾਨੂੰ, ਹਾਂਜੀ ਤੇ ਉਹ ਜਿੱਦਾਂ ਮੈਂ ਤੁਹਾਨੂੰ ਦੱਸਣਾ ਸੀ, ਇੱਕ ਮੈਂ ਤੁਹਾਨੂੰ ਬਹੁਤ ਖਾਸ ਬੰਦੇ ਦਾ ਜਗਰੂਪ ਸਿੰਘ ਬਾਠਾ, ਉਹ ਸੁਰਿੰਦਰ ਸਾਹਿਬ ਹੋਣਾ ਤੋਂ ਜਾਣਦੇ ਆ, ਉਹ ਇੱਥੇ ਹੀ ਆ ਰਹਿੰਦੇ ਇੰਗਲੈਂਡ ਦੇ ਵਿੱਚ। ਜੇ ਉਹਨਾਂ ਨੂੰ ਤੁਸੀਂ ਕਿਤੇ 5-10 ਮਿੰਟ ਲਿਆਓ ਤਾਂ ਚੱਜ ਨਾਲ ਐਂ ਦੱਸਣਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਐਕਚੁਅਲੀ ਉਹਨਾਂ ਦੇ ਨਾਲ ਕੀ ਹੋਇਆ। ਉਹ ਬੋਰਨ ਵੀ ਮੱਧ ਪ੍ਰਦੇਸ਼ ਦੇ ਸੀਗੇ ਉਹ ਤਾਂ, ਤੇ ਉਹਨਾਂ ਨੂੰ ਮੈਂ ਨੰਬਰ ਵੀ ਤੁਹਾਡਾ, ਮੈਂ ਉਹਨਾਂ ਦਾ ਪ੍ਰੋਗਰਾਮ ਵੀ ਤੁਹਾਡਾ ਕੋਈ ਨਹੀਂ ਗੱਲਬਾਤ ਕਰਾਂਗੇ ਕਦੇ। ਥੈਂਕ ਯੂ। ਹਾਂਜੀ ਐਪ ਨਹੀਂ ਚੱਲ ਰਿਹਾ, ਮਾੜਾ ਦੇਖਿਓ। ਥੈਂਕ ਯੂ। ਪਲੀਜ਼ ਕਾਲ ਕਰਦਿਆ ਕਰੋ। ਚਲੋ ਤੁਸੀਂ ਵੈਬਸਾਈਟ ਤੇ ਸੁਣ ਲੈਣਾ ਜਾਂ ਫੇਸਬੁੱਕ YouTube ਵੀ ਲਾਈਵ ਹੈ ਗੁਰਵੀਰ। ਮਿਹਰਬਾਨੀ ਥੈਂਕ ਯੂ। ਸੋ ਬੇਨਤੀ ਹੈ ਜੇ ਐਪ, ਕਿਉਂਕਿ ਐਪ ਹੁਣ ਅਪਡੇਟ ਹੋਣੀਆਂ ਨੇ, ਸਾਲ ਹੋਣ ਵਾਲਾ ਤਕਰੀਬਨ, ਤੇ ਅਗਲੇ ਮਹੀਨੇ ਅਪਡੇਟ ਹੋਣੀਆਂ ਨੇ ਸ਼ਾਇਦ, ਇਸ ਕਰਕੇ ਕਈ ਵਾਰੀ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ। ਤੇ ਸੁਰਿੰਦਰ ਵੀਰ, ਇਹ ਜਿਹੜੇ ਹੁਣ ਨਵਾਂ ਸ਼ਿਕਾਰ ਪੈਦਾ ਕਰ ਰਹੇ ਨੇ ਏਜੰਸੀਆਂ ਦੇ ਵਾਸਤੇ, ਨਵੀਂ ਜੁਗਾੜਬਾਜੀ ਪੈਦਾ ਕਰ ਰਹੇ ਨੇ ਖਾਲਿਸਤਾਨ ਦੇ ਨਾਂ ਤੇ, ਇਹ ਸਰਕਾਰਾਂ ਦੀਆਂ ਏਜੰਸੀਆਂ ਦੇ ਪੇਡ
ਜਿਨ੍ਹਾਂ ਦੇ ਪਾਸਪੋਰਟ ਬਦਲ ਕੇ ਨਾਮ ਬਦਲ ਕੇ ਮੌਜਾਂ ਕਰਦੇ ਨੇ। ਲੋਕ ਲਗਜ਼ਰੀ ਲਾਈਫ ਹੰਢਾਉਂਦੇ ਨੇ। ਸਿੱਖਾਂ ਦੀ ਕਿਸ ਵਿਧ ਰੁਲੀ ਪਾਤਸ਼ਾਹੀਆਂ ਦਾ ਉਚੇਚ ਕਰਕੇ ਜਾਣੀ ਫੇਲ ਹੋਏ ਕਾਮਰੇਡ ਦਾੜੀਆਂ ਦੂੜੀਆਂ ਰੱਖ ਕੇ ਨਾ ਬੜੀ ਜੁਗਾੜਬਾਜੀ ਚਲਾ ਰਹੇ ਨੇ। ਬੜੀਆਂ ਲਵਿਆਂ ਤੇ ਜਿਹੜਾ ਕਾਠੀਆਂ ਪਾ ਕੇ ਸਵਾਰੀ ਕਰਦੇ ਨੇ ਖਾਲਿਸਤਾਨ ਦੇ ਨਾਂ ਤੇ। ਇਹ ਕਿੱਥੇ ਕੁ ਖੜਾ ਇਹਨਾਂ ਦਾ ਸਿਲਸਿਲਾ ਜੀ? ਨਹੀਂ, ਸਿਲਸਿਲਾ ਜੇ ਹੋਊਗਾ ਤਾਂ ਖੜਾ ਹੋਊ ਜਦੋਂ ਹੈ ਹੀ ਕੱਖ ਨਹੀਂ। ਖੜਾ ਤਾਂ ਹੋਊਗਾ ਨਾ ਜੇ ਕੱਖ ਹੋਊਗਾ। ਹੁਣ ਤੁਸੀਂ ਦੇਖੋ, ਸ਼ੰਭੂ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ। ਸ਼ੰਭੂ ਤੋਂ ਪਹਿਲਾਂ ਜਿੱਦਣ ਚੰਡੀਗੜ੍ਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉੱਥੇ ਕੀ ਖਿੱਲੀ ਉੜੀ ਸੀ। ਰਹਿੰਦੀ ਖੁੰਦੀ ਆ ਕੇ ਇੱਥੇ ਉਡਾ ਲਈ ਤੇ ਰਹਿੰਦੇ ਖੁੰਦੇ ਪਰਖ ਚ ਇਹਨਾਂ ਦੇ ਆਪਾਂ ਉਡਾਤੇ ਸੀ ਵੀ ਉੱਥੇ ਤੇ ਕੱਖ ਵੀ ਨਹੀਂ। ਠੀਕ ਆ, ਆਪਣੇ ਮਗਰ ਪੈ ਰਹੇ। ਸਾਡੇ ਮਗਰ ਕੀ ਪੈ ਕੇ ਲੈਂਦੇ ਜਦੋਂ ਸਾਨੂੰ ਤਾਂ ਪਾਸੀ ਦੇ ਸੱਚ ਬੋਲਿਆ ਸੀ ਵੀ ਇਹਨਾਂ ਦੇ ਅੱਲੇ ਪੱਲੇ ਹੀ ਕੱਖ ਨਹੀਂ ਹੈ। ਇਹਦਾ ਚੈਨਲਾਂ ਨੂੰ ਪੈਸੇ ਦਿੰਦੇ ਆ ਤੇ ਇਹਨਾਂ ਦਾ ਦਿਖਾਈ ਜਾ ਰਿਹਾ, ਹੋਰ ਉੱਥੇ ਹੈ ਹੀ ਕੱਖ ਨਹੀਂ। ਜਦੋਂ ਬੰਦਾ ਨਹੀਂ ਪਰਿੰਦਾ ਨਹੀਂ ਹੈ ਤੇ ਫਿਰ ਉੱਥੇ ਹੋਣਾ ਕੀ ਸੀਗਾ? ਔਰ ਉਹਦੇ ਬਾਅਦ ਉਹਦੇ ਵਿੱਚੋਂ ਕਿੰਨੇ ਵਿਅਕਤੀ ਇੱਕ ਕਰਕੇ ਛੱਡ ਕੇ ਭੱਜੇ, ਦਿੱਲੀ ਨੂੰ ਗਏ, ਕੀ ਕੁਛ ਹੋਇਆ। ਹੁਣ ਜਿਹੜਾ ਕੁਛ ਆਪਾਂ ਉਹ ਗਿਣਨਾ ਨਹੀਂ ਚਾਹੁੰਦੇ, ਜਿਹੜਾ ਕੁਛ ਹਰਦੀਪ ਸਿੰਘ ਡਿਬੜਵੇ ਨਾਲ ਹੋਇਆ। ਹੁਣ ਇਹ ਵਾਰ-ਵਾਰ ਰਾਜਨੀਤੀ ਕਰਦੇ ਸੀ। ਕਿਸਾਨ ਆਗੂਆਂ ਨੇ ਵੀ ਰਾਜਨੀਤੀ ਕਰਕੇ ਦਿਖਾਤੀ। ਉਹਨਾਂ ਨੇ ਵੀ ਲੈ ਆਂਦਾ। ਉਹਨਾਂ ਕਿਹਾ ਵੀ ਲਓ, ਜਿਹੜਾ ਨਵਰੀਤ ਸੀਗਾ ਉਹਦਾ ਪਿਓ ਹੀ ਲਿਆ ਕੇ, ਪਿਓ ਤੇ ਮਾਂ ਦੋਨੋਂ ਖੜਾਤੇ ਅਗਲੇ ਨੇ ਸਟੇਜ ਤੇ। ਉਹ ਕਹਿੰਦੇ ਲੈ ਲਓ ਫਿਰ, ਹੁਣ ਤੱਕ ਤੁਸੀਂ ਰਾਜਨੀਤੀ ਕਰਦੇ ਸੀ, ਹਲੇ ਫੜੋ ਕਰ ਲਓ ਕੀ ਕਰਨਾ। ਹੁਣ ਗੱਲ ਤੇ ਆ ਕਿ ਉਹ ਵਿਚਾਰਾ 80 ਸਾਲ ਦਾ ਬਜ਼ੁਰਗ, ਤੁਸੀਂ ਉਹਦੀ ਵੀ ਖੇਹ ਕਰਾ ਕੇ ਤੋੜ ਦਿੱਤਾ। ਮੈਂ ਤਾਂ ਵਾਰ-ਵਾਰ ਕਹਿੰਦਾ ਸੀ, ਆਪਾਂ ਜਿੰਨੀ ਵਾਰੀ ਜਦੋਂ 26 ਜਨਵਰੀ ਤੋਂ ਲੈ ਕੇ ਮੈਂ ਵਾਰ-ਵਾਰ ਕਹਿੰਦਾ ਸੀ ਕਿ ਹਰਦੀਪ ਸਿੰਘ ਡਿਬੜਵਾ ਨੂੰ ਇਸ ਟੈਂਟੇ 'ਚ ਨਹੀਂ ਪੈਣਾ ਚਾਹੀਦਾ। ਉਹਨਾਂ ਨੂੰ ਇਹਦੇ ਤੋਂ ਦੂਰ ਰਹਿਣਾ ਚਾਹੀਦਾ। ਠੀਕ ਹੈ, ਸਿਆਣੇ ਬਿਆਣੇ ਬੰਦੇ ਦੀ ਖੇਹ ਕਰਵਾ ਕੇ ਤੋੜ ਦਿੱਤਾ। ਠੀਕ ਆ, ਉਹਦੇ ਘਰ ਦੇ ਹਰ ਘਰ ਦੇ ਵਿੱਚ ਇਹ ਪਾੜੋ ਧਾੜ ਹੁੰਦੀ ਆ। ਹਰ ਘਰ 'ਚ ਹੁੰਦਾ ਕਿ ਉਹ ਅੱਧਾ ਕਿੱਲਾ ਫਾਲਤੂ ਲੈ ਗਿਆ, ਉਹ ਕਿੱਲਾ ਲੈ ਗਿਆ, ਉਹ 2 ਕਨਾਲ ਲੈ ਗਿਆ, ਉਹਨੇ ਮੇਰੀ ਵੱਟ ਵੱਢ ਲਈ, ਉਹਨੇ ਚਾਰ ਖਾਣ ਵੱਧ ਲੈ ਲਏ ਆ ਜੀ, ਉਹਨੇ ਆ ਘਰ ਦੀ ਫਲਾਨੀ ਕੋਨਾ ਮੱਲ ਲਿਆ, ਉਹ ਮੱਝ ਜਿਹੜੀ ਉਹ ਵਧੀਆ ਲੈ ਗਿਆ, ਤੋਕੜ ਮੈਨੂੰ ਛੱਡਤੀ। ਸਾਰੇ ਘਰਾਂ 'ਚ ਹੁੰਦੇ ਆ। ਪਰ ਮਾਪਿਆਂ ਨੂੰ ਤਾਂ ਹੀ ਲੱਗਿਆ ਨਾ, ਜੇ ਹਰਦੀਪ ਸਿੰਘ ਡਿਬੜਵਾ ਗਲਤ ਟਰੈਕ ਤੇ ਲਿਜਾ ਰਹੇ ਨੇ, ਕਿਤੇ ਨਾ ਕਿਤੇ ਮਾਪਿਆਂ ਨੇ ਫਿਰ ਉਜ਼ਰ ਤਾਂ ਉਹਨਾਂ ਦਾ ਸਹੀ ਸੀ, ਪਰ ਉਹਨਾਂ ਨੇ ਆਪਣਾ ਕਿ ਠੀਕ ਆ ਪਿਓ ਪੁੱਤ 'ਚ ਨਹੀਂ ਬਣਦੀ ਹੁੰਦੀ, ਇਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਨੂੰ ਮਜਬੂਰਨ ਆਉਣਾ ਪਿਆ। ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਹਰਦੀਪ ਸਿੰਘ ਡਿਬੜਵਾ ਸਤਿਕਾਰਤ ਨੇ, ਉਹਨਾਂ ਨੂੰ ਸਤਿਕਾਰ ਹਾਸਲ ਕਰਦੇ ਰਹਿਣਾ ਚਾਹੀਦਾ ਸੀ। ਪਰ ਉਹ ਬਾਰ-ਬਾਰ ਅਜਿਹੇ ਪੋਲੀਟੀਕਲ ਲੋਕਾਂ ਦੇ ਟਰੈਪ 'ਚ ਆਏ ਤੇ ਆਪਣਾ ਅਕਸ ਉਹਨਾਂ ਨੇ ਧੁੰਦਲਾ ਕਰ ਲਿਆ। ਮਾਫ ਕਰਨਾ, ਅਫਸੋਸ ਨਾਲ ਇਹ ਗੱਲ ਸਾਂਝੀ ਕਰਨੀ ਪੈਂਦੀ ਹੈ, ਕਿਉਂਕਿ ਦੇਖੋ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਪਿੱਛੇ ਹਟ ਗਈਆਂ। ਅਫਸੋਸ ਇਸ ਗੱਲ ਦਾ ਕਿ ਇੱਕ ਬੱਚੇ ਦੀ ਜਾਨ ਗਈ ਹੈ, ਨੌਜਵਾਨ ਦੀ। ਇਹ ਠੀਕ ਹੈ ਕਿ ਕੁਤਾਹੀ ਉਹਨੇ ਵੀ ਕੀਤੀ ਹੈ, ਓਵਰ ਸਪੀਡ ਟਰੈਕਟਰ ਭਜਾਇਆ, ਐਕਸ਼ਨ ਉਹਦਾ ਵੀ ਗਲਤ ਸੀ, ਪਰ ਜਿਹੜਾ ਪੁਲਿਸ ਨੇ ਐਕਸ਼ਨ ਕੀਤਾ ਉਹ ਤਾਂ ਨਾਕਾਬਲੇ ਬਰਦਾਸ਼ਤ ਹੈ ਨਾ, ਉਹਨੂੰ ਤੇ ਮਨਫੀ ਨਹੀਂ ਕੀਤਾ ਜਾ ਸਕਦਾ ਨਾ। ਸੋ ਉਹ ਚੀਜ਼ਾਂ ਹੋਈਆਂ ਨੇ। ਜੀ ਸੁਰਿੰਦਰ, ਤੇ ਮੈਂ ਉਸੇ ਤੇ ਆਉਣ ਲੱਗਾ। ਦੇਖੋ ਕੀ ਆ, ਹੁਣ ਜਦੋਂ ਤੁਸੀਂ ਵਾਰ-ਵਾਰ ਇੱਕੋ ਅੰਦੋਲਨ ਨੂੰ ਭੰਡਦੇ ਤੁਰੇ ਜਾਓਗੇ, ਠੀਕ ਹੈ ਨਾ। ਹੁਣ ਇਹ ਸਭ ਨੂੰ ਪਤਾ, ਜਿਹੜਾ ਵਿਅਕਤੀ ਡੈਡ ਬੋਡੀ ਲੈ ਕੇ ਜਾ ਰਿਹਾ, ਜਦੋਂ ਉਹ ਕਹਿੰਦਾ ਕਿ ਇਹ ਐਕਸੀਡੈਂਟ ਆ, ਇਹ ਪੁਲਿਸ ਦੀ ਗੋਲੀ ਨਾਲ ਕਤਲ ਨਹੀਂ ਹੋਇਆ, ਠੀਕ ਹੈ, ਤੁਸੀਂ ਆ ਕੇ ਨਵਾਂ ਡੰਬਰ ਰਚ ਲੈਂਦੇ ਹੋ। ਮੈਂ ਉਦੋਂ ਵੀ ਗੱਲ ਕਹੀ ਸੀ ਕਿ ਗਲਤ ਦਿਸ਼ਾ 'ਚ ਜਾ ਰਿਹਾ। ਫਿਰ ਪਹਿਲਾਂ ਸੁਖਪਾਲ ਖਹਿਰਾ ਆਪਣੇ ਮਕਸਦ ਲਈ ਵਰਤਦਾ ਰਿਹਾ। ਜਦੋਂ ਸੁਖਪਾਲ ਖਹਿਰੇ ਨੂੰ ਅੱਗੇ ਥਾਂ ਮਿਲੀ, ਭੱਜ ਗਿਆ, ਉਸੇ ਕਾਂਗਰਸ ਦੀ ਗੋਦੀ ਜਾ ਕੇ ਬੈਠ ਗਿਆ ਜਿੱਥੋਂ ਉੱਠ ਕੇ ਆਇਆ ਸੀਗਾ। ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ ਬਚਿਆ। ਹੁਣ ਬੇਇੱਜ਼ਤੀ ਕਿਹਦੀ ਹੋਈ? ਉਸ ਬਜ਼ੁਰਗ ਦੀ ਹੋਈ ਨਾ, ਜਿਹੜੇ ਨੇ 27 ਮਈ ਨੂੰ ਨਵੀਂ ਪਾਰਟੀ ਲਾਂਚ ਕਰਨੀ ਸੀ। ਜਦੋਂ ਉਹਨੂੰ ਪਤਾ ਲੱਗ ਗਿਆ ਕਿ ਸੁਖਪਾਲ ਖਹਿਰਾ ਭੱਜਦਾ, ਉਹ ਵਿਚਾਰਾ ਚੁੱਪ ਹੋ ਗਿਆ। ਫਿਰ ਲੋਕ ਅਧਿਕਾਰ ਲਹਿਰ ਵੱਲ ਨੂੰ ਵਿਚਾਰਾ ਤੁਰ ਪਿਆ। ਉੱਥੇ ਵੀ ਉਹਨੇ ਕਿਹਾ ਕਿ ਮੇਨ ਬੁਲਾਰਾ ਵੀ ਇਹ ਹੋਊਗਾ, ਮੁੱਖ ਮੰਤਰੀ ਦਾ ਚਿਹਰਾ ਵੀ ਉਹ ਹਰਦੀਪ ਸਿੰਘ ਡਿਬੜਵਾ ਨੂੰ ਬਣਾਉਣ ਲੱਗੇ। ਉੱਥੋਂ ਫੇਰ ਖਿੱਚ ਕੇ ਲੈ ਆਏ ਕਿ ਇੱਧਰ ਆ ਜਾਓ ਜੀ, ਮਾਰਚ ਲੈ ਕੇ ਚੱਲੋ ਦਿੱਲੀ ਵੱਲ ਨੂੰ। ਮਾਰਚ 'ਚ 100 ਬੰਦਾ ਨਹੀਂ ਪਹੁੰਚਿਆ। ਹੁਣ ਗੱਲ ਤੇ ਆ, ਤੁਸੀਂ ਜੇ ਸਟੇਟ 'ਚ ਰਹਿੰਦੇ ਹੋ, ਜਿੱਥੋਂ ਦਾ ਤੁਸੀਂ ਬੈਠੇ ਹੋ, ਤੁਸੀਂ ਕਾਹਨੂੰ ਦੂਜੀਆਂ ਸਟੇਟਾਂ 'ਚ ਆ ਕੇ ਦਖਲਅੰਦਾਜ਼ੀ ਕਰਦੇ ਹੋ? ਠੀਕ ਆ, ਕਿਸੇ ਦਾ ਪੁੱਤ ਗਿਆ, ਬਹੁਤ ਮਾੜੀ ਗੱਲ ਆ, ਨਹੀਂ ਸੀ ਜਾਣਾ ਚਾਹੀਦਾ, ਨੌਜਵਾਨ ਚਲਾ ਗਿਆ, ਠੀਕ ਹੈ। ਹੁਣ ਗੱਲ ਤੇ ਆ ਕਿ ਹੁਣ ਸਾਰੇ ਤੁਸੀਂ ਜੋ ਕੁਝ ਵੀ ਕੀਤਾ, ਆਪਾਂ ਵਾਰ-ਵਾਰ ਕਹਿੰਦੇ ਸੀਗੇ ਗਲਤ ਟਰੈਕ ਤੇ ਚੜ ਗਿਆ। ਹੁਣ ਜਦੋਂ ਜਿਨ੍ਹਾਂ ਦਾ ਪੋਤਾ, ਉਹ ਦੋਨੋਂ ਜੀ ਸਾਹਮਣੇ ਆ ਗਏ, ਇੱਕ ਉਹਦੀ ਮਾਂ ਆ ਗਈ, ਇੱਕ ਪਿਓ ਆ ਗਿਆ, ਫਿਰ ਦਾਦੇ ਦੇ ਪੱਲੇ ਕੀ ਬਚਿਆ? ਦਾਦੇ ਦੇ ਪੱਲੇ ਤਾਂ ਕੁਛ ਨਹੀਂ ਬਚਿਆ।
ਅਗਲੇ ਨੂੰ ਤੇ ਅਫਸੋਸ ਹੈ ਅੰਦਰੋਂ ਅੰਦਰ ਹੀ ਤਾਂ ਦੇਖੋ ਬੰਦਾ ਬੇਇੱਜ਼ਤੀ ਤਾਂ ਮਹਿਸੂਸ ਕਰਦਾ। ਉਮਰ ਦਰਾਜ ਨੇ, ਚਲੋ ਪਰਿਵਾਰਾਂ 'ਚ ਮਤਭੇਦ ਹੁੰਦੇ ਨੇ, ਸੋ ਮੀਡੀਆ ਤਾਂ ਇਸ ਨੂੰ ਹਾਈਲਾਈਟ ਕਰਦਾ ਹੀ ਕਰਦਾ। ਮੀਡੀਆ ਨੇ ਤਾਂ ਆਪਣੇ ਭਾਈ ਲਾਈਕਸ ਵਧਾਉਣੇ ਨੇ, ਆਪਣੇ ਡਾਲਰ ਕਮਾਉਣੇ ਨੇ ਉਹਨਾਂ ਨੇ, ਭਾਵੇਂ ਇਹਦਾ ਮਸਲਾ ਹੋਵੇ ਜਾਂ ਹੁਣ ਉਹ ਯੂਪੀ ਵਾਲੇ ਬੱਚੇ ਹਰਚਰਨ ਦਾ ਮਸਲਾ ਹੋਵੇ ਜਿਹੜਾ ਆਪਣੇ ਕਿਸੇ ਵਕਫ ਲੜਕੀ ਨੂੰ ਮਿਲਣ ਲਈ ਰਾਤ ਨੂੰ ਉਹਦੇ ਘਰੇ ਚਲਿਆ ਗਿਆ। ਯੂਪੀ ਦੇ ਪੀਲੀਭੀਤ ਇਲਾਕੇ 'ਚ 15-16 ਸਾਲ ਦਾ ਮੁੰਡਾ ਸੀ, 4 ਭੈਣਾਂ ਦਾ ਭਰਾ ਸੀ, ਪਿਓ ਸਿਰ ਤੇ ਹੈ ਨਹੀਂ, ਤੇ ਉਹ ਲੜਕੀ ਦਾ ਫਾਦਰ ਵੀ ਅਮਰੀਕਾ 'ਚ ਰਹਿੰਦਾ ਸੀਗਾ। ਤੇ ਹੁਣ ਤੁਸੀਂ ਵੇਖੋ ਕਿ ਮੀਡੀਆ ਕਿੰਨੀ ਖਿੱਲੀ ਉਡਾ ਰਿਹਾ। ਕਈ ਸਿਰਫ ਨਾ 3 'ਚ ਨਾ 13 'ਚੋਂ ਕਹਿੰਦੇ ਕੁੜੀ ਦਾ ਵੀ ਕਤਲ ਕਰੋ। ਠੀਕ ਹੈ, ਬੱਚੇ ਨੇ, ਤੁਹਾਡੇ ਨੇ, ਸਾਡੇ ਨੇ, ਬੱਚਿਆਂ ਤੋਂ ਗਲਤੀਆਂ ਹੁੰਦੀਆਂ ਨੇ। ਤੈਸ਼ ਦੇ ਵਿੱਚ ਆ ਕੇ ਕਤਲ ਕਰਨਾ ਕੋਈ ਵਾਜਬ ਤਰੀਕਾ ਨਹੀਂ ਹੈ। ਸਮਝਾਇਆ ਜਾ ਸਕਦਾ, ਕੌਣ ਗਲਤੀਆਂ ਨਹੀਂ ਕਰਦਾ ਲਾਈਫ 'ਚ। ਤੁਸੀਂ ਵੇਖੋ ਕਿ ਜੇ ਇਤਿਹਾਸ ਜਾਂ ਧਰਮਾਂ ਨੂੰ ਦੇਖਿਆ ਜਾਵੇ, ਧਰਮਾਂ 'ਚ ਸੰਬੰਧਿਤ ਲੋਕਾਂ ਕੋਲ ਵੀ ਕਤਾਈਆਂ ਹੋਈਆਂ ਨੇ। ਹੁਣ ਇੰਦਰ ਦੇਵਤਾ ਦਾ ਪ੍ਰਸੰਗ ਆਉਂਦਾ ਕਿ ਉਸਨੇ ਕਿਸ ਤਰ੍ਹਾਂ ਰਿਸ਼ੀ ਦੀ ਪਤਨੀ ਅਹਲਿਆ ਦੇ ਨਾਲ ਸੰਗ ਮਾਣਿਆ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਰਿਸ਼ੀ ਸੀ ਗੌਤਮ ਰਿਸ਼ੀ, ਉਹ ਅਹਲਿਆ ਨੂੰ ਵੀ ਸ਼ਰਾਪ ਦੇ ਗਿਆ, ਉਹ ਪੱਥਰ ਬਣੀ ਰਹੀ। ਸ਼੍ਰੀ ਰਾਮ ਨੇ ਆ ਕੇ ਉਹਨੂੰ ਪੱਥਰ ਨੂੰ ਜੀਵਤ ਕੀਤਾ। ਇੰਦਰ ਦਾ ਕੀ ਗਿਆ? ਇੰਦਰ ਦੇ ਸਰੀਰ ਤੇ 100 ਜੋਨੀਆਂ ਦਾ ਸਰਾਪ ਲੱਗ ਗਿਆ। ਹੌਲੀ ਹੌਲੀ ਇੰਦਰ ਦੇਵਤਾ ਬਦਨਾਮ ਇੰਨਾ ਹੋ ਗਿਆ ਕਿ ਇੰਦਰ ਤੋਂ ਖਹਿੜਾ ਛਡਾ ਕੇ ਨਵੇਂ ਦੇਵਤੇ ਪ੍ਰਗਟ ਕੀਤੇ ਗਏ। ਫਿਰ ਸ਼ਿਵ ਤੇ ਕ੍ਰਿਸ਼ਨ ਆਏ, ਜੋ ਡਿਸਕਵਰੀ ਆਫ ਇੰਡੀਆ ਲਿਖਦੀ ਹੈ, ਨਹਿਰੂ ਦੀ ਕਿਤਾਬ। ਸੋ ਇਸ ਕਰਕੇ ਧਰਮਾਂ 'ਚ ਵੀ ਇਸ ਤਰ੍ਹਾਂ ਦਾ ਧਰਮ ਹੁੰਦੇ ਹੀ ਆਏ ਨੇ। ਪਰ ਇਸ ਵਰਤਾਰੇ 'ਚ ਅੱਜ ਕੱਲ੍ਹ ਤਾਂ ਤੁਸੀਂ ਵੇਖੋ ਕਿ YouTube ਤੇ ਜਿੰਨਾ ਕੁਛ ਕੱਚ ਘਰੜਤਾ ਕਿ ਆਪਣੇ ਲਾਈਕ, ਕੋਈ ਕਹਿੰਦਾ ਜੀ ਉਹ ਤਾਂ ਜਿਹੜਾ ਮੁੰਡਾ ਮਰਿਆ ਉਹ ਤਾਂ ਮੂਸੇ ਵਾਲੇ ਦਾ ਫੈਨ ਸੀ, ਆ ਜਿਹੜੇ ਮੂਸੇ ਵਾਲੇ ਦੇ ਫੈਨ ਨੇ ਉਹ ਆਪਣਾ ਹੋ ਗਿਆ ਕਿ ਹੁਣ ਤੂੰ ਵੀ ਮਰ ਜਾ। ਜਦੋਂ ਕਿ ਆਪਣੀ ਭੈਣ ਜਾਂ ਧੀ ਨਾਲ ਵਾਪਰਦੀ ਹੈ ਨਾ, ਫਿਰ ਪਤਾ ਲੱਗਦਾ ਹੈ। ਇਹ ਦੂਜਿਆਂ ਦੀ ਜਿਸ ਤਰ੍ਹਾਂ ਮੰਡੀਰ ਖਿੱਲੀ ਉਡਾਉਂਦੀ ਹੈ, ਜਿਹਨੂੰ ਮਤਲਬ ਸੋਸ਼ਲ ਬੋਲਣਾ ਤੱਕ ਨਹੀਂ ਆਉਂਦਾ, ਸੋਸ਼ਲ ਮੀਡੀਆ ਤੇ ਸਵਾਗਤ ਕਹਿੰਦੇ ਆ, ਉਹ ਲੋਕ ਵੀ ਇੱਥੇ ਬ੍ਰੌਡਕਾਸਟਰ ਬਣੇ ਹੋਏ ਨੇ। ਜਿਹਨੂੰ ਮਤਲਬ ਬਿੰਦੀ ਟਿੱਪੀ ਹੋੜਾ ਕਨੌੜਾ ਦਾ ਨਹੀਂ ਪਤਾ, ਉਹ ਵੀ ਇੱਥੇ ਬ੍ਰੌਡਕਾਸਟਰ ਬਣੇ ਹੋਏ ਨੇ। ਤੇ ਅਫਸੋਸ ਕਿ ਜਿਹੜੀਆਂ ਸੁਣਨ ਵਾਲੀਆਂ ਭੇਡਾਂ ਨੇ ਉਹਨਾਂ ਦੀ ਤਾਦਾਦ ਵੀ ਕੋਈ ਘੱਟ ਨਹੀਂ। ਤੇ ਅਗਲੇ ਫਿਰ ਕੜੀ ਕਿਉਂ ਨਹੀਂ ਘੋਲਣਗੇ ਇਦਾਂ ਦੀ? ਠੀਕ ਹੈ, ਬੱਚੇ ਸੀ, ਅਣਜਾਣ ਉਮਰ ਸੀ, ਨੋਬੜ ਸੀਗੇ, ਚੜ੍ਹਦੀ ਵਰੇਸ ਸੀ, ਇਹ ਚੀਜ਼ਾਂ ਹੋਈਆਂ। ਸਮਝਾਇਆ ਜਾ ਸਕਦਾ ਸੀ। ਇੱਕ ਬੱਚੇ ਦਾ ਕਤਲ ਕਰਕੇ ਖੱਟਿਆ ਕੀ? ਬਦਨਾਮੀ ਕੁੜੀ ਦੀ ਵੀ ਹੋ ਰਹੀ ਹੈ, ਕਿਵੇਂ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ। ਇਹੀ ਕੁਛ ਉਹ NRI ਲੜਕੇ ਦੇ ਮਾਮਲੇ 'ਚ ਹੋਇਆ ਸੀ ਜਿਹੜਾ ਸੁਸਾਈਡ ਹੋਇਆ ਸੀ। ਸੋ ਇਹ ਜਿਹੜੇ ਵਰਤਾਰੇ ਨੇ ਨਾ, ਕਿਤੇ ਨਾ ਕਿਤੇ ਸਮਾਜ ਵੀ ਇਹਨਾਂ ਵਰਤਾਰਿਆਂ ਨੂੰ ਅੱਗ ਦਿੰਦਾ ਹੈ। ਜਿਵੇਂ ਕਹਿੰਦੇ ਆ ਕਿ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਤੇ ਜਹਾਨ ਦੇ ਦੋਏ ਪਾਸੇ ਦੰਦੇ ਆ। ਹੁਣ ਤੇ ਸੋਸ਼ਲ ਮੀਡੀਆ ਨੇ ਤਾਂ ਕੱਚ ਘਰੜਤਾ ਦੀ ਕੋਈ ਕਸਰ ਜਿਹੜੀ ਛੱਡੀ ਹੋਣੀ, ਜੋ ਕੁਛ ਵਾਪਰਿਆ। ਕਾਲ ਲੈ ਲਈ ਸੁਰਿੰਦਰ ਵੀਰ, ਉਸ ਤੋਂ ਬਾਅਦ ਕੰਟੀਨਿਊ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਜੀ। ਜੀ ਸਰ, ਆਪਾਂ ਆਜ਼ਾਦ ਹੈ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਆਪਾਂ ਆਜ਼ਾਦ ਹੁੰਦੇ ਤੇ 20 ਲੱਖ ਰੁਪਏ ਲਾ ਕੇ ਅਸੀਂ ਅੰਗਰੇਜ਼ਾਂ ਕੋਲ ਨਹੀਂ ਸੀ ਜਾਂਦੇ ਸਰ। ਫਿਰ ਜੇ ਅਸੀਂ ਆਜ਼ਾਦ ਹੁੰਦੇ, ਜਿਹੜੇ ਲੋਕ 1990 ਦੇ ਵਿੱਚ ਲੁਧਿਆਣੇ ਸੀ ਘੱਗਰੀ ਪਾਈ ਫੜੇ ਸੀ ਰੇਲਵੇ ਸਟੇਸ਼ਨ ਤੋਂ, ਉਹ ਵਧੀਆ ਜਰਨਲਿਸਟਾਂ ਨੂੰ ਉਹਨਾਂ ਦੇ ਬੱਚੇ ਮਾਰਨ ਦੀਆਂ ਧਮਕੀਆਂ ਨਾ ਦਿੰਦੇ ਜਾਂ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਨਾ ਦਿੰਦੇ। ਇਹ ਸਰ ਮੈਨੂੰ ਲੱਗਦਾ ਨਹੀਂ ਆਪਾਂ ਆਜ਼ਾਦ ਹੈ। ਸ਼ਾਇਦ ਅਸੀਂ ਨਾ ਗੁਲਾਮ ਲੋਕਾਂ ਦੇ ਪਿੱਛੇ ਲੱਗ ਕੇ ਅਸੀਂ ਆਪ ਗੁਲਾਮੀ ਵੱਲ ਨੂੰ ਜਾ ਰਹੇ ਹਾਂ। ਅਸੀਂ ਸੋਚਦੇ ਹੀ ਨਹੀਂ ਹੈ ਵੀ ਜਿਹੜੇ ਸਾਡੇ ਰਹਿਮਾਨ ਪਾਰਟੀਆਂ ਜਿਹੜੀਆਂ ਰਾਜ ਕਰ ਰਹੀਆਂ, ਰਾਜ ਕਰਨਾ ਚਾਹੁੰਦੀਆਂ ਨੇ, ਉਹ ਉਸ ਗੁਲਾਮ ਦੇਸ਼ਾਂ, ਉਸ ਗੁਲਾਮ ਲੋਕਾਂ ਦੇ ਹੱਥਾਂ 'ਚ ਖੇਡ ਰਹੀਆਂ ਨੇ, ਜਿਹੜਾ ਸਾਡਾ ਬੇੜਾ ਗਰਕ ਕਰਨਾ ਚਾਹੁੰਦੇ ਨੇ। ਇਹ ਸਰ ਮੈਂ ਗੱਲ ਤਾਂ ਕਹੀ ਹੈ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ 1990 'ਚ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਘੱਗਰੀ ਪਾ ਕੇ ਕੌਣ ਫੜਿਆ ਗਿਆ ਸੀ ਤੇ ਕਿਹਨੂੰ ਰੱਖਿਆ ਗਿਆ ਸੀ। ਥੈਂਕ ਯੂ ਸਰ। ਮਿਹਰਬਾਨੀ, ਥੈਂਕ ਯੂ। ਬੜਿਆਂ ਦੀਆਂ ਘੱਗਰੀਆਂ ਹਿੱਲੀਆਂ ਨੇ ਇੱਥੇ, ਇੱਕ ਦੀ ਕਿਹਦੀ ਗੱਲ ਕਰਦੇ ਹੋ। ਖੈਰ ਗੱਲ ਇਹ ਹੈ ਨਾ ਕਿ ਦੇਖੋ ਆਪਣੇ ਆਪ ਤੇ ਵੀ ਡਿਪੈਂਡ ਕਰਦਾ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਆਪ ਨੂੰ, ਇਹ ਸਿਸਟਮ ਹੈ ਹਰ ਮੁਲਕ 'ਚ ਇਦਾਂ ਦਾ ਹੈਗਾ ਕਿ ਅਸੀਂ ਕਿੰਨੇ ਕੁ ਸੁਚੇਤ ਹਾਂ। ਅਸੀਂ ਆਪਣੇ ਚਾਦਰ ਵੇਖ ਕੇ ਪੈਰ ਨਹੀਂ ਪਸਾਰਾਂਗੇ, ਅਸੀਂ ਅੱਛੀ ਐਜੂਕੇਸ਼ਨ ਨਹੀਂ ਲਵਾਂਗੇ, ਅਸੀਂ ਆਪਣੇ ਖਰਚੇ ਕੰਟਰੋਲ ਨਹੀਂ ਕਰਾਂਗੇ, ਤਾਂ ਜਿਹੜਾ ਮਰਜ਼ੀ ਮੁਲਕ ਹੋਵੇ, ਕੈਨੇਡਾ ਅਮਰੀਕਾ 'ਚ ਬਥੇਰੇ ਲੋਕ ਉਜੜੇ ਬੈਠੇ ਆ, ਜਿਹੜੇ ਹੋਮਲੈਸ ਪੀਪਲ ਨੇ ਉੱਥੇ ਕਿਹੜਾ ਘੱਟ ਨੇ। ਉੱਥੇ ਕੋਈ ਡਾਲਰ ਜਿਹੜੇ ਆ ਦਰਖਤਾਂ ਨੂੰ ਨਹੀਂ ਲੱਗਦੇ, ਹਾਲਾਤ ਉੱਥੇ ਵੀ ਇਹੀ ਨੇ। ਸੁਰਿੰਦਰ ਵੀਰ, ਆਪਣੀ ਗੱਲਬਾਤ ਚੱਲ ਰਹੀ ਸੀ ਇਹਨਾਂ ਸੋਸ਼ਲ ਵਰਤਾਰਿਆਂ ਤੇ ਕਿ ਇਹ ਸੋਸ਼ਲ ਵਰਤਾਰੇ ਦੀ ਫੂਕ ਚਾ ਕੇ ਬਹੁਤ ਸਾਰੇ ਲੋਕ ਆਪਣਾ ਬੇੜਾ ਗਰਕ ਕਰਦੇ ਨੇ, ਤੇ ਇਹ ਸੋਸ਼ਲ ਵਰਤਾਰੇ ਨੇ ਜਿਹੜੇ ਕਿਸ ਤਰ੍ਹਾਂ ਦੇਸ਼ ਨੂੰ ਜਾਂ ਪੁੱਠੇ ਪਾਸੇ ਲਿਜਾ ਰਹੇ ਨੇ। ਸੋਸ਼ਲ ਸਾਈਟਸ ਤੇ ਨਜ਼ਰ ਮਾਰੀਏ ਤਾਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਹਿ ਦਿੱਤਾ ਕਿ ਭਾਜਪਾ RSS ਦੇ ਨਿਸ਼ਾਨੇ ਤੇ ਉਹਨੇ RSS ਦੇ ਨਿਸ਼ਾਨਾ ਉਸਨੇ ਸੇਧਿਆ ਭਾਜਪਾ ਤੇ ਕਿ ਆਪਣੇ ਫਾਇਦੇ ਲਈ ਉਹ ਧਰਮ ਦਾ ਇਸਤੇਮਾਲ ਕਰਦੇ ਨੇ।
ਦਿੱਲੀ ਦੇ ਵਿੱਚ ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਦੇ ਮੌਕੇ ਉਸ ਨੇ ਆਖਿਆ ਕਿ ਕਾਂਗਰਸ ਦੀ ਵਿਚਾਰਧਾਰਾ ਭਾਜਪਾ ਤੇ ਆਰਐਸਐਸ ਤੋਂ ਵੱਖ ਹੈ। ਮੈਂ ਕਿਸੇ ਨਾਲ ਵੀ ਕਹਿੰਦਾ ਸਮਝੌਤਾ ਕਰ ਸਕਦਾ, ਪਰ ਆਰਐਸਐਸ ਤੇ ਭਾਜਪਾ ਨਾਲ ਨਹੀਂ। ਉਹ ਭਾਈ ਉਹ ਤੁਹਾਡੇ ਨਾਲ ਸਮਝੌਤਾ ਕਰਦੇ ਕਦੋਂ ਆ? ਪਰ ਕੀ ਤੁਸੀਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ? ਕੀ ਤੁਸੀਂ ਆਪਣੇ ਪਰਿਵਾਰ ਤੋਂ ਗੱਦੀ ਕਦੇ ਬਾਹਰ ਕੱਢੀ ਹੈ? ਹੁਣ ਸੀਰੀਅਨ ਨੇਤਾ ਤੁਸੀਂ ਹਾਸ਼ੀ ਤੇ ਕੀਤੇ ਨੇ, ਅੱਜ ਬੁਰੇ ਦਿਨ ਤੁਹਾਨੂੰ ਦੇਖਣੇ ਪੈ ਰਹੇ ਨੇ ਤੇ ਅੱਜ ਫਿਰ ਇਹ ਹਾਲਾਤ ਕਿਤੇ ਨਾ ਕਿਤੇ ਜਿਹੜੇ ਇਸ ਪਾਸੇ ਨੂੰ ਗਏ ਨੇ ਇਹਦੇ ਲਈ ਜ਼ਿੰਮੇਵਾਰ ਤੁਸੀਂ ਵੀ ਹੋ। ਇਸ ਦੇ ਵਿੱਚ ਕਿਸਾਨ ਅੰਦੋਲਨ ਤੇ ਸੁਰਿੰਦਰ ਵੀਰ ਕੀ ਅਪਡੇਟ ਹੈ ਤੇ ਆਪਣੀ ਜਿਹੜੀ ਗੱਲਬਾਤ ਚੱਲ ਰਹੀ ਸੀ ਖਾਲਿਸਤਾਨ ਦਾ ਸਕੋਪ ਜਾਂ ਵਜੂਦ, ਜਿਸ ਤਰ੍ਹਾਂ ਇਹ ਖਬਰਾਂ ਪਲਾਂਟ ਹੋ ਰਹੀਆਂ ਨੇ, ਇਹਨਾਂ ਦੇ ਬਾਰੇ ਹੋਰ ਕੀ ਅਪਡੇਟ ਹੈ? ਇੱਕ ਕਾਲਰ ਮੈਂ ਲੈ ਲਾਂ। ਬਰਾੜ ਸਾਹਿਬ ਸਵਾਗਤ, ਤੁਹਾਡੀ ਕਾਲ ਕਈ ਵਾਰੀ ਕੱਟ ਗਈ, ਵੈਲਕਮ। ਹਾਂਜੀ ਟਵਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੀ ਗੱਲ ਥੋੜੀ ਸੁਣ ਰਿਹਾ ਸੀ ਖਾਲਿਸਤਾਨ ਬਾਰੇ। ਬਾਈ ਜੀ ਖਾਲਿਸਤਾਨ ਦਾ ਲੈਟਰ ਪੈਡ ਪੋਲੀਟੀਕਲ ਸਲੈਮ ਲੈਣ ਲਈ ਇੱਕ 50 ਲੱਖ ਦਾ ਕੰਮ ਕਰਦਾ। ਜਿੰਨਾ ਤੇ ਤੱਕ 50 ਲੱਖ ਦਾ ਕੰਮ ਕਰੂਗਾ ਤੁਸੀਂ ਗੁਲਾਮ ਕੋਈ ਨਹੀਂ। ਲੋਕਾਂ ਨੇ ਇੱਥੋਂ ਲੈ ਕੇ ਲੈਟਰ ਪੈਡ ਮੈਕਸੀਕੋ ਦੀ ਕੰਧ ਭੱਜ ਕੇ ਇੱਧਰ ਨੂੰ ਆਉਣਾ। ਇਹ ਭਾਈ ਸਾਹਿਬ ਨੂੰ ਕਹੋ ਵੀ ਗੁਲਾਮ ਨਾ ਕਹੋ, ਉਹਦੇ ਬੱਚੇ ਪਾਲੋ। ਮਨੁੱਖ ਦੀ ਉਮਰ ਬੜੀ ਛੋਟੀ ਹੈ। ਕਿੰਨੇ ਕੁ ਲੋਕ ਆਪਣੇ ਪਿੱਛੇ ਆਪਣੇ ਧਰਤੀ ਚੇਂਜ ਕਰਕੇ ਜਾਂ ਆਪਣਾ ਸਮਾਜ ਚੇਂਜ ਕਰਕੇ ਤੇ ਬੱਚੇ ਉਮਰ ਬਹੁਤ ਥੋੜੀ ਹੁੰਦੀ ਮਨੁੱਖ ਦੀ। 20 ਸਾਲ ਤੱਕ ਬੱਚਾ ਪੜ੍ਹਦਾ, 20 ਸਾਲ ਵਿਆਹ ਸ਼ਾਦੀ ਕਰਕੇ 30 ਸਾਲ ਜ਼ਿੰਦਗੀ ਕਰਦਾ, ਉਸ ਤੋਂ ਬਾਅਦ 50 ਤੋਂ 70 ਚਾਲੇ ਪਾ ਦਿੰਦਾ। ਗੁਲਾਮ ਕੋਈ ਨਹੀਂ। ਜਿਹੜੇ ਤੁਸੀਂ ਗੱਲ ਕਰਦੇ ਜਿਹੜੇ ਅਮਰੀਕਾ 'ਚ ਬੈਠੇ ਹੋਏ ਲੋਕ ਆ ਉਹ ਲੈਟਰ ਪੈਡ ਯੂਜ ਕਰਦੇ ਆ। ਆਪਾਂ ਤੱਕ ਉਹਦੀ ਜਿਹੜੀ ਕਹਾਵਤੀ ਬਦਲਦੀ ਆ, ਅੱਗ ਲਾਈ ਡੱਬੂ ਕੁੱਤਾ ਕੰਧ ਤੇ, ਇੱਥੇ ਅੱਗ ਲਾਈ ਡੱਬੂ ਕੁੱਤਾ ਮੈਕਸੀਕੋ ਕੰਧ ਤੇ ਹੋ ਗਿਆ ਜੀ। 50 ਲੱਖ ਨੂੰ ਲੈਟਰ ਪੈਡ ਮਿਲਦੀ ਆ। ਪਾਕਿਸਤਾਨੀ ਵੀ ਲੈ ਗਏ ਆ ਖਾਲਿਸਤਾਨ ਦੇ ਨਾਂ ਤੇ ਪੋਲੀਟੀਕਲ ਸਲੈਮ ਹੈਗੇ ਜੀ, ਹੈਗੇ। ਥੈਂਕ ਯੂ, ਮਿਹਰਬਾਨੀ। ਸੋ ਇਹ ਵਰਤਾਰਾ ਕਿਤੇ ਨਾ ਕਿਤੇ ਵਾਪਰ ਰਿਹਾ। ਸੁਰਿੰਦਰ ਵੀਰ ਆਪਣੇ ਸਪਾਂਸਰ ਸਾਹਿਬ ਦਾ ਜ਼ਿਕਰ ਕਰਦੇ ਹਾਂ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੇ। ਸਿਆਟਲ ਇਲਾਕੇ 'ਚ ਲੋਕਲ ਲੋਡ ਚਾਹੁੰਦੇ ਹੋ ਤੁਸੀਂ, ਓਨਰ ਆਪਰੇਟਰ ਹੋ, ਡਰਾਈਵਰ ਹੋ, ਤਾਂ ਸਿਆਟਲ ਇਲਾਕੇ ਦੇ ਵਾਧੂ ਲੋਡ ਮਿਲਣਗੇ। ਲੰਮੇ ਰੂਟਾਂ ਤੋਂ ਆਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ ਗੈਰੀ ਧਾਲੀਵਾਲ ਹੋਰਾਂ ਦਾ। ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਸਵਾਗਤ ਉਹਨਾਂ ਦਾ ਵੀ ਨਾਲ ਕਰਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਨੇਤਰ ਸਿੰਘ ਲੱਗਦੇ ਹੋ? ਹੈਲੋ, ਹਾਂਜੀ ਨੇਤਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ। ਸੋਨਾ ਸਾਹਿਬ ਸਤਿ ਸ਼੍ਰੀ ਅਕਾਲ, ਦੋਨੇ ਵੀਰਾਂ ਨੂੰ, ਸਾਰੀ ਸੰਗਤ ਨੂੰ ਜੀ। ਆ ਬੰਦਾ ਕਹਿੰਦਾ ਵੀ ਆਪਾਂ ਗੁਲਾਮ ਆ, ਗੁਲਾਮ ਤਾਂ ਹਰੇ ਕਾਹਨੂੰ ਆ। ਇਹ ਪਤਾ ਨਹੀਂ ਬਾਹਰੇ ਰਹਿੰਦਾ ਪੂਰੇ ਰਹਿੰਦਾ, ਆਪਾਂ ਤਾਂ ਦਿੱਲੀ ਨੂੰ ਮੂਹਰੇ ਲਾਈ ਫਿਰਦੇ ਆ। ਇਹ ਕਹੀ ਜਾਂਦਾ ਗੁਲਾਮ ਆਪਾਂ। ਉਹਨਾਂ ਦਾ ਨਜ਼ਰੀਆ ਹੋਰ ਸੀਗਾ, ਉਹ ਹੋਰ ਨਜ਼ਰੀਏ ਤੋਂ ਕਹਿੰਦੇ ਸੀ ਕਿ ਅਸੀਂ ਇੱਥੇ ਕਾਮਯਾਬ ਕਿਉਂ ਨਹੀਂ ਹੁੰਦੇ ਜੀ। ਇਸ ਤਰ੍ਹਾਂ ਦੀ ਗੱਲ ਨਹੀਂ ਸੀ ਜੀ। ਜੀ ਚਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ, CPA ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਤੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦਾ ਕੋਈ ਕੇਸ ਹੈ ਤੇ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਵੀ ਤੁਸੀਂ ਸੇਵਾਵਾਂ ਲੈ ਸਕਦੇ ਹੋ। ਤਰਸੇਮ ਸਿੰਘ ਗਿੱਲ CPA ਦੀਆਂ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 4847649861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ ਦਾ। ਸਾਡਾ ਜ਼ਿਕਰ ਕਰਨ ਤੇ ਹੋਰ ਰਿਆਇਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ CPA, ਜੋ ਕਿ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਵਸਦੇ ਨੇ। ਇਹਨਾਂ ਕੋਲੋਂ ਤੁਸੀਂ ਬਿਜ਼ਨਸ, ਵਪਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਇਮੀਗ੍ਰੇਸ਼ਨ ਦਾ ਕੋਈ ਵੀ ਕੇਸ ਇਹਨਾਂ ਤੋਂ ਅਪਲਾਈ ਕਰਾ ਸਕਦੇ ਹੋ। ਸਾਹਿਬ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਅਮਰੀਕਾ 'ਚ ਨੇ, ਇਹਨਾਂ ਦੇ ਕਈ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਲਾਸਟਲ ਟਰੈਵਲ ਸੈਂਟਰ, ਕੈਲੀਫੋਰਨੀਆ ਦੇ ਵਿੱਚ 14814 ਲੋਮਾ ਸਟਰੀਟ, ਲਾਸਟਲ, ਐਗਜ਼ਿਟ 208 ਤੇ।
ਇੱਥੇ ਤੁਹਾਨੂੰ ਫ੍ਰੀ ਚਾਹ ਸ਼ਾਵਰ ਲੈ ਸਕਦੇ ਹੋ, ਲਾਂਡਰੀ ਕਰ ਸਕਦੇ ਹੋ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਦਾ ਕਾਰੋਬਾਰ ਹੈ। ਸੋ ਗੈਸ ਸਟੇਸ਼ਨਾਂ ਵਾਲੇ ਸੱਜਣ ਇਹਨਾਂ ਕੋਲੋਂ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਲੈ ਸਕਦੇ ਨੇ। ਤੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 8413 425232 8413। ਸਵਾਗਤ ਹੈ 18 ਨੰਬਰ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੋਗਾ ਤੋਂ ਕੁਲਦੀਪ ਸਿੰਘ ਜੀ। ਸਰ ਕੀ ਕਹਿਣਾ ਆਪਣਾ ਸਰ, ਜਿਸ ਤਰ੍ਹਾਂ ਸਰਕਾਰ ਨੇ ਜੋ ਪੰਜਾਬੀ ਵਿਸ਼ੇ ਦੇ ਵਿੱਚ ਜੋ ਪ੍ਰਸ਼ਨ ਦਿੱਤੇ ਹੈਗੇ ਆ 5ਵੀਂ ਕਲਾਸ ਦੇ, ਤੇ ਉਹ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਜਿਹੜੀ ਪੈਨਸ਼ਨ ਹੈਗੀ ਹੈ 1500 ਕੀਤੀ ਹੈ, ਉਸੇ ਸਬੰਧ ਦੇ ਵਿੱਚ ਹੀ ਉਹ ਪ੍ਰਸ਼ਨ ਹੈਗੇ ਆ ਕਿ ਚੰਗਾ ਸ਼ਲਾਘਾਯੋਗ ਕਦਮ ਹੈਗਾ ਸਰਕਾਰ ਦਾ ਵੀ ਆਪਣੀ ਮਸ਼ਹੂਰੀ ਕਰ ਲਈ। ਏਦਾਂ ਦੇ ਕੁਐਸਚਨ ਹੋਰ ਵੀ ਹੋਣੇ ਚਾਹੀਦੇ ਆ ਵੀ ਜਿਸ ਤਰ੍ਹਾਂ 4.5 ਸਾਲ ਪਹਿਲਾਂ ਕਿਸੇ ਮੁੱਖ ਮੰਤਰੀ ਨੇ, ਜਿਹੜੇ ਮੁੱਖ ਮੰਤਰੀ ਨੇ ਸਹੁੰ ਖਾਧੀ ਸੀ ਵੀ ਜਿਹੜਾ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ, ਠੀਕ ਹੈ, 4.5 ਸਾਲ ਪਹਿਲਾਂ ਕਹੀ ਸੀ ਜਾਂ 6 ਸਾਲ ਪਹਿਲਾਂ ਕਹੀ ਸੀ, ਕਿਹੜੇ ਮੁੱਖ ਮੰਤਰੀ ਨੇ ਕਹੀ ਸੀਗੀ? ਜਾਂ ਨਸ਼ਿਆਂ ਦਾ ਲੱਕ ਟੁੱਟਿਆ ਜਾਂ ਨਹੀਂ, ਇਹੋ ਜਿਹੇ ਸਵਾਲ ਵੀ ਆਉਣੇ ਚਾਹੀਦੇ ਆ। ਕੀ ਘਰ ਘਰ ਨੌਕਰੀ ਮਿਲ ਗਈ? ਇਹ ਵੀ ਸਵਾਲ ਆਉਣੇ ਚਾਹੀਦੇ ਆ। ਜਾਂ ਜਿਹੜੇ ਭ੍ਰਿਸ਼ਟਾਚਾਰ ਆ ਤਹਿਸੀਲਾਂ ਜਾਂ ਥਾਣਿਆਂ ਦੇ ਵਿੱਚ ਹੁੰਦਾ, ਉਹ ਕਿਹੜੇ ਮੁੱਖ ਮੰਤਰੀ ਨੇ ਕਿਹਾ ਸੀ ਮੈਂ ਖਤਮ ਕਰ ਦੂੰਗਾ? ਕਿੰਨਾ ਖਤਮ ਹੋਇਆ? ਇਸ ਕਰਕੇ ਕੋਈ ਸ਼ਰਮ ਦੀ ਵੀ ਕੋਈ ਹੱਦ ਹੁੰਦੀ ਹੈ ਯਾਰ। ਆਪਣੀ ਮਾੜੀ ਮੋਟੀ ਇਨਸਾਨੀਅਤ ਦਾ ਇਨਸਾਨ ਹੋ ਤੁਸੀਂ ਸਾਰੇ, ਥੋੜੀ ਬਹੁਤੀ ਸ਼ਰਮ ਕਰ ਲਓ, ਜ਼ਿਆਦਾ ਨਹੀਂ ਕਰਨੀ ਤਾਂ ਉਹ ਬੇੜਾ ਗਰਕ ਕਰਦੇ ਪੂਰੇ ਇਤਿਹਾਸ ਦਾ। ਬਿਲਕੁਲ ਬਿਲਕੁਲ, ਥੈਂਕ ਯੂ ਬਾਈ ਕੁਲਦੀਪ ਸਿੰਘ ਜੀ। ਬਿਲਕੁਲ, ਤੁਸੀਂ ਵੇਖੋ ਕਿ ਉਧਰ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੇ ਵਿੱਚ ਵੀ ਭਗਵਾਂਕਰਨ ਹੋ ਰਿਹਾ। ਉਹ ਤੇ ਪਸੰਦੀਦਾ ਧਰਮ ਵਿਸ਼ੇਸ਼ ਨਾਲ ਸੰਬੰਧਿਤ ਲਿਟਰੇਚਰ ਪੜ੍ਹਾਇਆ ਜਾਂਦਾ ਹੈ ਤੇ ਉਹ ਮਮਤਾ ਬੈਨਰਜੀ ਨੇ ਵੀ ਉਸ ਦਾ ਉਜ਼ਰ ਕੀਤਾ ਸੀਗਾ। ਸੋ ਯੂਨੀਵਰਸਿਟੀਆਂ ਦੇ ਸਿਲੇਬਸ, ਸਕੂਲਾਂ ਦੇ ਸਿਲੇਬਸ, NCERT ਬਦਲੀ ਜਾ ਰਹੀ ਹੈ। ਸਾਡੇ ਇਹਨਾਂ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਹੈ ਬੇਕਰਸਫੀਲਡ ਦੇ ਵਿੱਚ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਇੰਡੀਅਨ ਰੈਸਟੋਰੈਂਟ ਹੈ, ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਲਜ਼ੀਜ਼ ਛਕਾਉਂਦੇ ਨੇ। ਇੱਥੇ ਟਰੱਕ ਵਾਸ਼ ਕਰਾਓ, ਡੀਜ਼ਲ ਪਵਾਓ ਤੇ ਇੱਥੇ ਤੁਸੀਂ ਜਿਹੜਾ ਹੈਗਾ ਸੰਪਰਕ ਵੀ ਕਰ ਸਕਦੇ ਹੋ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 6613047500। ਸੁਰਿੰਦਰ ਵੀ, ਜਿਸ ਤਰ੍ਹਾਂ ਆਪਣੀ ਗੱਲਬਾਤ ਚੱਲ ਰਹੀ ਸੀ ਕਿਸਾਨ ਅੰਦੋਲਨ ਚੋਂ ਕੀ ਕੁਛ ਨਿਕਲਦਾ, ਉਸ ਤੋਂ ਪਹਿਲਾਂ ਕਾਲ ਲੈ ਲਾਂ। ਕੈਪਟਨ ਅਮਰਿੰਦਰ ਨੇ ਫਿਰ ਇੱਕ ਇਦਾਂ ਦਾ ਬਿਆਨ ਦਿੱਤਾ। ਬਲਵਿੰਦਰ ਸਿੰਘ ਉਮੈਦਪੁਰੀ, ਕੀ ਕਹਿਣਾ ਚਾਹੁੰਦੇ ਹੋ? ਬਲਵਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਸਰ। ਜਿਵੇਂ ਤੁਸੀਂ ਨੌਜਵਾਨਾਂ ਨੂੰ ਸੇਧ ਦੇ ਰਹੇ ਨਾ ਸਰ, ਬਹੁਤ ਗੁੱਝੀਆਂ ਗੱਲਾਂ ਨੇ ਤੁਹਾਡੀਆਂ ਸਰ। ਮੈਂ ਤਾਂ ਬਹੁਤ ਚਿਰ ਤੋਂ ਸੁਣਦਾ, ਯਾਨੀ ਸਮਝਣਾ ਚਾਹੀਦਾ ਨੌਜਵਾਨਾਂ ਨੂੰ ਹੁਣ ਕਿੱਧਰ ਮਤਲਬ ਬਹੁਤ ਸੋਚ ਸਮਝ ਕੇ ਚੱਲਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਸਰ। ਥੈਂਕ ਯੂ ਤੁਹਾਡਾ ਵੈਰੀ ਮੱਚ। ਮਿਹਰਬਾਨੀ ਮਿਹਰਬਾਨੀ। ਦੇਖੋ ਬਾਈ ਜੀ, ਕਿਉਂਕਿ ਇਸ ਸਮੇਂ ਦੇ ਜਿਹੜੇ ਸ਼ਾਤਰ ਲੋਕ ਨੇ, ਏਜੰਸੀਆਂ ਦੇ ਪਲਾਂਟਡ ਲੋਕ ਨੇ, ਸਿਆਸਤਦਾਨ ਨੇ, ਪਹਿਲਾਂ ਪੰਜਾਬ ਉਜੜਿਆ, ਹੁਣ ਪੰਜਾਬ ਉਜੜਦਾ, ਪੰਜਾਬ ਤੇ ਵੈਸੇ ਹੀ ਪ੍ਰਵਾਸ ਕਰੀ ਜਾਂਦਾ। ਜਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਤਾਂ ਲੱਗਦਾ ਪੰਜਾਬ ਨਹੀਂ ਰਹਿਣਾ। ਤੁਸੀਂ ਵੇਖੋ ਯੂਨੀਵਰਸਿਟੀਆਂ ਦੇ ਵਿੱਚ ਚਿਹਰੇ ਮੋਹਰੇ ਬਦਲ ਗਏ ਨੇ। ਜਿਹੜੇ ਦੂਜੇ ਸੂਬਿਆਂ ਦੇ ਲੋਕ ਨੇ ਉਹ ਇੱਥੇ ਆ ਕੇ ਵਸ ਰਹੇ ਨੇ। ਇਹ ਪ੍ਰਵਾਸ ਸਾਰੇ ਹੀ ਹੋ ਰਿਹਾ, ਪਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ, ਤੁਸੀਂ ਕਿਹੜੇ ਖਾਲਿਸਤਾਨ ਬਣਾਉਣ ਦੀ ਗੱਲ ਕਰਦੇ ਹੋ ਤੇ ਸਥਿਤੀ ਕਿਸ ਪਾਸੇ ਨੂੰ ਜਾ ਰਹੀ ਹੈ? ਤੇ ਸੁਰਿੰਦਰ ਵੀਰ, ਕੈਪਟਨ ਅਮਰਿੰਦਰ ਸਿੰਘ ਨੇ ਹਾਈ ਅਲਰਟ ਫੇਰ ਦਿੱਤਾ। ਕਹਿੰਦਾ ਪਿਛਲੇ ਮਹੀਨੇ ਜਿਹੜੇ ITD ਟਿਫਨ ਬੰਬ ਦੇ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਾਮਲ ISI ਦਾ, ਪਾਕਿਸਤਾਨ ਦੀ ਏਜੰਸੀ ਦਾ ਇੱਕ ਸਮਰਥਕ ਅਤਵਾਦੀ ਤੇ 4 ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਰੈੱਡ ਅਲਰਟ ਦੇ ਆਦੇਸ਼ ਦੇ ਦਿੱਤੇ ਨੇ। ਟਿਫਨ ਬੰਬ ਦੇ ਨਾਲ ਤੇਲ ਟੈਂਕਰ ਨੂੰ ਉਡਾਉਣਾ ਸੀ, ਦਹਿਸ਼ਤ ਫੈਲਾਉਣੀ ਸੀ। ਸੋ 40 ਦਿਨਾਂ ਦੇ ਵਿੱਚ ਪਾਕਿਸਤਾਨ ਸੂਬੇ ਦੇ ਵਿੱਚ ਪਾਕਿਸਤਾਨੀ ਦਹਿਸ਼ਤਗਰਦੀ ਮਾਡਿਊਲ ਦਾ ਪਰਦਾਫਾਸ਼ ਹੋਣ ਦਾ ਇਹ ਚੌਥਾ ਮਾਮਲਾ ਹੈ। ਸੋ ਜਿਸ ਤਰ੍ਹਾਂ ਅਮਰੀਕਾ ਦੀਆਂ ਰਿਪੋਰਟਾਂ ਨੇ, ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣ ਰਹੇ ਨੇ, ਕਿਤੇ ਨਾ ਕੋਈ ਖਾਲਿਸਤਾਨ ਦਾ ਨਾਅਰਾ ਲਿਖ ਦਿੰਦਾ। ਹਾਲਾਂਕਿ ਗੱਲ ਐਡੀ ਨਹੀਂ ਹੁੰਦੀ। ਬਾਹਰ ਪਤਾ ਹੀ ਹੈ ਕਿ ਕਿੰਨੀਆਂ ਕੀ ਜਥੇਬੰਦੀਆਂ ਰਹਿ ਗਈਆਂ ਤੇ 6 ਫਾਰ ਜਸਟਿਸ ਹੈ ਜਿਹੜੀ, ਉਹਨੂੰ ਦੂਜੀਆਂ ਖਾਲਿਸਤਾਨੀ ਜਥੇਬੰਦੀਆਂ ਸਪੋਰਟ ਕੋਈ ਨਹੀਂ ਕਰ ਰਹੀਆਂ। ਪਰ ਫਿਰ ਵੀ ਏਡਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਪਤਾ ਨਹੀਂ ਕਿਹੜੀ ਜੱਗੋਂ 13ਵੀਂ ਹੋ ਗਈ। ਸੋ ਇਹ ਚੀਜ਼ਾਂ ਵੀ ਰਾਸ ਆਉਂਦੀਆਂ ਨੇ। ਕਪਤਾਨ ਸਾਹਿਬ ਨੇ ਜਿਸ ਤਰ੍ਹਾਂ ਆਖਿਆ ਕਿ ਇਹ ਜਿਹੜਾ ਚੌਥਾ ਮਾਡਿਊਲ ਦਾ ਪਰਦਾਫਾਸ਼ ਪੰਜਾਬ ਪੁਲਿਸ ਨੇ ਕੀਤਾ ਹੈ,
जिस दौरान ये पाकिस्तानी मॉड्यूल की जिहड़ी जानकारी सामने आई है। सो उस दौरान पंजाब दे विच रैड अलर्ट जारी कर दिता गया। डीआईजी दिनकर गुप्ता ने खुलासा किया कि इस मामले दे विच एक पाकिस्तानी खुफिया अधिकारी समेत 2 मॉड्यूल ने जिन्हां दी पहचान पाकिस्तान आधारित अतवादियों वजों हुई है, जिस संबंधी FIR नंबर 260 दर्ज की गई है। पुलिस स्टेशन अजनाला दे विच एक व्यक्ति नूं पहलां गिरफ्तार किया गया। अतवादी समूहां वल्लों पंजाब दे विच शांति भंग करन दीआं वध रहीआं कोशिशां दा गंभीर नोटिस मुख मंत्री ने भी लिया ते पुलिस नूं भी हाई अलर्ट जारी कर दिता है, जिस सिलसिले विच किते ना किते रवीन ठुकराल दी भी एक पोस्ट आई सीगी, जिस दे विच उन्हां ने भी कुछ खुलासे कल कीते सन कि इस तरह कोई व्यक्ति गिरफ्तार हो रहे ने। ते तिहारां दा मौसम है, विद्यक संस्थावां ते स्कूल खुल रहे ने, विधान सभा चोणां अगे ने। सो मुख मंत्री अते DGP ने रजेवें वालियां थावां पब्लिक प्लेस ने जिहड़े बाजारां दे विच हाई सिक्योरिटी करन दा प्रबंध किया गया। ते गिरफ्तारियां दा वेरवा दिंदिआं पंजाब दे DGP ने आख्या कि पाकिस्तान दी ISYF दे मुखी लखवीर सिंह ते पाकिस्तान दे वसनीक कासम ते मोगा जिले दे जिहड़े PS पुलिस स्टेशन समालसर पिंड रोडे दे वसनीक लखवीर सिंह उर्फ रोडे उर्फ बाबा की पछाण की गई, जो पाकिस्तान च है। मेरे ख्याल जसवीर सिंह का भरा ही है ना। ते इस संबंधी जिहड़ा तौखला खड़ा किया गया रैड अलर्ट का, की महसूस करदे हो? आपां नूं पता कि खानी कुछ नहीं है, पर जिस तरह हाई अलर्ट पुलिस की ताम झाम ते बम ब्लास्ट पहला भी मोड़मंडी होया सी, हालांकि उह स्थानक लोग सीगे, पर हुण पाकिस्तान की कहानी खालिस्तान की कहानी घड़ी जा रही है। उधर यूपी इलैक्शन ने ये चीज़ां, क्योंकि यूपी दे विच भी 6-7 बंदे फड़े गए ने कल, जिन्हां दा ताल्लुक पाकिस्तान दी एजेंसियां नाल जोड़िया गया। सो मुस्लिम ते सिख जथेबंदियां दी जिहड़ी सांझी अतवादी जथेबंदियां दी एक्सरसाइज दे हवाले लगातार भारत दे मीडिया दे विच छप रहे ने। की गेम की खिचड़ी पक रही है यूपी ते पंजाब दियां उत्तराखंड दियां चोणां दे मुतलक ते BJP दे डिगदे ग्राफ दे मुतलक ते कप्तान साहब दियां मजबूरियां दे मुतलक? जी सुरिंदर वीर, पहला जिहड़ी छड्डी सी वो पूरी करदियां ਉਹ ਇਹ ਆ ਕਿ देखो, चाहे वो अजमेर सिंह होवे, भीषम पतामा, चाहे वो सुखप्रीत उद्दोके होवे, चाहे होवे दीप सिद्धू, ते उन्हां दा पूरा लाणा किसी दे अल्ले पल्ले कुछ नहीं। इत्थों तक कि जिहड़ा अकाली दल संयुक्त बनिया होया, जिहदी अगवाई रणजीत सिंह ब्रह्मपुरा ते सुखदेव सिंह ढींडसा करदे आ, उन्हां दे भी अल्ले पल्ले किसी दे कख नहीं है। मैं वार वार कह रहा, इन्हां धिरां कोले कुछ नहीं बचना, ना बचिया होया वा। सारा कुछ जिहड़ा डंबर रचिया सी ਉਹ ਇਹ ਲਾ ਲਓ कि माड़ा ढारा सी, ਜਿਹੜਾ हवा ਦਾ बुला आया ਉਹਦੇ ਨਾਲ सारा कुछ उड़ चुकिया। ਜਿਹੜੀ ਸਿੱਧਮ ਸਿੱਧੀ टक्कर आके होनी आ, ਉਹ ਇੱਕ ਬੰਨੇ कांग्रेस होनी, दूजे ਬੰਨੇ अकाली दल ते बहुजन समाज पार्टी ਦਾ अलायंस होना, ਭਾਵੇਂ ਉਹਦੇ ਵਿੱਚ कि BJP ਦੀ ਵੀ एंट्रियां हैगियां ने, ठीक है। ਤੇ ਇੱਕ ਧਿਰ ਜਿਹੜੀ ਉਹ ਆਮ ਆਦਮੀ ਪਾਰਟੀ ਆਉਣੀ ਆ, ਬਾਕੀ ਕਿਸੇ ਦਾ ਬਹੁਤਾ ਵਜੂਦ ਨਹੀਂ ਰਹਿਣਾ। ਜਿੰਨੀਆਂ ਮਰਜ਼ੀ ਧਿਰਾਂ ਆ ਲੈਣ, ਜੋ ਕੁਝ ਮਰਜ਼ੀ ਹੋ ਜਾਏ, ਕਿਸੇ ਦੇ ਅੱਲੇ ਪੱਲੇ ਬਹੁਤਾ ਕੁਝ ਨਹੀਂ ਪੈਣਾ। ਭੁੱਲ ਜਾਣ, ਜ਼ਮਾਨਤਾਂ ਵੀ ਨਹੀਂ ਲੱਭਣੀਆਂ, ਸਿਰਫ ਆਪੋ ਆਪਣੀਆਂ ਰੋਟੀਆਂ ਸੇਕਣ ਨੂੰ ਭੱਜੇ ਫਿਰਦੇ ਆ। ਜਿੰਨਾ ਮਰਜ਼ੀ ਵਾਵੇਲਾ ਕਰ ਲੈਣ, ਜੋ ਕੁਝ ਮਰਜ਼ੀ ਕਰ ਲੈਣ, ਪਹਿਲੇ ਦਿਨ ਤੋਂ ਲੈ ਕੇ ਇਹਨਾਂ ਦਾ ਜਲੂਸ ਨਿਕਲਦਾ ਤੁਰਿਆ ਜਾ ਰਿਹਾ ਤੇ ਲਗਾਤਾਰ ਨਿਕਲਦਾ ਨੇ, ਠੀਕ ਆ। ਹਾਂ ਇੰਨਾ ਜ਼ਰੂਰ ਆ ਕਿ ਇਹਨਾਂ ਨੇ फंडिंग दे सिर दे उत्ते चंगी तरह नाल अपना जिहड़ा वा ओह मूंह सिर जिहड़ा ओह लिप पोच लिया। इन्हां को जरूर कर गया जिहड़े कच घरड़े इन्हां च रले होए सीगे, होर इन्हां दे अल्ले पल्ले कुछ नहीं है। इस करके सोचिए कि इन्हां तो पता नहीं कोई नवीं मूवमेंट कड्डणगे, पता नहीं नवीं सरकार लै आउणगे, बड़ा कुछ बड़े तुरे हुए सी। कोई चेयरमैनी दे लालच नूं, कोई MLA बनन नूं, कोई मंत्री दे सुपने सी, कोई वाइस चांसलर दे सुपने सी, कोई मुख मंत्री दे सुपने सी, कोई मुख मंत्री दा OSD लगन लई सी। पूरीआं विउंतां घड़ी जांदे सी बैठे सारे। वो हवाई की कहंदे हुंदे सीगे, अपने नां की सीगे, किले जिहड़े सी वो सारे जा रहे सीगे। इस करके कुछ नहीं होना, ना कुछ बनिया, ना कुछ बनना। ਹੁਣ ਰਹਿ ਗਈ ਗੱਲ ਮੌਜੂਦਾ ਹਾਲਾਤ ਦੀ। ਤੁਸੀਂ ਕੀਤੀ, ਤੁਸੀਂ ਉੱਤਰ ਪ੍ਰਦੇਸ਼ ਨੂੰ ਲਿਆ, ਤੁਸੀਂ ਪੰਜਾਬ ਨੂੰ ਲਿਆ, ਤੁਸੀਂ BJP ਦੀ ਹਾਲਾਤ ਲਈ, ਤੇ ਤੁਸੀਂ ਲਈ ਆ ਕਿ ਕੈਪਟਨ ਦੀਆਂ ਮਜਬੂਰੀਆਂ।
ਦੇਖੋ ਜਿਹੜਾ ਕੁਝ ਦਿਖਾਇਆ ਜਾ ਰਿਹਾ ਉਹਦੇ 'ਚ ਕੋਈ ਵੀ ਸੱਚਾਈ ਨਹੀਂ, ਬਹੁਤੀ ਕੋਈ ਕੁਛ ਨਹੀਂ ਆ। ਠੀਕ ਆ, ਮਾੜਾ ਮੋਟਾ ਧੂੰਆਂ ਨਿਕਲਦਾ ਹੁੰਦਾ ਤੇ ਧੂਏ ਨੂੰ ਭਾਂਬੜ ਬਣਾ ਕੇ ਪੇਸ਼ ਕਰ ਦਿੰਦੇ। ਸਰਕਾਰਾਂ ਦੀ ਕਵੈਤ ਰਹੀ ਆ ਤੇ ਏਜੰਸੀਆਂ ਦੀ ਤੇ ਫੋਰਸਾਂ ਦੀ ਕਵੈਤ ਰਹੀ ਆ। ਠੀਕ ਆ, ਡੀਜੀਪੀ ਪ੍ਰੈਸ ਕਾਨਫਰੰਸ ਕਰੇ, ਜੋ ਕੁਛ ਮਰਜ਼ੀ ਕਰੇ, ਜੋ ਮਰਜ਼ੀ ਕਵੇ, ਕਿਹਨੂੰ ਨਹੀਂ ਪਤਾ ਲਖਵੀਰ ਸਿੰਘ ਰੋਡੇ ਅੱਜ ਦਾ ਪਾਕਿਸਤਾਨ ਬੈਠਾ? ਕਿਹਨੂੰ ਨਹੀਂ ਪਤਾ ਉਹ ਕਦੋਂ ਤੋਂ ਬੈਠਾ? ਕੀ ਉਹ ਰਾਤੋਂ ਰਾਤ ਗਿਆ ਜਿਹੜਾ ਇਹਨਾਂ ਨੂੰ ਖਤਰਾ ਖੜਾ ਹੋ ਗਿਆ? ਹੁਣ ਜਦੋਂ ਉਹ 1984 ਤੋਂ ਇਹੀ ਕੁਝ ਚੱਲ ਰਿਹਾ, ਠੀਕ ਹੈ ਨਾ, ਤੁਹਾਨੂੰ ਪਤਾ ਕਿ ਕੀ 1994-95 ਤੋਂ ਬਾਅਦ ਮੂਵਮੈਂਟ ਪੈਰਾਂ ਸਿਰ ਹੋਈ ਆ? ਖੜਿਆ ਕੁਛ? ਕੋਈ ਲਹਿਰ ਚੱਲੀ ਆ? ਜੇ ਨਹੀਂ ਚੱਲੀ ਤੇ ਅੱਜ ਕਿੱਥੋਂ ਚੱਲ ਜੂ? ਠੀਕ ਆ, ਛੋਟ-ਪੁੱਟ ਘਟਨਾਵਾਂ ਵਾਪਰਦੀਆਂ ਰਹਿਣੀਆਂ ਨੇ, ਉਹ ਵਾਪਰਦੀਆਂ ਨੇ, ਉਹ ਇਕੱਲੇ ਪੰਜਾਬ 'ਚ ਥੋੜੀ ਵਾਪਰ ਰਹੀਆਂ, ਪੂਰੇ ਭਾਰਤ 'ਚ ਵਾਪਰ ਰਹੀਆਂ ਨੇ ਨਾ। ਤੇ ਫਿਰ ਐਵੇਂ ਪੰਜਾਬ ਨੂੰ ਟਾਰਗੇਟ ਕਰੀ ਜਾਓ ਕਿ ਇਹ ਹੋ ਗਿਆ, ਉਹ ਹੋ ਗਿਆ। ਸਿਰਫ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਉਦੋਂ ਕੋਈ ਨਾ ਕੋਈ ਡੰਬਰ ਜਿਹੜਾ ਉਹ ਰਚ ਦਿੰਦੇ ਨੇ। ਠੀਕ ਆ, ਇੱਕ ਦੇ 31 ਜਾਂ 51 ਬਣਾ ਕੇ ਜਿਹੜੇ ਆ ਉਹ ਪੇਸ਼ ਕਰ ਦਿੰਦੇ ਨੇ, ਜਦੋਂ ਹੈ ਹੀ ਕੱਖ ਨਹੀਂ। ਹੁਣ ਦੂਜੇ ਬੰਨੇ ਆ ਉੱਤਰ ਪ੍ਰਦੇਸ਼ ਆ, ਬੀਜੇਪੀ ਦੀ ਸਾਰੀ ਦੀ, ਈਵਨ ਕਿ ਕੇਂਦਰ ਸਰਕਾਰ ਵਿੱਚ ਯੋਗੀ ਦੀ ਇੱਕੋ ਹੀ ਦੌੜ ਲੱਗੀ ਹੋਈ ਹੈ ਕਿ ਅਸੀਂ ਉੱਤਰ ਪ੍ਰਦੇਸ਼ ਬਚਾ ਲਈਏ। ਉੱਤਰ ਪ੍ਰਦੇਸ਼ ਬਚਾਉਣ ਪਿੱਛੇ ਉਹਨਾਂ ਨੂੰ ਜਿਹਦਾ ਵੀ ਗਲਾ ਘੋਟਣਾ ਪਿਆ ਉਹਨਾਂ ਨੇ ਘੋਟਣਾ, ਜੋ ਘਵਾਉਣਾ ਪਿਆ ਉਹ ਘਵਾ ਲੈਣਾ। ਉਹ ਕੈਪਟਨ ਕੀ ਆ, ਕੈਪਟਨ ਦੇ ਵੱਡੇ ਵਡੇਰੇ ਵੀ ਹੋਣਗੇ, ਉਹਨਾਂ ਤੋਂ ਵੀ ਘਵਾ ਲੈਣਗੇ। ਪਹਿਲੀ ਤਾਂ ਸਰਕਾਰ ਆਈ ਆ ਜਿਹਨੇ ਕਿਸੇ ਦਾ ਗਲਾ ਘੋਟਣ ਚੋਂ ਕੱਖ ਨਹੀਂ ਛੱਡਿਆ, ਜਿਹਨੂੰ ਜੋ ਦਿਲ ਕਰਦਾ ਉਹੀ ਕਰਵਾਈ ਜਾਂਦੇ ਨੇ। ਕਰਪਸ਼ਨ ਕਿੱਥੇ ਨਹੀਂ ਚੱਲੀ? ਜੇ ਉਹਨਾਂ ਨੇ ਕੱਲਾ ਕਹਿ ਦੋ ਕਿ ਮਹਾਰਾਸ਼ਟਰ 'ਚ ਚੱਲੀ ਆ, ਜੇ ਕਹਿ ਦੋ ਕਿ ਦੂਸਰੇ 'ਚ ਵੈਸਟ ਬੰਗਾਲ 'ਚ ਚੱਲੀ, ਕੀ ਹੋਰ ਕਿਸੇ ਸਟੇਟ 'ਚ ਕੁਛ ਨਹੀਂ ਹੋਇਆ? ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉੱਥੇ ਕੀ ਕੁਛ ਨਹੀਂ ਹੋਇਆ? ਕੀ ਲਾਅ ਐਂਡ ਆਰਡਰ ਦੀ ਹਾਲਾਤ ਜਿਹੜੇ ਨੇ ਉਹ ਬਾਕੀ ਸਾਰੇ ਭਾਰਤ 'ਚ, ਬਾਕੀ ਸਟੇਟਾਂ 'ਚ ਕਾਬੂ ਹੇਠ ਨੇ? ਹੁਣ ਗੱਲ ਤੇ ਇਹ ਆ ਕਿ ਬੀਜੇਪੀ ਦਾ ਇੱਕੋ ਇੱਕ ਆ ਕਿ ਹੱਲਾ ਗੁੱਲਾ ਕਰੋ, ਹੱਲਾ ਗੁੱਲੇ ਦੇ ਸਿਰ ਦੇ ਉੱਤੇ ਇੱਕ ਵਾਰ ਜਿਹੜਾ ਉਹ ਉੱਤਰ ਪ੍ਰਦੇਸ਼ ਬਚਾਈਏ। ਬਸ ਉਹਦਾ ਕਰਕੇ ਸਾਰਾ ਕੁਝ ਹੋਣ ਡਿਆ, ਨਾ ਕੁਝ ਪਹਿਲਾਂ ਹੋਇਆ ਨਾ ਗਾਂ ਹੋਣਾ। ਭੁੱਲ ਜਾਣਾ, ਮੈਂ ਪਹਿਲਾਂ ਕਹਿ ਕੇ ਹਟਿਆ ਸ਼ੁਰੂਆਤ ਦੇ ਵਿੱਚ ਕਿ ਕਿਸਾਨੀ ਅੰਦੋਲਨ ਦੇ ਸਿਰ ਦੇ ਉੱਤੇ ਬੜੇ ਲੰਬੀ ਦੇਰ ਦੇ ਬਾਅਦ ਜਿਹੜਾ ਵਾ ਉਹ ਜਿਹੜੇ ਆਗੂ ਨੇ ਇਹ ਚਮਕੇ ਨੇ। ਜੇ ਅੰਦੋਲਨ ਨਾ ਚੱਲਦਾ ਤਾਂ ਜਿੰਨੇ ਆਗੂ ਨੇ ਜੇ ਕਹਿੰਦੇ ਚਮਕ ਜਾਂਦੇ, ਕਿਹਨੇ ਪੁੱਛਣਾ ਸੀਗਾ? ਕਿਸਾਨ ਯੂਨੀਅਨ ਪਹਿਲਾਂ ਵੀ ਫਿਰਦੀਆਂ ਸੀ, 2 ਕਿਸਾਨ ਯੂਨੀਅਨ ਵੱਡੀਆਂ ਨੂੰ ਛੱਡ ਕੇ ਬਾਕੀ ਕਿਹਦਾ ਵਾ? 150 ਬੰਦਾ ਨਹੀਂ ਸੀ ਇਕੱਠਾ ਹੁੰਦਾ। ਮੰਡੀ 'ਚ ਕਹਿੰਦੇ ਸੀ ਜੀ ਝੋਨੇ ਦਾ ਰੇਟ ਨਹੀਂ ਮਿਲਦਾ, ਉੱਥੇ ਜਿਹੜਾ ਸਟੇਟ ਦਾ ਪ੍ਰਧਾਨ ਹੁੰਦਾ ਸੀ ਯੂਨੀਅਨ ਦਾ ਉਹ ਜਾਂਦਾ ਸੀ, 5 ਬੰਦੇ ਨਹੀਂ ਸੀ ਇਕੱਠੇ ਹੁੰਦੇ। ਉਹ ਆਪਾਂ ਹਾਲਾਤਾਂ ਦੇਖੀਆਂ ਨੇ ਨਾ। ਹੁਣ ਇਹ ਕੁਦਰਤੀ ਸੀਗਾ ਕਿ ਅੰਦੋਲਨ ਚੱਲ ਪਿਆ। ਅੰਦੋਲਨ ਇਸ ਕਰਕੇ ਕਿ ਕਾਨੂੰਨ ਜਿਹੜੇ ਸੀਗੇ ਉਹ ਗਲਤ ਤਰੀਕੇ ਨਾਲ ਬੀਜੇਪੀ ਲੈ ਕੇ ਆ ਗਈ, ਉਹਦਾ ਲੋਕਾਂ ਨੂੰ ਰੋਸ ਸੀ, ਲੋਕ ਉੱਠ ਕੇ ਖੜੇ ਹੋ ਗਏ ਤੇ ਖੜੇ ਹੋਣ ਦੇ ਨਾਲ ਲਾਲਾ ਹੋ ਗਈ, ਨਵੀਂ ਲੀਡਰਸ਼ਿਪ ਆ ਗਈ। ਉਹੀ ਜਿਹੜੇ ਆਗੂ ਕਿਸੇ ਟਾਈਮ 5-5, 10-10, 20-20 ਬੰਦੇ ਇਕੱਠੇ ਕਰਨ ਨੂੰ ਤਰਸਦੇ ਸੀ, ਉਹ ਅੱਜ ਹਜ਼ਾਰਾਂ ਦੇ ਇਕੱਠ ਦੇ ਮੋਢੀ ਬਣੇ ਆ। ਇਸ ਕਰਕੇ ਇਹ ਕਹਿ ਦਈਏ ਕਿ ਉਹ ਵੀ ਸਮਝ ਲੈਣ ਕਿ ਸਾਰਾ ਕੁਝ ਸਾਡਾ ਕਰਕੇ ਆ, ਉਹਨਾਂ ਕਰਕੇ ਨਹੀਂ ਹੈ। ਇਹ ਕਿਸਾਨੀ ਅੰਦੋਲਨ ਆ। ਕਿਸਾਨੀ ਅੰਦੋਲਨ ਜਿਹੜਾ ਲੋਕ ਹਤਾਸ਼ ਹੋਏ ਆ, ਲੋਕ ਖੜੇ ਹੋਏ ਆ, ਉਹਦਾ ਕਰਕੇ ਇਹ ਸਾਰਾ ਕੁਝ ਹੋਇਆ। ਉਹਦੇ 'ਚ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨਾਲ ਸੰਬੰਧਿਤ ਕਿਸਾਨ ਨੇ ਉਹ ਸਾਰੇ ਉਹਦੇ 'ਚ ਸ਼ਾਮਲ ਆ। ਇਸ ਕਰਕੇ ਨਾ ਕਿਸਾਨ ਆਗੂ ਭਰਮ 'ਚ ਰਹਿਣ, ਨਾ ਪੋਲੀਟੀਕਲ ਪਾਰਟੀਆਂ ਭਰਮ 'ਚ ਰਹਿਣ, ਤੇ ਨਾ ਬੀਜੇਪੀ ਤੇ ਕੇਂਦਰ ਸਰਕਾਰ ਭਰਮ 'ਚ ਰਵੇ, ਤੇ ਨਾ ਕੈਪਟਨ ਅਮਰਿੰਦਰ ਸਿੰਘ ਭਰਮ 'ਚ ਰਹੇ ਕਿ ਜੋ ਕੁਝ ਉਹ ਚਾਹਣਗੇ ਉਹੀ ਕੁਝ ਹੋਏਗਾ। ਬਹੁਤ ਕੁਝ ਉਹ ਵੀ ਵਾਪਰੇਗਾ ਜਿਹੜਾ ਉੱਪਰ ਵਾਲਾ ਚਾਹੇਗਾ। ਜੇ ਉੱਪਰ ਵਾਲਾ ਨਾ ਚਾਹੁੰਦਾ ਹੁੰਦਾ ਤੇ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਸੀ ਪਹੁੰਚ ਸਕਦਾ। ਇਹ ਉਹਦੀ ਬਦੌਲਤ ਹੀ ਪਹੁੰਚਿਆ। ਹਾਂ, ਮੈਂ ਇਹ ਨਹੀਂ ਕਹਿ ਸਕਦਾ ਕਿ ਕਲਾ ਵਰਤੀ ਆ, ਠੀਕ ਹੈ ਨਾ, ਜਾਂ ਮੈਂ ਇਹ ਨਹੀਂ ਕਹਿ ਸਕਦਾ ਕਿ ਸ਼ਹੀਦਾਂ ਸਿੰਘਾਂ ਨੇ ਉੱਥੋਂ ਤੱਕ ਪਹੁੰਚਾਤਾ। ਮੈਂ ਇਹ ਨਹੀਂ ਕਹਿ ਸਕਦਾ। ਉਹ ਤਾਂ ਦੀਪ ਸਿੱਧੂ ਤੇ ਉਹਦਾ ਲਾਣਾ ਹੀ ਕਹਿ ਸਕਦਾ। ਉਹਨਾਂ ਨੂੰ ਪਤਾ ਹੋਊਗਾ ਸ਼ਹੀਦ ਸਿੰਘ ਕਿਹੜੇ ਟਾਈਮ ਜਾਗਦੇ ਆ, ਕਦੋਂ ਆਉਂਦੇ ਆ ਤੇ ਕਦੋਂ ਚਲੇ ਜਾਂਦੇ, ਉਹੀ ਦੱਸ ਸਕਦੇ ਆ, ਮੈਂ ਨਹੀਂ ਦੱਸ ਸਕਦਾ। ਨਾਲੇ ਜੇ ਸ਼ਹੀਦ ਸਿੰਘਾਂ ਨੇ ਪਹਿਰਾ ਦੇਣਾ ਸੀ, ਫਿਰ ਜਦੋਂ ਟਰੈਕਟਰ ਤੋਂ ਭੱਜਿਆ ਸੀ ਉਦੋਂ ਸ਼ਹੀਦ ਸਿੰਘਾਂ ਨੇ ਕਿਉਂ ਨਾ ਮਦਦ ਕੀਤੀ? ਬਈ ਹਮਲਾ ਤਾਂ ਉਦੋਂ ਹੋਇਆ ਸੀ ਜ਼ਿਆਦਾ, ਹਨਾ, ਲੋੜ ਤਾਂ ਉਦੋਂ ਸੀ। ਤਿਹਾੜ 'ਚ ਕਿਹੜਾ ਕੋਈ ਦਿੱਕਤ ਸੀਗੀ? ਉੱਥੇ ਤਾਂ ਵਧੀਆ ਲਗਜ਼ਰੀ ਲਾਈਫ ਸੀਗੀ, ਉੱਥੇ ਤਾਂ ਸਿੱਕਾ ਚੱਲਦਾ ਸੀ। ਸ਼ਹੀਦ ਸਿੰਘ ਤਾਂ ਉਦੋਂ ਆਉਂਦੇ ਜਦੋਂ ਟਰੈਕਟਰ ਤੋਂ ਪਲਟੀਨਾ ਲੈ ਕੇ ਭੱਜਿਆ ਸੀ, ਉਦੋਂ ਮਦਦ ਕਰਦੇ ਨਾ। ਮਤਲਬ ਹੈਰਾਨੀ ਇਸ ਗੱਲ ਦੀ ਹੈ ਕਿ ਭਗਤ ਥੋੜੀ ਸਮਝਦੇ ਆ ਬਾਈ ਜੀ, ਹੈ ਨਾ।
ਉਹ ਗਾਲਾਂ ਕੱਢਦਾ, ਸ਼ਰੇਆਮ ਸਾਲੇ ਕਹਿੰਦਾ, ਪਤਾ ਨਹੀਂ ਕੀ ਕਹਿੰਦਾ, ਤੇ ਭਗਤ ਹੇਠਾਂ ਬੱਲੇ ਬੱਲੇ। ਕਿਉਂਕਿ ਇੱਥੇ ਤਾਂ ਸ਼ਕਲ ਵੇਖ ਕੇ ਲੋਕ ਫੈਨ ਹੁੰਦੇ ਨੇ, ਸੀਰਤ ਅੰਦਰ ਕੀ ਹੈ ਬੰਦੇ ਦੀ ਉਹ ਨਹੀਂ, ਗਲੈਮਰ ਵੇਖਿਆ ਜਾਂਦਾ ਬੰਦਿਆਂ ਦਾ ਵੀ, ਮਾਫ ਕਰਨਾ, ਕਮਲੇ ਹੋਏ ਪਏ ਨੇ ਲੋਕ। ਸੋ ਇਸ ਕਰਕੇ ਸਾਡੀ ਪੰਜਾਬੀਆਂ ਦੀ ਜਿਹੜੀ ਫਿਤਰਤ ਹੈ ਨਾ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ, ਬਾਹਰੋਂ ਆ ਕੇ ਕੋਈ ਸਾਡੀ ਮਾੜੀ ਜੀ ਤਾਰੀਫ ਕਰਦੇ ਪਾਟਣ ਵਾਲੇ ਹੋ ਜਾਂਦੇ ਆ। ਸਿੱਖੀ ਦਾ ਐਡਾ ਸਿਧਾਂਤ ਆ, ਸਿੱਖੀ ਦੀਆਂ ਐਡੀਆਂ ਕੁਰਬਾਨੀਆਂ ਨੇ, ਪਰ ਬਾਹਰਲਾ ਬੰਦਾ ਕੋਈ ਮਾੜਾ ਜਿਹਾ ਕੋਈ ਗੈਰ ਸਿੱਖ ਕਹਿ ਕੀ ਦਵੇ, ਐ ਚੱਕ ਲੈਂਦੇ ਆ ਪੰਜਾਬੀ ਦੇ ਲਾਈਕ ਤੇ ਲਿਖ। ਅੱਛਾ ਮੁਸਲਿਮ ਭੈਣ ਨੇ ਇਹ ਕੁਛ ਕਿਹਾ, ਇੱਕ ਅਕਾਲੀ ਦਲ ਦੀ ਬੀਬੀ ਮਰੇਕੋਟਲੇ ਵਾਲੀ, ਉਹ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਆ, ਤੇ ਅਕਾਲੀ ਦਲ ਵੀ ਭੁੱਲ ਗਏ। ਅੱਛਾ ਅਕਾਲੀ ਦਲ ਦੀ ਹੈ, ਨੋ ਪ੍ਰੋਬਲਮ, ਤੇ ਕੀ ਨਾਂ ਉਸ ਦਾ ਮੈਨੂੰ ਯਾਦ ਨਹੀਂ। ਤੇ ਇਸ ਬੀਬੀ ਨੇ ਤਾਂ ਗੁਰੂ ਸਾਹਿਬ ਦੀ, ਗੁਰੂ ਸਾਹਿਬ ਦੀ ਮੰਜੂ ਕੁਰੈਸ਼ੀ, ਹਾਂ ਵਧੀਆ ਬੋਲਦੀ ਹੈ, ਹਰਸਿਮਰਤ ਬਾਦਲ ਦੇ ਨਾਲ ਹੁੰਦੀ ਹੈ, ਇਲੈਕਸ਼ਨ 'ਚ ਕੰਪੇਨ ਕਰਦੀ ਹੈ। ਉਹ ਗੁਰੂ ਗੋਬਿੰਦ ਸਿੰਘ ਦੀ, ਦੇਖੋ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜੋ ਉਹਨਾਂ ਨੇ ਕੰਮ ਕੀਤਾ ਉਹ ਲਸਾਨੀ ਕੁਰਬਾਨੀ ਹੈ। ਉਹਨੂੰ ਕਿਸੇ ਆਮ ਬੰਦੇ ਦੇ ਕਹਿਣ ਜਾਂ ਨਾ ਕਹਿਣ ਨਾਲ ਕੀ ਫਰਕ ਪੈਂਦਾ? ਆਹੀ ਜਿਹੜੇ ਕੱਚ ਘੜ ਪ੍ਰਚਾਰਕ ਤੁਰੇ ਫਿਰਦੇ ਆ, ਪੱਤਰਕਾਰ ਪਤਾ ਨਹੀਂ ਕੀ ਚ ਫੇਰਗੜੀ, ਅੱਛਾ ਇੱਕ ਮੁਸਲਿਮ ਭੈਣ ਨੇ ਇਹ ਕੁਛ ਕੀਤਾ, ਮਤਲਬ ਪੋਲਿਸ਼ ਕਿੱਦਾਂ ਕੀਤਾ ਜਾਂਦਾ? ਜੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਜਾਂ ਉਹਨਾਂ ਦੇ ਫਲਸਫੇ, ਉਹਨਾਂ ਦੀ ਤਰਜ਼ੇ ਜ਼ਿੰਦਗੀ ਮੁਤਾਬਕ ਤੁਸੀਂ ਕੁਛ ਕੀਤਾ, ਇਹ ਤੁਹਾਡਾ ਹਾਸਲ ਹੋ ਸਕਦਾ ਹੈ ਕਿ ਭਾਈ ਮੈਂ ਆਹ ਕੀਤਾ ਉਹਨਾਂ ਦੇ ਤਰਜ਼ ਤੇ ਚੱਲ ਕੇ। ਗੁਰੂ ਸਾਹਿਬ ਦੀ ਤਾਰੀਫ ਕਰਕੇ ਤੁਸੀਂ ਆਪਣਾ ਕੈਸ਼ ਕਰ ਜਾਂਦੇ ਹੋ, ਤੇ ਸਾਡਾ ਮੀਡੀਆ ਨੂੰ ਉਹ ਕਰਦਾ। ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੀ ਚੈਨਲਾਂ ਦੀ TRP ਦਾ ਇਹ ਕੈਸ਼ ਦੀ ਜ਼ਰੂਰਤ ਨਹੀਂ, ਉਹ ਲਸਾਨੀ ਕੁਰਬਾਨੀਆਂ ਨੇ। ਜੋ ਨਿੱਕੀਆਂ ਜੰਦਾਂ ਵੱਡਾ ਸਾਕਾ ਜੋ ਵਾਪਰੇ ਨੇ, ਉਹ ਲਸਾਨੀ ਕੁਰਬਾਨੀਆਂ। ਤੁਹਾਡੇ ਇੱਕ ਬੰਦੇ ਦੇ ਕਿਸੇ ਗੈਰ ਸਿੱਖ ਦੇ ਤਾਰੀਫ ਕਰਨ ਨਾਲ ਕੀ ਹੋ ਜਾਂਦਾ? ਪਰ ਕੋਈ ਗੈਰ ਸਿੱਖ ਬੰਦਾ, ਗੈਰ ਸਿੱਖ ਪ੍ਰਚਾਰਕ ਤਾਰੀਫ ਕੀ ਕਰਦੇ, ਪਾਟਣ ਤੇ ਆ ਜਾਂਦੇ ਆ ਸਾਡੇ ਲੋਕ, ਅਖੌਤੀ ਸਿੱਖ ਲੋਕ, ਅਖੌਤੀ ਪ੍ਰਚਾਰਕ। ਖੈਰ ਇਸ ਸੰਸਥੇ ਵਿੱਚ ਜਿਹੜੀ ਸਥਿਤੀ ਕਿਸਾਨ ਅੰਦੋਲਨ ਦੀ, ਸੁਰਿੰਦਰ ਵੀਰ, ਹੋਰ ਕੀ ਕੁਛ ਨਿਕਲ ਰਿਹਾ ਉਹਦੇ ਤੇ ਫਿਰ ਆਪਾਂ ਕਰੀਏ ਬਾਈਂਡ ਅਪ ਵੱਲੋਂ ਵਧੀਏ। ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਅਸਤੀਫਾ ਦਿੱਤਾ, ਤੇ ਤੁਰਤੋ ਫੁਰਤੀ ਸਰਦਾਰ ਅਮੀਰ ਸਿੰਘ ਨੂੰ ਨਵਾਂ ਮੁਖੀ ਚੁਣਿਆ ਗਿਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਕਿਉਂਕਿ ਉਹ ਵੀ ਸਿੱਖ ਸਿਆਸਤ ਦਾ ਇੱਕ ਅੰਦਰੂਨੀ ਪੈਟਰਨ ਆ ਜੋ ਪਾਕਿਸਤਾਨ ਦੇ ਵਿੱਚ ਚੱਲਦਾ ਹੈ। ਪਾਕਿਸਤਾਨ ਦੀ ਸਰਕਾਰ ਤੇ ਭਾਰਤ ਦੀ ਸਰਕਾਰ ਦੀ ਜੋ ਸਿਆਸਤ ਹੈ, ਉਸੇ ਸਿਆਸਤ ਦੇ ਆਧਾਰ ਤੇ ਇਹ ਚੀਜ਼ ਬਣਦੀ ਹੈ। ਗੁਰਦੁਆਰਾ ਸਿੱਖ ਕਮੇਟੀ ਹੈ ਜੋ, ਉਹ ਭਾਵੇਂ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਨੂੰ ਲੈ ਕੇ ਵੀ ਇਹਨਾਂ ਦੇ ਮਤਭੇਦ ਨੇ। ਸੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਤਵੰਤ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ ਹੈ। ਤੇ ਦੂਜੇ ਬੰਨੇ ਵੰਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਅਤੇ ਲੋਕ ਸਭਾ ਦੇ ਸਪੀਕਰ ਨੇ ਸੰਸਦ TV ਲਾਂਚ ਕਰ ਦਿੱਤਾ, ਜਾਣੀ ਕਿ ਰਾਜ ਸਭਾ ਤੇ ਲੋਕ ਸਭਾ TV ਨੂੰ ਮਰਜ ਕਰਕੇ ਉਹਨਾਂ ਦੀ ਜਗ੍ਹਾ ਇੱਕ ਸੰਸਦ TV ਬਣਾ ਦਿੱਤਾ, ਜਿਸ ਦਾ ਹੁਣ ਮੁਖੀ ਇੱਕ ਸਾਬਕਾ IAS ਅਧਿਕਾਰੀ ਜੋ BJP ਦਾ ਖਾਸਮ ਖਾਸ ਹੈ, ਉਸ ਨੂੰ ਉਸ ਦਾ ਚੀਫ ਬਣਾ ਦਿੱਤਾ। ਜਾਣੀ ਰਹਿੰਦੀ ਖੂੰਦੀ ਜਿਹੜੀ ਮਾੜੀ ਮੋਟੀ ਕਵਰੇਜ ਸੀ, ਹੁਣ ਇਹ ਸਾਰਾ ਕੁਛ ਹੀ ਜਿਹੜਾ ਮੋਦੀ ਸਰਕਾਰ ਦੇ ਗੁਣਗਾਨ ਹੋਣਗੇ। ਤੇ ਦਿੱਲੀ ਸਰਕਾਰ ਨੇ ਦੇ IT ਡਿਪਾਰਟਮੈਂਟ ਨੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੇ ਘਰ ਤੇ ਵੀ ਆਮਦਨ ਕਰ ਦੇ ਛਾਪੇ ਪੈ ਗਏ ਨੇ। ਤੇ ਇਹਨਾਂ ਦੋ ਤਿੰਨ ਖਬਰਾਂ ਤੇ ਕਰੋ ਅਪਡੇਟ ਤੇ ਫਿਰ ਲਈਏ ਆ ਗਿਆ ਜੀ ਸੁਰਿੰਦਰ। ਪਹਿਲੀ ਗੱਲ ਤਾਂ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ। ਦੇਖੋ ਗੱਲ ਇਹ ਆ ਕਿ ਉੱਥੇ ਕਦੀ ਪ੍ਰਧਾਨ ਤਾਂ ਚੁਣਿਆ ਨਹੀਂ ਜਾਂਦਾ, ਪ੍ਰਧਾਨ ਤਾਂ ਜਿਹਨੂੰ ਸਰਕਾਰ ਚਾਹਵੇ ਉਹਨੂੰ ਬਣਾ ਦਿੰਦੀ ਆ ਤੇ ਜਿਹਨੂੰ ਚਾਹਵੇ ਲਾ ਦਿੰਦੀ, ਕਿਉਂਕਿ ਉੱਥੇ ਘੱਟ ਗਿਣਤੀ ਆ ਤੇ ਘੱਟ ਗਿਣਤੀਆਂ ਤਾਂ ਉਹ ਜਿਸ ਜਗ੍ਹਾ ਤੇ ਵੀ ਹੋਣਗੇ ਇਹੀ ਕੁਛ ਹੁੰਦਾ, ਠੀਕ ਹੈ ਨਾ। ਹੋਰ ਰਹਿ ਗਈ ਗੱਲ, ਤੁਸੀਂ ਗੱਲ ਇਹ ਕੀਤੀ ਆ, ਕਾਲ ਲੈ ਲਓ ਪਹਿਲਾਂ ਪਲੀਜ਼, ਇਸ ਤੋਂ ਪਹਿਲਾਂ। ਹਾਂ ਜੀ, ਸਾ ਗੁਰਦੀਪ ਸਿੰਘ ਆਹਲੂਵਾਲੀਆ USA ਤੋਂ ਸਵਾਗਤ ਹੈ ਜੀ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸੋਹਣੇ ਪੰਜਾਬ ਦੇ ਯੂਥ ਵਿੰਗ ਨੂੰ ਤੇ ਬਾਕੀ ਸਾਰਿਆਂ ਨੂੰ ਜਾਗਰਤ ਕਰਦੇ ਹੋ, ਤੇ ਮੈਂ ਜੀ ਤੁਹਾਨੂੰ ਵਧਾਈ ਦਿੰਦਾ ਤੇ ਇਹਦੀ ਹਲਾਸ਼ੇਰੀ ਸਲਾਮ ਕਰਦਾ ਤੁਹਾਨੂੰ ਇਸ ਚੀਜ਼ ਦਾ ਜੀ, ਸੈਲੂਟ ਹੈ। ਇੱਕ ਹੋਰ ਜੋ ਆਪਾਂ ਪੰਜਾਬ ਦੇ ਬਾਰੇ ਗੱਲ ਕਰ ਰਹੇ ਹਾਂ ਜੀ, ਪੰਜਾਬ ਦਾ ਬੇੜਾ ਗਰਕ ਇਹਨਾਂ ਪੋਲੀਟੀਕਲ ਲੀਡਰਾਂ ਨੇ ਕਿਸੇ ਨੇ ਘੱਟ ਨਹੀਂ ਕੀਤਾ, ਮਗਰ ਉਸ ਤੋਂ ਵੀ ਜ਼ਿਆਦਾ ਜਿਹੜਾ ਬੇੜਾ ਗਰਕ ਕਰਤਾ ਸਾਡਾ ਸਿੱਖੀ ਦਾ ਤੇ ਪੰਜਾਬ ਦਾ, ਉਹਨਾਂ ਬਾਬਿਆਂ ਨੇ ਕੀਤਾ ਜਿਹੜੇ ਕਿ 12,000 ਪਿੰਡਾਂ ਦੇ ਵਿੱਚ 13,000 ਬਾਬੇ ਬੈਠੇ ਆ ਜੀ। ਇਹਨਾਂ ਨੇ ਸਭ ਤੋਂ ਜ਼ਿਆਦਾ ਬੇੜਾ ਗਰਕ ਕੀਤਾ ਜੀ ਪੰਜਾਬ ਦਾ। ਨਾ ਤੇ ਇਹਨਾਂ ਧਰਮ ਲਈ ਕੁਝ ਕੀਤਾ ਤੇ ਨਾ ਕੁਝ ਇਹਨਾਂ ਨੇ ਆਪਣੇ ਪੰਜਾਬ ਦੇ ਲਈ ਕੁਝ ਕੀਤਾ ਜੀ। ਪੰਜਾਬ ਦੀਆਂ ਕਿੰਨੀਆਂ ਨਿਸ਼ਾਨੀਆਂ ਨੇ ਇਹਨਾਂ ਬਾਬਿਆਂ ਨੇ ਮਿਟਾਤੀਆਂ। ਇਹ ਜਿਹੜਾ ਹੁਣ ਹੈਗਾ ਕੀ ਕਹਿੰਦੇ ਆ ਜਲਿਆਂਵਾਲਾ ਬਾਗ ਜੀ, ਇਹ ਤਾਂ ਹੁਣ ਇਹਨਾਂ ਨੇ ਕੀਤਾ। ਇਸ ਤੋਂ ਪਿਛਲੇ 50 ਸਾਲਾਂ ਜਿਹੜਾ ਬਾਬਿਆਂ ਨੇ
ਜਿਹੜੀ ਚਮਕੌਰ ਦੀ ਗੜੀ ਜੀ, ਆਪਣਾ ਸਰਹੰਦ ਦਾ ਬੁਰਜ ਜੀ, ਕਿੰਨੀਆਂ ਜਿਹੜੀਆਂ ਪੁਰਾਣੀਆਂ ਆਪਣੇ ਕੋਲ ਯਾਦਾਂ ਸੀਗੀਆਂ ਜੀ, ਉਹਨਾਂ ਸਾਰਿਆਂ ਨੇ ਇਹਨਾਂ ਨੇ ਬੇੜਾ ਗਰਕ ਕਰ ਛੱਡਿਆ। ਤੇ ਹੁਣ ਹੈਗਾ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਸੁਣ ਰਹੇ ਨੇ ਸੁਣਨ ਵਾਲੇ, ਪਲੀਜ਼ ਪੰਜਾਬ 'ਚ ਜਿਹੜੇ ਰਹਿੰਦੇ ਹੋ, ਜੋ ਕਿਤੇ ਵੀ ਕਿਸੇ ਪੁਰਾਤਨ ਕਿਸੇ ਵੀ ਆਪਣੀ ਜਿਹੜੀ ਇਮਾਰਤ ਜਾਂ ਕਿਸੇ ਵੀ ਯਾਦਦਾਸ਼ਤ ਨੂੰ ਜੇ ਬਾਬੇ ਉਹਨਾਂ ਬਣਾਉਣਾ ਚਾਹਣ ਤਾਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ, ਤਾਂ ਕਿ ਜੋ ਥੋੜਾ ਬੱਚਾ ਸਾਡੇ ਕੋਲ ਖਜ਼ਾਨਾ ਉਹ ਤਾਂ ਸੇਫ ਹੋ ਸਕੇ। ਬਸ ਮਿਹਰਬਾਨੀ। ਥੈਂਕ ਯੂ ਸਾਗਰਦੀਪ ਸਿੰਘ ਉਹਲਵਾਲੇ ਜਿਸ ਤੋਂ ਜੁੜੇ ਸੀ, ਆਪਣੇ ਸਬਸਕ੍ਰਾਈਬਰ ਵੀ ਨੇ, ਧੰਨਵਾਦ। ਤੇ ਬਿਲਕੁਲ ਜਿਹੜੀ ਵਿਰਾਸਤ ਹੈ ਨਾ ਉਹ ਸਾਂਭਣੀ ਚਾਹੀਦੀ ਹੈ। ਇਹੀ ਕਪਤਾਨ ਨਾਲ ਮੈਂ ਇੰਟਰਵਿਊ ਕੀਤਾ ਸੀ, ਕਹਿੰਦਾ ਜੀ ਆ ਕਿਲ੍ਹਾ ਮੁਬਾਰਕ ਨੂੰ ਚਿੱਟਾ ਰੰਗ ਕਰੀ ਜਾਂਦੇ ਆ ਬਾਦਲ ਹੋਣੀ, ਕਹਿੰਦਾ ਕਦੇ ਕਿਲੇ ਵੀ ਚਿੱਟੇ ਹੋਏ ਨੇ, ਪਰ ਹੁਣ ਜਲਿਆਂਵਾਲੇ ਬਾਗ ਦੇ ਉਸ ਇਤਿਹਾਸਕ ਵਜੂਦ ਨਾਲ ਛੇੜਛਾੜ ਹੋਈ ਹੈ ਤੇ ਉਹੀ ਕਪਤਾਨ ਜਿਹੜੀ ਵਿਰਾਸਤ ਦੇ ਮਾਮਲੇ 'ਚ ਬਾਦਲਾਂ ਨੂੰ ਬਣ ਰਹੇ ਸੀ, ਠੀਕ ਹੈ ਗਲਤ ਉਹ ਵੀ ਕਰਦੇ ਆਏ ਨੇ, ਤੇ ਉਹੀ ਹੁਣ ਜਨਾਬ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਕੋਈ ਛੇੜਛਾੜ ਨਹੀਂ ਹੋਈ, ਬਹੁਤ ਅੱਛਾ ਸਾਰਾ ਕੁਝ ਹੋ ਰਿਹਾ। ਸਟੇਟ ਦਾ ਸੀਐਮ ਕਹਿ ਰਿਹਾ ਭਾਜਪਾ ਦੀ ਬੋਲੀ ਨਹੀਂ ਬੋਲਦੇ। ਰਾਜਮਾਤਾ ਮਹਿੰਦਰ ਕੌਰ ਨੇ, ਇਹਨਾਂ ਦੇ ਰਾਜਮਾਤਾ ਕਿਉਂਕਿ ਉਦੋਂ ਉਹਦਾ ਸੀਗਾ, ਰਾਜੇ ਦੀ ਵਾਈਫ ਸੀ, ਰਾਜਮਾਤਾ ਤਾਂ ਕਿਹਾ ਜਾਂਦਾ, ਮਾਈਂਡ ਨਾ ਕਰੋ, ਅਦਰਵਾਈਜ਼ ਮੈਂ ਤਾਂ ਪ੍ਰਨੀਤ ਕੌਰ ਨੂੰ ਵੀ ਕਦੇ ਮਹਾਰਾਣੀ ਨਹੀਂ ਆਖਿਆ, ਨਾ ਕੈਪਟਨ ਨੂੰ, ਤਾਂ ਕਹਿਣਾ ਕੀ ਸੀਗਾ। ਸੋ ਹਾਲਾਂਕਿ ਮੀਡੀਆ ਪਤਾ ਨਹੀਂ ਕਿਉਂ ਇਹ ਚੀਜ਼ਾਂ ਕਿਹੜੇ ਮੁਲਕ ਦੀ ਮਹਾਰਾਣੀ ਬਣਾਈ ਜਾਂਦਾ। ਹਾਲਾਂਕਿ ਸੋਨੀਆ ਗਾਂਧੀ ਨੇ ਇੱਕ ਸੰਦੇਸ਼ ਜਾਰੀ ਕੀਤਾ ਸੀ ਇਹਨਾਂ ਦੇ ਲਈ ਕਿ ਕਾਂਗਰਸ ਦੇ ਜਿੰਨੇ ਵੀ ਨਵਾਬ ਨੇ ਜਾਂ ਰਾਜੇ ਮਹਾਰਾਜੇ ਨੇ, ਆਪਣੇ ਨਾਂ ਨਾਲ ਰਾਜੇ ਮਹਾਰਾਜੇ ਨਾ ਲਓ। ਪਰ ਲੋਕ ਕਿੱਥੇ ਹਟਦੇ ਆ ਨਾ, ਮੀਡੀਆ ਕਿੱਥੇ ਹਟਦਾ ਜਿਹੜੇ ਮਹਾਰਾਜਾ ਮਹਾਰਾਣੀਆਂ ਬਣਾਈ ਜਾਂਦੇ ਆ। ਖੈਰ ਰਾਜਮਾਤਾ ਕਿਉਂਕਿ ਉਦੋਂ ਉਹਦਾ ਸੀ, ਮੈਂ ਤਾਂ ਕਹਿਣਾ ਕਈ ਵਾਰੀ ਮੇਰੀ ਗੱਲ ਨੂੰ ਮਾਈਂਡ ਕਰਦੇ ਆ ਲੋਕੀ, ਤੇ ਉਹਨਾਂ ਨੇ ਰਾਜਮਾਤਾ ਮਹਿੰਦਰ ਕੌਰ ਦਾ ਜਿਹੜਾ ਬਰਥਡੇ ਸੀਗਾ ਉਹਨੂੰ ਸੈਲੀਬ੍ਰੇਟ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਸਟ ਪਾਈ ਸੀ ਕਿ ਮੈਂ ਵਚਨਬੱਧ ਹਾਂ ਆਪਣੀ ਮਾਤਾ ਦੇ ਦਿੱਤੇ ਬੋਲਾਂ ਤੇ, ਪਰ ਜਿੰਨੀ ਤੋਏ ਤੋਏ ਉਸ ਪੋਸਟ ਦੀ ਹੋਈ ਹੈ, ਦੇਖਣ ਯੋਗ ਹੈ ਕਿ ਕਿੱਥੇ ਖੜੇ ਨੇ ਕਪਤਾਨ ਸਾਹਿਬ, ਇੰਨੀ ਲੋਕ ਦੁਖੀ ਹੋਏ ਨੇ, ਆਪਣੇ ਕਮੈਂਟ ਚੈੱਕ ਕਰ ਲੈਣ। ਖੈਰ ਧੰਨਵਾਦ ਗੁਰਦੀਪ ਸਿੰਘ ਉਹਲੂਵਾਲੇ ਜੀ ਤੇ ਸੁਰਿੰਦਰ ਵੀਰ, ਦਿਓ ਕਰਾਂ ਇਹਨਾਂ ਖਬਰਾਂ ਤੇ ਅਪਡੇਟ, ਅਤੇ ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ, ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹੈ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ। ਅਮਰੀਕਾ 'ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਤੁਸੀਂ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਲਾਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਐਗਜ਼ਿਟ 278 ਤੇ, ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਤੇ ਨਾਲ ਲਿਕਰ ਸ਼ਾਪ ਵੀ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਤੁਸੀਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਫੀਲਡ ਸਰਵਿਸ ਹੈ। ਸਿਆਟਲ ਇਲਾਕੇ ਦੇ ਵਾਧੂ ਲੋਡ ਇਹਨਾਂ ਕੋਲ ਹੁੰਦੇ ਨੇ। ਤੁਸੀਂ ਓਨਰ, ਆਪਰੇਟਰ, ਡਰਾਈਵਰ ਹੋ, ਲੰਮੇ ਰੂਟਾਂ ਤੋਂ ਆਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਵਾਧੂ ਲੋਡ ਤੁਹਾਨੂੰ ਦਿੰਦੇ ਆ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ। ਨਾਲ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜੇ ਤੁਹਾਡੇ ਕੋਲ ਡਰਾਈਵਰ ਦੀ ਜੌਬ ਨਹੀਂ ਹੈ, ਤੁਸੀਂ ਡਰਾਈਵਰਿੰਗ ਕਰਨਾ ਚਾਹੁੰਦੇ ਹੋ, ਤਾਂ ਆਵਰਲੀ ਪੇ ਕੀਤਾ ਜਾਂਦਾ, ਪ੍ਰਤੀ ਘੰਟਾ ਵੇਜਸ ਤੁਹਾਨੂੰ ਦਿੱਤੇ ਜਾਂਦੇ ਨੇ। ਜਗਦੇਵ ਸਿੰਘ ਸੰਧੂ ਨੂੰ ਕਾਲ ਕਰੋ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206354 4060 ਨੰਬਰ ਹੈ ਆਪਣਾ ਧਾਲੀਵਾਲ ਗੁਰਵੀਰ ਹੋਰਾਂ ਦਾ, ਗੈਰੀ ਧਾਲੀਵਾਲ ਦਾ। ਸੁਰਿੰਦਰ ਜੀ ਕਰੋ ਕਿਰਾਂ ਬਾਈਂਡ ਅਪ, 3-4 ਖਬਰਾਂ ਨੇ, ਲਈਏ ਫਿਰ ਆ ਗਿਆ। ਵੈਲਕਮ। ਹੁਣ ਆ ਜੀ ਸਭ ਤੋਂ ਪਹਿਲਾਂ ਰਾਜ ਸਭਾ ਟੀਵੀ ਤੇ ਲੋਕ ਸਭਾ ਟੀਵੀ ਲਈ। ਹੁਣ ਗੱਲ ਤੇ ਆ ਕਿ ਕਿਸੇ ਟਾਈਮ ਇਹ ਬਣਾਇਆ ਗਿਆ ਸੀ ਕਿ ਇੱਕ ਤੇ ਰਾਜ ਸਭਾ ਦੀ ਜਦੋਂ ਕਾਰਵਾਈ ਚੱਲੇਗੀ ਤੇ ਲੋਕ ਸਭਾ ਦੀ, ਦੋਨੋਂ ਬਰਾਬਰ ਚੱਲਣੇ ਨੇ। ਆਪਣੀਆਂ ਸਦਨ ਚੱਲਣਾ ਤੇ ਦੋ ਤੇ ਲਾਈਵ ਟੈਲੀਕਾਸਟ ਹੁੰਦਾ ਸੀ ਸਾਰੀ ਕਾਰਵਾਈ। ਹੁਣ ਜਦੋਂ ਚੈਨਲ ਇੱਕ ਕਰ ਦਿੱਤਾ, ਜੇ ਤੇ ਹੁਣ ਚੈਨਲ 2 ਰਹਿਣਗੇ ਤੇ 2 ਚੈਨਲ ਚੱਲਣਗੇ ਤੇ ਠੀਕ ਆ। ਜੇ ਦੋਨਾਂ ਨੂੰ ਤੋੜ ਕੇ ਇੱਕ ਕਰਨਾ ਹੈ ਤੇ ਕੀ 2 ਲਾਈਵ ਚੱਲ ਜਾਣਗੇ? ਪਹਿਲਾ ਸਵਾਲ ਤੇ ਇਹ ਉੱਠੇਗਾ, ਕਿਉਂਕਿ ਹੁਣ ਜਦੋਂ ਸਾਰਾ ਕੁਝ ਸਾਹਮਣੇ ਆਊਗਾ ਪਤਾ ਲੱਗ ਜੂਗਾ ਕਿ ਵਾਕਈ 2 ਚੈਨਲ ਚੱਲਦੇ ਆ ਕਿ ਜਾਂ ਇੱਕ ਰਹਿੰਦਾ। ਫਿਰ ਇੱਕ ਦੇ ਉੱਤੇ 2 ਦੀ ਕਾਰਵਾਈ ਕਿੱਦਾਂ ਲਾਈਵ ਚੱਲੇਗੀ? ਸੰਸਦ ਟੀਵੀ ਬਣਾ ਦਿੱਤਾ ਇਹਨੂੰ ਇਕੱਠਾ ਕਰਕੇ। ਅਜੇ ਪ੍ਰੋਗਰਾਮਿੰਗ ਅਲੱਗ-ਅਲੱਗ ਹੋਏਗੀ। ਮਤਲਬ ਇੱਕ ਕਾਰਪੋਰੇਸ਼ਨ ਬਣਾ ਦਿੱਤੀ, ਸਟਾਫ ਘਟਾ ਦਿੱਤਾ, ਆਪਣੀ ਲੋੜ ਜੋਗਾ ਸਟਾਫ। ਨਹੀਂ ਮੈਂ ਹੁਣ ਇਹ ਦਿੱਤੀ ਆ ਇੱਕ ਸਵਾਲ ਜਿਹੜਾ ਕਿ ਚੈਨਲ 2 ਹੀ ਚੱਲਣਗੇ, ਕਾਰਪੋਰੇਸ਼ਨ ਤਾਂ ਬਣਾਤੀ ਪਰ ਚੈਨਲ 2 ਚੱਲਣਗੇ ਕਿ ਇੱਕ ਚੱਲੇਗਾ? ਸਵਾਲ ਇਹ ਆ ਵੱਡਾ। ਮਤਲਬ ਜੇ ਤਾਂ 2 ਚੱਲਣਗੇ
ਠੀਕ ਹੈ, ਅਲੱਗ-ਅਲੱਗ ਚੱਲਣਗੇ ਪਰ ਕਮਾਂਡ ਇੱਕ ਕੋਲੇ ਹੋਏਗੀ, ਫੇਰ ਤਾਂ ਠੀਕ ਆ। ਜੇ ਦੋਨਾਂ ਨੂੰ ਤੋੜ ਕੇ ਇੱਕ ਬਣਾਇਆ ਫੇਰ ਸਵਾਲ ਖੜੇ ਹੋਣਗੇ ਕਿ ਦੋਨਾਂ ਦੀ ਲਾਈਵ ਟੈਲੀਕਾਸਟ ਕਿੱਦਾਂ ਕਰੋਗੇ ਇੱਕ ਚੈਨਲ ਦੇ ਉੱਤੇ, ਫਿਰ ਇਹ ਤਾਂ ਰੌਲਾ ਪਏਗਾ ਨਾ। ਦੋ ਦਾ ਲਾਈਵ ਟੈਲੀਕਾਸਟ ਕਿੱਦਾਂ ਦਿਖਾਉਣਾ, ਉਹਦੇ ਲਈ ਸਮੱਸਿਆ ਖੜੀ ਹੋਏਗੀ। ਉਹ ਤਾਂ ਜਿੱਧਰ ਮੋਦੀ ਸਾਹਿਬ ਹੋਣਗੇ ਉਹੀ ਦਿਖਾਇਆ ਕਰਨਗੇ, ਦੂਜਿਆਂ ਦੀ ਦਿਖਾਉਣ ਦੀ ਕੀ ਲੋੜ ਹੈ। ਹਾਂ ਫਿਰ ਉਹ ਚਲੋ ਉਹ ਤਾਂ ਦਿਖਾਉਣਾ ਹੀ ਦਿਖਾਉਣਾ, ਉਹ ਤਾਂ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ। ਜੇ ਜਿਹਦੀ ਸਰਕਾਰ ਇੰਦਰਾ ਦੇ ਜ਼ਮਾਨੇ 'ਚ ਵੀ ਆਲ ਇੰਡੀਆ ਰੇਡੀਓ, ਆਲ ਇੰਦਰਾ ਰੇਡੀਓ ਤਾਂ ਹੁੰਦਾ ਸੀ ਨਾ। ਇਸ ਕਰਕੇ ਉਹ ਚੱਲਦਾ ਰਹਿਣਾ, ਉਹ ਨਹੀਂ ਰੁਕਣਾ। ਹੁਣ ਗੱਲ ਇਹ ਆ ਕਿ ਦੇਖੋ ਬੀਜੇਪੀ ਸਾਰੀ ਦੀ ਸਾਰੀ ਜੋ ਮਰਜੀ ਕਹੇ, ਕਮਾਂਡ ਕਿਹਦੇ ਕੋਲ ਆ? ਕਮਾਂਡ ਆ ਕੇ ਕੋਲ ਇੱਕ ਪਾਰਟੀ ਦਾ ਨੇਤਾ ਜਿਹੜਾ ਉਹ ਕਹਿਣ ਨੂੰ ਇਹ ਕਹੀ ਜਾਵੇ ਮੈਂ ਬੀਜੇਪੀ ਦਾ ਪ੍ਰਧਾਨ ਆ, ਪਰ ਕਮਾਂਡ ਤਾਂ ਦੋਵਾਂ ਦੇ ਕੋਲੇ ਆ ਤੇ ਦੋਵਾਂ ਦੇ ਨਾਲ ਉਹਨਾਂ ਨੇ ਇੱਕ ਬਿਊਰੋਕਰੇਟਸ ਲਾਇਆ ਹੋਇਆ, ਉੱਥੇ ਜਾ ਕੇ ਸੀਮਤ ਹੋ ਗਈ। ਉਹਦੇ ਬਾਅਦ ਏਜੰਸੀਆਂ ਆਉਂਦੀਆਂ ਨੇ, ਏਜੰਸੀਆਂ ਦੇ ਬਾਅਦ ਕਾਰਪੋਰੇਟ ਘਰਾਣੇ ਆਉਂਦੇ ਨੇ। ਬਾਕੀ ਤਾਂ ਵਿਚਾਰੇ ਜਿਹੜੇ ਆ ਉਹ ਕੀ ਕਹਿੰਦੇ ਹੁੰਦੇ ਆ, ਮੇਲੇ ਦੇ ਵਿੱਚ ਚੱਕੀ ਰਾਹੇ ਸਾਰੇ ਇਕੱਠੇ ਕੀਤੇ ਹੋਏ ਆ ਨਾ, ਤੇ ਚੱਕੀ ਰਾਹੇ ਨੂੰ ਮੇਲੇ 'ਚ ਕੌਣ ਪੁੱਛਦਾ? ਹੁਣ ਕਹਿਣ ਨੂੰ ਬੜਾ ਕੁਛ ਆ ਕਿ ਡੈਮੋਕ੍ਰੇਸੀ ਆ ਜੀ, ਪਾਰਟੀ 'ਚ ਇੰਟਰਨਲ ਡੈਮੋਕ੍ਰੇਸੀ ਆ, ਬੜਾ ਰੌਲਾ ਪਾਇਆ ਜਾਂਦਾ, ਪਰ ਡੈਮੋਕ੍ਰੇਸੀ ਦਿਖਾਈ ਕਿੱਥੇ ਦਿੱਤੀ ਆ? ਜੋ ਕੁਝ ਕਹਿ ਦਿੱਤਾ ਗਿਆ ਉਹੀ ਕੁਝ ਹੋ ਗਿਆ। ਕਿਸੇ ਨੇ ਚੀਂ-ਪੈ ਨਹੀਂ ਕੀਤੀ, ਜਿਹਨੂੰ ਬਾਹਰ ਦਾ ਰਸਤਾ ਦਿਖਾਉਣਾ ਬੜੇ ਆਰਾਮ ਨਾਲ ਦਿਖਾਤਾ। ਜੇ ਕੈਬਨਿਟ 'ਚ ਵਾਧਾ ਕਰਨਾ ਸੀਗਾ, ਸੈਸ਼ਨ ਤੋਂ ਪਹਿਲਾਂ ਕੈਬਨਿਟ 'ਚ ਵਾਧਾ ਕੀਤਾ, ਕਿਸੇ ਨੇ ਚੀਂ-ਪੈ ਕੀਤੀ, ਇੱਕ ਵੀ ਵਿਅਕਤੀ ਨੇ ਨਹੀਂ ਕਿਹਾ ਕਿ ਮੈਂ ਅਸਤੀਫਾ ਦਿੰਦਾ। ਐਂਡ ਤੱਕ ਨਹੀਂ ਪਤਾ ਲੱਗਿਆ, ਜਦੋਂ ਤੱਕ ਜਾ ਕੇ ਸਹੁੰ ਚੁੱਕਣੀ ਸੀ ਉਦੋਂ ਜਾ ਕੇ ਪਤਾ ਲੱਗਿਆ ਕਿ ਕਿੰਨਿਆਂ ਦੀ ਛੁੱਟੀ ਹੋਈ। ਕੋਈ ਕਵੇ 2 ਦੀ ਹੋਣੀ, ਕੋਈ ਕਵੇ 4 ਦੀ ਹੋਣੀ। ਉਦੋਂ ਪਤਾ ਲੱਗਿਆ ਜਦੋਂ ਲੈਣਾ ਹੀ ਲਾਤੀਆਂ ਵੀ ਚਲੋ ਚੱਕੋ ਟਿੰਡ ਫੋੜੀ ਭੱਜੋ ਘਰਾਂ ਨੂੰ। ਇਸ ਕਰਕੇ ਹੈ ਕਿ ਸਿਆਸਤ ਜਿਹੜੀ ਹੈ ਨਾ, ਜਿਹੜੀ ਕਿਸੇ ਟਾਈਮ ਸਿਆਸਤ ਇਹ ਸੀ, ਪਹਿਲਾਂ ਪਾਰਟੀ ਸੀ, ਪਾਰਟੀ ਸੁਪਰੀਮ ਗਿਣੀ ਜਾਂਦੀ ਸੀ, ਸਰਕਾਰ ਨੰਬਰ 2 ਤੇ ਆਉਂਦੀ ਸੀ। ਜਿਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਹ ਸਰਕਾਰ ਭਾਵੇਂ ਕਿੱਡੀ ਵੀ ਮਜ਼ਬੂਤ ਹੁੰਦੀ ਸੀ ਪਰ ਪਾਰਟੀ ਨੂੰ ਵੀ ਜਵਾਬਦੇਹ ਹੁੰਦੀ ਸੀ, ਤੇ ਪਾਰਟੀ ਲੋਕਾਂ ਨੂੰ ਜਵਾਬਦੇਹ ਹੁੰਦੀ ਸੀ। ਥੱਲੇ ਤੱਕ ਹਰ ਵਿਅਕਤੀ ਦੀ ਵੁਕਤ ਹੁੰਦੀ ਸੀ ਉਸ ਪਾਰਟੀ ਦੇ ਅੰਦਰ। ਹੌਲੀ ਹੌਲੀ ਇਹ ਸਾਰਾ ਕੁਝ ਜਿਹੜਾ ਤਹਿਸ਼ ਨਹਿਸ਼ ਹੋ ਗਿਆ। ਪਾਰਟੀਆਂ ਤਾਂ ਲੱਭੀਆਂ ਨਹੀਂ, ਪਾਰਟੀਆਂ ਉਦੋਂ ਲੱਭਦੀਆਂ ਨੇ ਜਦੋਂ ਆਪੋਜੀਸ਼ਨ 'ਚ ਹੁੰਦੀਆਂ, ਜਦੋਂ ਸੱਤਾ ਧਿਰ 'ਚ ਹੁੰਦੀ ਉਦੋਂ ਪਾਰਟੀ ਦਾ ਨਾਮੋ ਨਿਸ਼ਾਨ ਨਹੀਂ। ਉਹਦਾ ਪ੍ਰਧਾਨ ਬਣਿਆ ਨਾ ਬਣਿਆ ਵਿਚਾਰਾ ਚੌਕੀਦਾਰ ਦੇ ਬਰਾਬਰ ਨਹੀਂ ਰਹਿ ਜਾਂਦਾ। ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਪੁੱਛਣਾ। ਸਟੇਟਾਂ 'ਚ ਵੀ ਇਹੀ ਹਾਲ ਆ ਤੇ ਕੇਂਦਰ 'ਚ ਵੀ ਇਹੀ ਹਾਲ ਆ। ਰਹਿ ਗਈ ਗੱਲ ਮੁੜ ਕੇ ਸਰਕਾਰ ਦੀ। ਸਰਕਾਰ ਜਿਹੜੀ ਮਰਜ਼ੀ ਆ ਜਾਵੇ, ਜਿਹਦੇ ਹੱਥ 'ਚ ਸੱਤਾ ਆ ਗਈ ਉਹਦੇ ਇਰਦ ਗਿਰਦ ਹੀ ਸਭ ਕੁਝ ਘੁੰਮਣਾ, ਬਾਕੀ ਕਿਸੇ ਦੇ ਅੱਲੇ ਪੱਲੇ ਕੁਛ ਨਹੀਂ ਰਹਿਣਾ। ਇਸ ਕਰਕੇ ਜਿਹੜੀ ਇਹ ਹਾਲਾਤ ਬਣਾਈ ਆ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਜੀ ਡੈਮੋਕ੍ਰੇਸੀ ਡੈਮੋਕ੍ਰੇਸੀ, ਕੋਈ ਡੈਮੋਕ੍ਰੇਸੀ ਨਹੀਂ, ਕੋਈ ਕੁਛ ਨਹੀਂ ਆ। ਹਾਂ ਡੈਮੋਕ੍ਰੇਸੀ ਦਾ ਢੋਂਗ ਜ਼ਰੂਰ ਰਚਿਆ ਜਾ ਰਿਹਾ, ਪਰ ਡਿਕਟੇਟਰਸ਼ਿਪ ਆ ਭਾਵੇਂ ਅੱਜ ਇਹਨਾਂ ਦੀ ਚੱਲਦੀ ਹੈ ਤੇ ਚਾਹੇ ਕੱਲ ਨੂੰ ਕੋਈ ਹੋਰ ਆ ਜਾਵੇ। ਜਿਹੜਾ ਵੀ ਆ ਕੇ ਬੈਠਾ ਉਹਨੇ ਉੱਤੇ ਤਾਣਾ ਬਾਣਾ ਅਜਿਹਾ ਬੋਲਣਾ ਤਾਂ ਕਿ ਮੈਨੂੰ ਲੰਬਾ ਸਮਾਂ ਇੱਥੋਂ ਸੱਤਾ ਤੋਂ ਕੋਈ ਬਾਹਰ ਨਾ ਕਰ ਸਕੇ। ਹਰ ਵਿਅਕਤੀ ਨੇ ਬੋਲਣਾ, ਭਾਵੇਂ ਕੱਟੇ 24 ਘੰਟੇ ਨਾ ਕੋਈ। ਇਸ ਕਰਕੇ ਇਹ ਸਾਰਾ ਕੁਝ ਚੱਲਣਾ ਹੀ ਚੱਲਣਾ। ਇਸ ਕਰਕੇ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜੋ ਕੁਝ ਹੋ ਰਿਹਾ, ਭਾਵੇਂ ਕੀ ਕਹਿੰਦੇ ਹੁੰਦੇ ਸੰਸਦ ਟੀਵੀ ਬਣਾਇਆ, ਚਾਹੇ ਜੋ ਮਰਜ਼ੀ ਕਰ ਦੇਣ, ਭਾਵੇਂ ਸਾਰੇ ਚੈਨਲਾਂ ਨੂੰ ਤੋੜ ਕੇ ਇੱਕ ਬਣਾ ਦੇਣ, ਜੋ ਮਰਜ਼ੀ ਕਰ ਦੇਣ, ਭਾਵੇਂ ਸਾਰਾ ਕੁਝ ਪ੍ਰਾਈਵੇਟ ਕਰ ਦੇਣ, ਕਿਹਨੇ ਪੁੱਛਣਾ? ਪਹਿਲਾਂ ਵੀ ਕਰਦੇ ਆ ਰਹੇ ਨੇ ਨਾ। ਜਿੰਨੀ ਦੇਰ ਤੱਕ ਬੈਠੇ ਉਨੀ ਦੇਰ ਤੱਕ ਹਿੱਲਣਾ ਨਹੀਂ। ਬਾਕੀ ਪਾਰਟੀ ਦੇ ਅੰਦਰ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ, ਕਿਸੇ ਦੀ ਹਿੰਮਤ ਨਹੀਂ ਆ ਕੋਈ ਉੱਠ ਕੇ ਸਿਰ ਚੱਕ ਕੇ ਇਹ ਕਹਿ ਦੇਵੇ ਕਿ ਆਹ ਕੁਛ ਆਪਣੀ ਸਰਕਾਰ ਗਲਤ ਕਰ ਰਹੀ ਹੈ, ਆਪਾਂ ਨੂੰ ਲੋਕਾਂ ਨੂੰ ਜਵਾਬਦੇਹ ਹੋਣਾ ਪੈਣਾ। ਕੱਲ ਨੂੰ ਲੋਕਾਂ ਨੇ ਆਪਾਂ ਨੂੰ ਜਿਹੜਾ ਫੀਲਡ 'ਚ ਜਾਣ ਨਹੀਂ ਦੇਣਾ, ਘਰੋਂ ਘਰੀ ਆਪਾਂ ਨੂੰ ਪ੍ਰਚਾਰ ਲਈ ਨਹੀਂ ਉਤਰਨ ਦੇਣਾ। ਲੋਕ ਆਪਾਂ ਨੂੰ ਘੇਰ ਲੈਣਗੇ, ਕਿਸੇ ਦੀ ਹਿੰਮਤ ਨਹੀਂ ਆ ਕੋਈ ਬੋਲ ਜਾਵੇ। ਚੁੱਪ ਕਰਕੇ ਸਾਰੇ ਦੇ ਸਾਰੇ ਜਿਹੜੇ ਆ ਉਹ ਦਿਨ ਕੱਟ ਰਹੇ ਆ। ਬਿਲਕੁਲ ਸੁਰਿੰਦਰ ਜੀ, ਲਈਏ ਫਿਰ ਇੱਕ ਕਾਲ ਲੈ ਲਾਂ ਮੈਂ ਪਲੀਜ਼, ਤੁਹਾਡੇ ਨਾਲ ਸੰਬੰਧਿਤ ਕੋਈ ਸਵਾਲ ਨਾ ਹੋਵੇ। ਮਨਜੀਤ ਇੰਦਰ ਸਿੰਘ ਸਵਾਗਤ ਹੈ ਜੀ, ਵੈਲਕਮ ਮਨਜੀਤ। ਹਾਂਜੀ ਸਤਿ ਸ਼੍ਰੀ ਅਕਾਲ ਟੋਣਾ ਸਾਹਿਬ। ਸਤਿ ਸ਼੍ਰੀ ਅਕਾਲ, ਗੱਲ ਕਰੋ ਪਲੀਜ਼। ਬਸ ਮਾੜੀ ਜੀ ਗੱਲ ਆ, ਮੈਂ ਕਿਹਾ ਹੁਣ ਸੁਰਿੰਦਰ ਭਾਜੀ ਇੱਕ ਆਬਜ਼ਰਵੇਸ਼ਨ ਸੁਣਾ ਰਹੇ ਸੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ। ਉਹ ਗੱਲ ਤਾਂ ਉਹਨਾਂ ਨੇ ਠੀਕ ਕਹੀ ਵੀ ਉਧਰ ਮਿਨੋਰਟੀ ਹੋਣ ਦੇ ਕਾਰਨ ਉਹਨਾਂ ਦਾ ਤਾਂ ਕੋਈ ਨਾ ਕਦੇ ਚੁਣਿਆ ਜਾਂਦਾ, ਮਤਲਬ ਉਹਨਾਂ ਦੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਿਹੜੀ ਸਰਕਾਰ ਲਾ ਦਿੰਦੀ ਉਹੀ ਬਣ ਜਾਂਦਾ।
ਪਰ ਮੇਰੇ ਮਨ ਚ ਸਟ੍ਰਾਈਕ ਕੀਤੀ ਵੀ ਇੱਧਰ ਕਿਹੜਾ ਕੋਈ ਫਰਕ ਆ, ਉਹੀ ਹਾਲਤ ਆ ਸਾਡੀ ਸ਼੍ਰੋਮਣੀ ਕਮੇਟੀ ਦਾ ਤੇ ਪ੍ਰਧਾਨ ਦਾ। ਬਸ ਇੰਨੀ ਸੀ। ਥੈਂਕ ਯੂ, ਮਿਹਰਬਾਨੀ। ਸੁਰਿੰਦਰ ਵੀਰ ਲਈਏ ਫਿਰ ਆ ਗਿਆ, ਬੁਲਾਈਏ ਫਤਿਹ ਜੀ। ਦੇਖੋ ਪਤਾ ਕੀ ਆ, ਅਸੀਂ ਤਾਂ ਨਹੀਂ, ਬਹੁਤ ਵਧੀਆ ਸਵਾਲ ਸੀ ਇਹਨਾਂ ਦਾ। ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਕਿ ਦੇਖੋ ਕੀ ਆ, ਅਕਾਲੀ ਦਲ ਜਿਹੜੇ ਕੈਂਡੀਡੇਟ ਖੜੇ ਕਰਦਾ ਉਹ ਹਮੇਸ਼ਾ ਜਿੱਤ ਜਾਂਦੇ ਨੇ, ਠੀਕ ਹੈ। ਉਹ ਜਿਹੜੇ ਐਸਜੀਪੀਸੀ ਦੇ ਮੈਂਬਰ ਬਣੇ ਉਹ ਸਾਰੀ ਪਾਵਰ ਕਿਹਨੂੰ ਦੇ ਦਿੰਦੇ ਨੇ? ਪਾਰਟੀ ਪ੍ਰਧਾਨ ਮੀਟਿੰਗ ਸਾਦਾ, ਉਹ ਕਹਿੰਦੇ ਜੀ ਪਾਰਟੀ ਪ੍ਰਧਾਨ ਨੂੰ ਮੀਟਿੰਗ ਦੇ ਦਿੱਤੀ, ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇਵੇ, ਠੀਕ ਹੈ। ਹੁਣ ਇਲੈਕਸ਼ਨ ਪ੍ਰੋਸੈਸ ਕੀ ਆ? ਪ੍ਰੋਸੈਸ ਤਾਂ ਇਹ ਕਹਿੰਦਾ ਕਿ ਅਕਾਲੀ ਦਲ ਆਪਣਾ ਪ੍ਰਧਾਨ ਅਨਾਉਂਸ ਕਰੇ, ਸਾਡਾ ਆ ਵਿਅਕਤੀ ਜਿਹੜਾ ਪ੍ਰਧਾਨ ਦੀ ਐਤਕੀ ਚੋਣ ਲੜੇਗਾ, ਠੀਕ ਹੈ। ਉਹਨੂੰ ਲੋਕ ਵੋਟ ਪਾਉਣ, ਜੇ ਉਹ ਜਨਾਨੀ ਮਸਲੀ ਚੁਣਿਆ ਜਾਂਦਾ ਠੀਕ ਹੈ, ਜੇ ਵੋਟਿੰਗ ਹੁੰਦੀ ਤੇ ਵੋਟਿੰਗ ਹੋ ਜਾਵੇ। ਪਰ ਹੁਣ ਕੀ ਹੈ ਕਿ ਇੱਥੇ ਲਿਫਾਫੇ ਚੋਂ ਬੰਦ ਹੋ ਕੇ ਜਾਂਦਾ, ਜੋ ਲਿਫਾਫਾ ਜਾਂਦਾ ਲਿਫਾਫਾ ਖੋਲਦਾ ਸਾਰੇ ਸਿਰ ਝੁਕਾ ਦਿੰਦੇ, ਕਹਿੰਦੇ ਅਸੀਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦੇ ਕੇ ਆ ਗਏ ਸੀਗੇ, ਅਸੀਂ ਸਹਿਮਤ ਆ, ਅਸੀਂ ਤੇ ਸ਼ੁਰੂ ਤੋਂ ਕਹਿੰਦੇ ਹਾਂ ਕਿ ਇੱਥੇ ਹੀ ਕੁਝ ਚੱਲ ਰਿਹਾ ਵਾ, ਠੀਕ ਹੈ ਨਾ। ਹੁਣ ਇਸ ਤੋਂ ਬਾਅਦ ਕੀ ਹੁੰਦਾ? ਜਦੋਂ ਉਹ ਚੁਣੇ ਜਾਂਦੇ ਨੇ ਅੱਗੇ ਜਾ ਕੇ ਤੁਸੀਂ ਜਥੇਦਾਰ ਸਭਾਨ ਤੇ ਆ ਜਾਓ। ਹੁਣ ਮੈਂ ਵਾਰ-ਵਾਰ ਇੱਕੋ ਗੱਲ ਕਹਿਣਾ ਹੁੰਦਾ, ਅਕਾਲੀ ਦੂਸਰਾ ਜਥੇਦਾਰ ਅਕਾਲ ਤਖਤ ਸਾਹਿਬ ਕਦੀ ਵੀ ਐਸਜੀਪੀਸੀ ਦੇ ਪ੍ਰਧਾਨ ਨੂੰ ਜਵਾਬ ਨਹੀਂ ਦੇ ਸਕਦਾ। ਜੋ ਐਸਜੀਪੀਸੀ ਦਾ ਪ੍ਰਧਾਨ ਕਹੇਗਾ ਉਹਨੂੰ ਕਰਨਾ ਪਏਗਾ। ਗਾਏ ਬਗਾਏ ਉਹ ਸਿੱਧੇ ਟੇਢੇ ਤਰੀਕੇ ਨਾਲ ਜੋ ਮੈਸੇਜ ਦੇ ਦੇਵੇ, ਜਿਹੜਾ ਨਹੀਂ ਕਰਦਾ ਅਗਲੇ ਕਸ਼ਹਿਰਾ ਨਹੀਂ ਪਾਉਣ ਦਿੰਦੇ। ਉਹ ਕਹਿੰਦੇ ਨਾ, ਬਾਥਰੂਮ 'ਚ ਸਾਈਨ ਕਰਦੇ, ਆ ਫੜ, ਆ ਪੈਨ ਫੜ, ਪਹਿਲਾਂ ਸਾਈਨ ਕਰ। ਉਹ ਕਹਿੰਦਾ ਕਸ਼ਹਿਰਾ ਪਾ ਲੈਂਦਾ, ਕਹਿੰਦਾ ਕਸ਼ਹਿਰਾ ਬਾਅਦ 'ਚ ਪਊਗਾ, ਪਹਿਲਾਂ ਸਾਈਨ ਕਰ। ਹੋਇਆ ਜਿੱਦਾਂ ਜੋਗਿੰਦਰ ਸਿੰਘ ਵਦਾਤੀ ਨਾਲ ਕੀਤਾ ਗਿਆ, ਜਿੱਦਾਂ ਉਹ ਤੋਂ ਅਸਤੀਫਾ ਲਿਆ ਗਿਆ, ਸਾਰਿਆਂ ਦੇ ਸਾਹਮਣੇ ਆ ਉਹ ਸਾਰਾ ਕੁਝ। ਮਤਲਬ ਕੋਈ ਵੀ ਜਥੇਦਾਰ ਸਾਹਿਬਾਨ ਅੱਜ ਤੱਕ ਐਸਜੀਪੀਸੀ ਦੇ ਮੋਹਰੇ ਅੜ ਨਹੀਂ ਸਕਿਆ। ਜਿਹੜਾ ਅੜਿਆ ਉਹਨਾਂ ਬਾਹਰ ਦਾ ਰਸਤਾ ਦਿਖਾਤਾ। ਪ੍ਰੋਫੈਸਰ ਦਰਸ਼ਨ ਸਿੰਘ ਗਿਆ, ਜਸਵੀਰ ਸਿੰਘ ਰੋਡੇ ਗਿਆ, ਗਿਆਨੀ ਪੂਰਨ ਸਿੰਘ ਗਿਆ, ਇਹ ਤੇ ਜੋਗਿੰਦਰ ਸਿੰਘ ਵਦਾਂਤੀ ਗਿਆ। ਇੱਕ ਹੀ ਸੀ ਜਿਹੜਾ ਲੰਬਾ ਸਮਾਂ ਬੈਠਾ ਰਿਹਾ, ਉਹ ਵੀ ਹੱਥ ਜੋੜਦਾ ਸੀ ਮੇਰਾ ਖਹਿੜਾ ਛੱਡ ਦੋ, ਹੁਣ ਬੜੀ ਕਿਰਕਰੀ ਹੋ ਗਈ ਆ, ਫੇਰ ਉਹਨੂੰ ਭੇਜਿਆ। ਨਹੀਂ ਤਾਂ ਜੇ ਸ਼ਾਇਦ ਉਹ ਤੋਂ ਵੀ 2-4 ਹੋਰ ਫੈਸਲੇ ਕਰਾ ਜਾਂਦੇ। ਫਿਰ ਸੋਚਿਆ ਕੌਣ ਅੱਗੇ ਚੋਣਾਂ ਆ ਗਈਆਂ ਨੇ, ਹੁਣ ਇਹਦੀ ਛੁੱਟੀ ਕਰ ਦਈਏ, ਤਾਂ ਕੀਤੀ, ਨਹੀਂ ਤਾਂ ਉਹਨੂੰ ਵੀ ਸ਼ਾਇਦ ਨਾ ਏਡੀ ਜਲਦੀ ਭੇਜ ਦੇ। ਇਸ ਕਰਕੇ ਇਹ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ, ਅਕਾਲ ਤਖਤ ਸਾਹਿਬ ਦਾ ਜਥੇਦਾਰ ਕਦੀ ਵੀ ਐਸਜੀਪੀਸੀ ਦੇ ਪ੍ਰਧਾਨ ਨੂੰ ਜਵਾਬ ਨਹੀਂ ਦੇ ਸਕਦਾ। ਜੋ ਉੱਪਰੋਂ ਆਦੇਸ਼ ਆਇਆ ਹੁੰਦਾ ਉਹ ਸੁਣਾ ਦਿੰਦੇ ਆ, ਉਹੀ ਮੰਨ ਲਿਆ ਜਾਂਦਾ। ਦੂਸਰੀ ਗੱਲ, ਐਸਜੀਪੀਸੀ ਦਾ ਪ੍ਰਧਾਨ ਜਿਹੜਾ, ਉਹਦੀ ਵੀ ਹਿੰਮਤ ਨਹੀਂ ਹੈ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਜਵਾਬ ਦੇ ਜਾਵੇ। ਜੇ ਦੇਊਗਾ, ਦਿੱਤਾ ਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ, ਠੀਕ ਆ। 1996 ਤੱਕ ਉਹਨਾਂ ਦੀ ਬਹੁਤ ਚੱਲੀ, ਉਦੋਂ ਬਹੁਮਤ ਉਹਨਾਂ ਕੋਲ ਹੁੰਦਾ ਸੀ। ਜਦੋਂ 1996 ਚ ਚੋਣ ਹੋਈ ਤਾਂ ਉਹਨਾਂ ਨੇ ਦਿੱਤਾ ਸੀ ਜਵਾਬ। ਉਹ ਕਹਿੰਦੇ ਮੈਂ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਨਹੀਂ ਤਾਰਦਾ। ਉਹ ਕਹਿੰਦੇ ਫਿਰ ਉਹਨੂੰ ਨਹੀਂ ਤਾਰਦਾ, ਪਹਿਲਾਂ ਤੈਨੂੰ ਤਾਰਦੇ ਆ ਜਾ। ਬਿਲਕੁਲ ਅਗਲਿਆਂ ਨੇ ਤਾਰਿਆ। ਪਰ ਉਹਦੇ ਚ ਗੱਲ ਇਹ ਹੈ ਨਾ ਕਿ ਦੂਜੀਆਂ ਧਿਰਾਂ ਦੀਆਂ ਵੀ ਕਮਜ਼ੋਰੀਆਂ ਨੇ ਨਾ। ਹੁਣ ਅਗਲੇ ਸ਼ਕਤੀਸ਼ਾਲੀ ਕਿਉਂ ਹੁੰਦੇ ਨੇ? ਵੋਟਰ ਸੁਚੇਤਨੀ, ਜਾਂ ਇਹ ਹੁਣ ਸਰਬੱਤ ਖਾਲਸਾ 5 ਲੱਖ ਦਾ ਇਕੱਠ ਹੋਇਆ ਸੀ, ਰਿਕਾਰਡ ਤੋੜ, ਇਹ ਹੈਗੇ ਆ ਸਾਂਭਣ ਵਾਲੇ। 3 ਤੋਂ 5 ਨਹੀਂ ਹੋ ਸਕੇ, ਜਥੇਦਾਰ ਆਪਣੇ ਆਪ ਰਿਜ਼ਾਈਨ ਕਰਕੇ ਭੱਜ ਗਏ। ਦੂਜੇ ਵੀ ਕਿਸੇ ਕਾਸੇ ਜੋਗੇ ਨਹੀਂ ਨਾ, ਡੁੱਬੀ ਤੇ ਤਾਂ ਜੇ ਸਾਹ ਨਾ ਆਇਆ। ਉਹਨਾਂ ਨੇ ਤਾਂ ਬਣਾਇਆ ਹੀ ਹੋਇਆ ਜੋ ਕੁਛ ਬਣਾਇਆ, ਪਰ ਬਾਕੀ ਕਿੱਥੇ ਨੇ ਨਾ? ਬਾਕੀਆਂ ਦੀ ਔਕਾਤ ਕਿੰਨੀ ਕਿਆ? ਬਥੇਰੇ ਅੱਡ ਹੋ ਕੇ ਦੇਖੇ ਨੇ, ਕੋਈ ਕਮਲੀਆਂ ਰਮਲੀਆਂ ਕੁਛ ਮਾਰੀ ਜਾਂਦਾ, ਕੋਈ ਕੁਛ ਮਾਰੀ ਜਾਂਦਾ। ਆ ਦਿੱਲੀ ਇਲੈਕਸ਼ਨ 'ਚ ਕੀ ਨਹੀਂ ਹੋਇਆ? ਉਹਨੇ ਤਾਂ ਜੋ ਕਰਨਾ ਬਾਦਲ ਕਿਆ ਨੇ ਤਾਂ, ਪਰ ਦੂਜੇ ਕੀ ਕਰਦੇ ਨੇ ਨਾ? ਕਾਸੇ ਜੋਗੇ ਇਹ ਵੀ ਨਹੀਂ ਨਾ ਹੈਗੇ, ਇਹ ਉਦੋਂ ਵੀ ਗਾਂ ਲੰਘੇ ਨੇ। ਜੀ ਸੁਰਿੰਦਰ ਲੱਗੀ ਆ ਗਿਆ। ਹਾਂਜੀ ਥੈਂਕ ਯੂ ਸੁਰਿੰਦਰ ਭਾਈ ਜੀ, ਮਿਹਰਬਾਨੀ। ਸੋ ਇਸ ਹਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਸੁਰਿੰਦਰ ਭਾਈ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਵੇਰੇ ਹੁੰਦੀ ਮੁਲਾਕਾਤ 6 ਵਜੇ। ਤੇ ਸੋਨੂ ਸੂਦ ਦਾ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਉਹਦੇ ਅਕਾਊਂਟ 'ਚ ਕੁਝ ਗੜਬੜੀ ਹੈ। 6 ਜਗ੍ਹਾ ਛਾਪੇ ਪਏ ਨੇ। 18 ਦਿਨ ਪਹਿਲਾਂ ਦਿੱਲੀ ਸਰਕਾਰ ਨੇ ਉਹਨਾਂ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਸੀ। 2 ਕਰੋੜ ਫਿਲਮ ਦਾ ਉਹ ਚਾਰਜ ਕਰਦੇ ਨੇ। 5500 ਰੁਪਏ ਲੈ ਕੇ ਉਹ ਮੁੰਬਈ ਗਏ ਸੀ। ਅੱਜ 130 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਮਾਲਕ ਨੇ। ਤੇ ਖਾਸ ਕਰਕੇ ਉਹਨਾਂ ਦੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਹਨਾਂ ਦੀ ਭੈਣ ਦੇ ਆਉਣ ਦੀਆਂ ਚਰਚਾਵਾਂ ਸੀ। ਤੇ ਉਧਰ ਆਮ ਆਦਮੀ ਪਾਰਟੀ ਨਾਲ ਕੋਈ ਸਿਆਸੀ ਗੱਲ ਤਾਂ ਨਹੀਂ ਹੋਈ, ਪਰ ਇਸ ਮਾਮਲੇ ਦੇ ਵਿੱਚ ਜਿਹੜਾ IT ਡਿਪਾਰਟਮੈਂਟ ਨੇ ਛਾਪੇ ਮਾਰੇ ਨੇ, ਕਿਉਂਕਿ ਰੂਟੀਨ 'ਚ ਕਈ ਗੜਬੜੀਆਂ ਹੁੰਦੀਆਂ ਨੇ, ਉਹ ਕਾਰਨ ਹੁੰਦੇ ਨੇ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਬਾਈ ਆਪਣਾ ਬੇਕਰਸਫੀਲਡ ਦੇ ਵਿੱਚ ਹੈ ਸੁਖੀ ਘੁੰਮਣ ਹੋਰਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਨਾਲ ਇੰਡੀਅਨ ਰੈਸਟੋਰੈਂਟ ਹੈ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ। ਇਹਨਾਂ ਦੀ ਖਾਸੀਅਤ ਹੈ ਹੋਰ ਭਾਰਤੀ ਵਿਦੇਸ਼ੀ ਖਾਣੇ ਖਾਧੇ ਜਾ ਸਕਦੇ ਨੇ। ਇੱਥੇ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਇੰਡੀਅਨ ਰੈਸਟੋਰੈਂਟ ਤੇ ਯੂਨੀਅਨ ਵਿਲੇਜ ਟਰੱਕ ਸ਼ਾਪ ਦਾ ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ
93-307। रोडवेज ट्रांसपोर्ट वाले सुखी घुमन होरां दा इदारा जिन्हां दा नंबर है 661-304-7500 6613047500। अमेरिकन टैक्स फर्मां दे 5 साल दे काम करन दे तजर्बे याफ्ता तरसेम सिंह गिल अमेरिका दे पढ़े लिखे CPA ने न्यूजर्सी दे लागे ईस्टर्न सिटी पेंसिल्वेनिया वसते ने जिन्हां कोलों तुसीं इंडिविजुअल बिजनेस व्यापार कारोबार की हर तरह की रिटर्न सर्विस लै सकते हो। जे किसी रिश्तेदार नूं अमेरिका मंगवाउणा, इमीग्रेशन का ग्रीन कार्ड, वर्क परमिट, स्पाउस केस कोई पेपर फाइल करने ने तां सवावां तरसेम सिंह गिल दियां लै सकते हो। नंबर है 484-764-9861 4847649861। साडा जिक्र करते होर रियायत मिलेगी क्योंकि अपने पुराने स्रोते सारबांसु गिल उन्होंने दे बेटे ने तरसेम सिंह गिल CPA नंबर 484-764-9861। सोमवार तो शनिवार भारतीय समां सवेरे 6 बजे तो लैके 8 बजे तक ते शाम नूं 6:30 बजे तो लैके 8:30 बजे तक पटियाला स्टूडियो तो मैं ते एडवोकेट सुरिंदर सिंह जी लाइव जुड़दे हां। ते जिस तरह तुहाडीआं कॉल्स भी हुंदियां ने उस दे वास्ते नंबर है 9876309655। उस नंबर ते तुसी कॉल भी कर सकदे हो, मेरे नाल गल भी कर सकदे हो, WhatsApp पर रिकॉर्डेड सुनेहा भी छड्ड सकदे हो। ते इस तो इलावा इस दे नाल उत्थे तुसी WhatsApp दे जरिए भी मंगवा सकदे हो प्रोग्रामां दा लिंक, जां जे तुसी प्रोग्राम सुनना तां tiwanaradio.com अपनी वैबसाइट है, उत्थे भी प्रोग्रामां दा जिहड़ा तुसी आनंद लै सकदे हो, सुन सकदे हो। ते आईफोन ते एंड्राइड ऐप्स दे उत्थे लिंक मिलणगे, इंस्टॉल करो। टवाणा रेडियो दा फेसबुक YouTube पेज है, सबसक्राइब करो, लाइक करो, शेयर करो अगे दोस्तां मित्रां नूं। कॉल टू लिसन नंबर है अमेरिका दे विच अपना कॉल करके सुनने वाला 667-930-9260। उस नंबर ते भी संपर्क किया जा सकदा। आप सब सज्जनां दा धन्नवाद जिन्हां ने वड्डी तादाद दे विच कमेंट कीते ने, मेहरबानी। ते जिन्हां ने शेयर किया उन्हां दी उदों भी वध मेहरबानी। सो प्रोग्रामां नूं पसंद करदे हो तां अगे शेयर जरूर करया करो। ते आप सब दा धन्नवाद। टेनी धालीवाल कहंदे जिवें सेखवा नूं पार्टी च लैके आया ते उहदे मुंडे नूं कादियां तो हलका इंचार्ज ला दिता है जी। ਉਹਦੇ ਸਾਰੇ ਬਣਦੇ ਨੇ। मावी जसप्रीत, मनजीत चाल, परमजीत कौर फेसबुक ते जुड़े ने, इन्हां दा भी धन्नवाद। ते इस दे नाल ही हुण वक्त विदायगी दा। सवेरे फिर भारती समां 6 बजे तो लैके 8 बजे तक तुहाडे नाल होएगी मुलाकात। तद तक तुहाडा ते साडा रब रखा, शबा खैर, सत श्री अकाल। जुड़े रहो टिवाणा रेडियो दे नाल।